शेर पंजाब 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ। 9:15 ਹੋ ਗਏ। 12 ਜਨਵਰੀ ਦਾ ਦਿਨ ਹੈ, ਵਰਾ 2021 ਦਾ 30 ਪੋ ਨਾਨਕ ਸੰਮਤ 552। ਨਿੱਘਾ ਹਾਰਦਿਕ ਸਵਾਗਤ ਹੈ ਜੀ। ਜਦ ਗੜੇ ਪੈਂਦੇ ਨਾ ਮਾਮਾ ਕਹਿੰਦੀਆਂ ਪੁੱਠਾ ਤਵਾ ਸਿੱਟ ਕੇ ਆਓ। ਕੱਚੇ ਵਿਹੜੇ 'ਚ ਬੰਦੇ ਨੇ ਜਾਂ ਤੁਰਨਾ, ਥੱਲਿਓਂ ਪੈਰਾਂ ਨੂੰ ਗਾਰਾ ਚਿੰਬੜਨਾ, ਜਦ ਉਹਨੇ ਮੁੜ ਕੇ ਆਉਣਾ ਤਾਂ ਅੱਧਾ ਲਿਬੜਿਆ ਹੋਣਾ। ਆਸ਼ਕੀ ਦੀ ਤਾਲ ਹੈ ਤਾਈਓ ਨੱਚਣੇ ਨੂੰ ਕਹਿੰਦੀਆਂ ਫਕੀਰੀਆਂ ਅੱਜ ਪੱਲੇ ਪਈ। ਅੱਜ ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਦੇਸ਼ ਪੰਜਾਬ ਦੇ ਝਰੋਖੇ 'ਚੋਂ ਨਵਕਿਰਨ ਸਿੰਘ ਪੱਤੀ ਬਹੁਤ ਕੁਝ ਹੋ ਰਿਹਾ ਕਿਸਾਨੀ ਸੰਘਰਸ਼ ਦੇ ਵਿੱਚ, ਬਹੁਤ ਕੁਝ। ਹੁਣ ਇਸ ਨੂੰ ਲਾਈਨ ਅਪ ਕਰਨਗੇ, ਕੁਝ ਲੀਡਰ ਥੱਲੇ ਜਾਣਗੇ, ਕੁਝ ਲੀਡਰ ਉੱਪਰ ਜਾਣਗੇ ਤੇ ਇਹਦੀਆਂ ਤੰਦਾਂ ਸਰਕਾਰ ਵੱਲੋਂ ਉਲਝਦੀਆਂ ਲੱਗਦੀਆਂ ਨੇ, ਪਰ ਜਿਨ੍ਹਾਂ ਨੇ ਜਿੱਤ ਦੇ ਨੇੜੇ ਜਿਹੜੇ ਦੇਖਦੇ ਨੇ ਉਹਨੂੰ ਸੁਲਝਦੀਆਂ ਲੱਗਦੀਆਂ ਨੇ। ਗੱਲ ਕੁਝ ਵੀ ਹੋ ਜਾਏ, ਜਦ ਤੱਕ ਇਹ ਨਿਬੜਦਾ ਨਹੀਂ, ਪੰਜਾਬ ਦੇ ਤੇ ਹਰਿਆਣਾ ਦੇ ਜਾਏ ਵਾਪਸ ਨਹੀਂ ਮੁੜਦੇ। ਯੂਪੀ ਵਾਲੇ ਵੀ ਬੈਠੇ ਆ, ਪਰ ਪਲੇਅਰ ਇਹਦੇ ਵਿੱਚ ਹੁਣ ਇਨਵੋਲਵ ਹੋਣਗੇ। ਸੁਪਰੀਮ ਕੋਰਟ ਤੇ ਕਮੇਟੀ ਤੇ ਬਹੁਤ ਕੁਝ ਇਹ 'ਚ ਚੱਲਣਾ ਹੈ, ਉਸ ਦੀ ਗੱਲਬਾਤ ਹੋਏਗੀ। ਦੂਸਰੇ ਹਿੱਸੇ ਦੇ ਵਿੱਚ ਸੰਘਰਸ਼ ਦੇ ਹਿਸਾਬ ਦੇ ਨਾਲ ਹੀ ਗੱਲਬਾਤ ਉੱਥੇ ਦੇ ਇੱਕ ਕਿਸਾਨ ਆਗੂ ਦੇ ਨਾਲ ਕਰਾਂਗੇ ਜਿਹੜਾ ਸੰਘਰਸ਼ 'ਤੇ ਬੈਠਾ, ਤੇ ਨਾਲ ਨਵਦੀਪ ਬੈਂਸ ਦੀ ਮੈਂ ਗੱਲਬਾਤ ਤੁਹਾਡੇ ਨਾਲ ਅੱਜ ਕਰਨੀ ਚਾਹੁੰਦਾ ਹੈ ਕਿ ਉਹ ਬੰਦਾ ਜੀ ਚਪੀਲ ਰੀਜਨ ਦੇ ਲੋਕ ਕਹਿੰਦੇ ਨੇ ਇੱਕ ਇਹਦੇ ਕਹੇ ਬਿਨਾਂ ਪੱਤਾ ਨਹੀਂ ਹਿੱਲਦਾ, ਪੱਤਾ ਲਿਬਰਲ ਪਾਰਟੀ ਦਾ ਕੋਈ ਵੀ ਮੂਵ 8-9 MPਆਂ ਦਾ ਉਹ ਇੰਚਾਰਜ ਉਹਨੂੰ ਕੱਢਣਾ, ਉਹਦੇ ਵਿਰੋਧੀ ਬੰਦਾ ਜਿਹੜਾ ਉਹਦੀ ਸੁਰ ਦੇ ਨਾਲ ਨਹੀਂ ਕਦੇ ਰਹਿੰਦਾ, MP ਅਲਗਬਰਾ ਨੂੰ ਮਿਨਿਸਟਰ ਬਣਾਉਣਾ, ਖਾਸਾ ਕੁਛ ਹੈ ਇਹਦੇ 'ਚ। 27 ਸਾਲ ਦੀ 26 ਸਾਲ ਦੀ ਉਮਰ 'ਚ MP ਬਣਿਆ ਨਵਦੀਪ ਬੈਂਸ। 6 ਇਲੈਕਸ਼ਨ ਲੜ ਚੁੱਕਿਆ, 1 ਇਲੈਕਸ਼ਨ ਹਾਰਿਆ, 5 ਜਿੱਤ ਗਿਆ। ਤੇ ਕੌਣ ਹੈ ਬਣਾਉਣ ਵਾਲੇ? 26 ਸਾਲ ਦੇ ਬੰਦੇ ਨੇ ਕੀ ਕਰ ਲੈਣਾ ਹੈ? ਉਹ ਪਾਰਟੀ ਸਿੱਖਾਂ ਦੀ ਧਾਰਮਿਕ ਪਾਰਟੀ ਜਿਹੜੀ ਸਿੱਖਾਂ ਦੀਆਂ ਮੰਗਾਂ ਦੇ ਲਈ ਲੜਨਾ ਚਾਹੁੰਦੀ ਸੀ, ਫਿਰ ਉਸਨੇ ਰਾਜਨੀਤੀ 'ਚ ਪੈਰ ਪਾ ਕੇ ਆਟਵਾ 'ਚ ਦਫ਼ਤਰ ਸੈੱਟ ਕਰਕੇ ਲਿਬਰਲ ਪਾਰਟੀ ਤੇ ਅਜਿਹੇ ਡੋਰੇ ਪਾਏ। ਲਿਬਰਲ ਪਾਰਟੀ ਉਹਨਾਂ ਨੂੰ ਹੀ ਸਮਝਦੀ ਹੈ ਕਿ ਉਹੀ ਸਾਰੇ ਕੁਛ ਨੇ। ਇਹ ਜਿਹੜਾ ਇਸ ਦੀ ਇਹ ਕਹਾਣੀ ਕੀ ਹੋਈ, ਅਖਬਾਰ ਕੁਛ ਲਿਖ ਰਹੇ ਨੇ, ਟੋਰਾਂਟੋ ਸਨ ਵੀ ਕੁਛ ਲਿਖ ਰਿਹਾ, CBC, ਪੁਆਇੰਟਰ ਇੱਕ ਅਖਬਾਰ ਹੈ ਦਾ ਪੁਆਇੰਟਰ, ਉਹਨਾਂ ਨੇ ਵੀ ਲਿਖਿਆ ਰਾਜ ਗਰੇਵਾਲ ਦੀ ਹੀਰਿੰਗ ਸ਼ੁਰੂ ਹੋਣ ਵਾਲੀ ਹੈ। ਸਡਨ ਜਿਹੜਾ ਨਵਦੀਪ ਬੈਂਸ ਦਾ ਰਿਜ਼ਾਈਨ ਕਰਨਾ ਹੈ, 42 ਵਰ੍ਹਿਆਂ ਦੇ ਵਿੱਚ ਲੌਬੀਇਸਟ ਬਣਨ ਦੀ ਉਮਰ ਹਲੇ ਹੈ ਨਹੀਂ, ਉਹ ਤਾਂ ਹਰਪੁਰ ਵਰਗੇ 60 ਸਾਲ ਦੀ ਉਮਰ ਦੇ ਵਿੱਚ ਬਣਦੇ ਨੇ। ਬਹੁਤ ਘਾਗ ਪੋਲੀਟੀਸ਼ੀਅਨ ਹੈ ਨਵਦੀਪ ਬੈਂਸ, ਉੱਥੇ ਦੇ ਲੋਕ ਦੱਸਦੇ ਆ। ਉਹ ਕਹਿੰਦਾ ਵੀ ਮੇਰੇ ਬਿਨਾਂ ਕੋਈ ਨੋਮੀਨੇਸ਼ਨ, ਮੇਰੇ ਬਿਨਾਂ ਕੋਈ MLA, ਮੇਰੇ ਬਿਨਾਂ ਕੋਈ MP ਏਰੀਆ 'ਚ ਨਹੀਂ। ਜਿਵੇਂ ਸਰੀ ਦੇ ਕੁਝ ਬੰਦਿਆਂ ਨੂੰ ਗਲਤ ਫਹਿਮੀਆਂ ਵੀ ਮੈਂ ਹੀ ਬਣਾਉਣੇ ਨੇ ਸਾਰੇ, ਪਰ ਬਹੁਤ ਸ਼ਿਊਡ ਪੋਲੀਟੀਸ਼ੀਅਨ ਨਵਦੀਪ ਬੈਂਸ ਦਾ ਇਸ ਤਰ੍ਹਾਂ ਛੇਤੀ ਸਟੈਪ ਡਾਊਨ ਹੋਣਾ ਹੈ। 1 ਸਾਲ ਦੇ ਵਿੱਚ ਧੀਆਂ ਕਿਤੇ ਵੱਡੀਆਂ ਥੋੜ੍ਹਾ ਹੋ ਗਈਆਂ। ਪਿਛਲੇ ਸਾਲ ਹਲੇ ਅਕਤੂਬਰ 'ਚ ਇਲੈਕਸ਼ਨ ਲੜੀ ਹੈ। ਇਹ ਕਹਿੰਦੇ ਹੀ ਇਸ ਤਰ੍ਹਾਂ ਹੁੰਦੇ ਨੇ ਕਿ ਫੈਮਿਲੀ, ਹੋਰ ਕਹਿਣਾ ਕੀ ਹੈ। ਤੇ ਟਰੂਡੋ ਦਾ ਟਵੀਟ ਲਿਖਣਾ, ਥੈਂਕ ਯੂ ਫਾਰ ਯੂਅਰ ਫਰੈਂਡਸ਼ਿਪ, ਉਹ ਵੀ ਕੁਛ ਦੱਸਦਾ। ਨਿਕਲਣ ਵਾਲਾ ਕੁਝ ਨਾ ਕੁਛ ਇਸ ਨਿਕਲੇਗਾ, ਗੱਲਾਂ ਕੱਢ ਲੈਣੀਆਂ। ਬਲੈਕ ਲੌਕ ਵਾਲੇ ਲਿਖ ਰਹੇ ਨੇ ਕਿ $1 ਬਿਲੀਅਨ ਦੇ ਕਰੀਬ ਇੱਕ ਕਲਸਟਰ ਜਿਹੜਾ ਬਣਾਇਆ ਸੀ ਵੀ 50,000 ਨੌਕਰੀਆਂ ਮੈਂ ਪੈਦਾ ਕਰਾਂਗਾ ਪਿਛਲੇ 4-5 ਸਾਲਾਂ 'ਚ, ਉਹਦੇ 'ਚ ਵੀ ਕੋਈ ਨੌਕਰੀ ਨਹੀਂ। ਵਿੱਚੇ ਗੱਲ ਚੱਲ ਰਹੀ ਹੈ ਕਿ ਟੈਸਟਿੰਗ ਕਿਟਸ ਨੇ 290 ਮਿਲੀਅਨ ਦੀਆਂ ਆਰਡਰ ਹੋਈਆਂ। ਉਹ ਟੈਸਟਿੰਗ ਕਿਟਸ ਨੇ ਜਿਹੜੀਆਂ ਉਹ ਜਰਮਨੀ ਤੋਂ ਚੱਕ ਲਿਆਂਦੀਆਂ, ਜਿਹੜੀਆਂ ਰਿਜੈਕਟਡ ਸੀ, ਚੀਨ ਦੀਆਂ ਬਣੀਆਂ, ਪਰ ਹਲੇ ਪੁਖਤਾ ਕੋਈ ਗੱਲ ਨਹੀਂ। ਪਰ ਇਹ ਵੀ ਨਹੀਂ ਹੈ ਵੀ ਸਿੱਧਿਆਂ ਤਰੀਕਿਆਂ ਨਾਲ ਸਟੈਪ ਡਾਊਨ ਹੋਇਆ, ਕਿਉਂਕਿ ਉਹਨਾਂ ਦਾ ਬੜਾ ਬਰਾਈਟ ਫਿਊਚਰ ਸੀ ਹਲੇ ਲਿਬਰਲ ਪਾਰਟੀ 'ਚ, ਤੇ ਟਰੂਡੋ ਉਹਨਾਂ ਬਿਨਾਂ ਸਾਹ ਨਹੀਂ ਸੀ ਲੈਂਦਾ ਪੀਲ ਰੀਜਨ ਦੇ ਵਿੱਚ ਤੇ ਰਾਦਰ ਓਨਟਾਰੀਓ ਦੇ ਵਿੱਚ। ਉਹਨਾਂ ਦਾ ਜਾਣਾ ਨਵਦੀਪ ਬੈਂਸ ਉਹਨਾਂ ਦਾ ਕੁਝ ਨਾ ਕੁਝ ਅਲਾਰਮਿੰਗ ਹੈ, ਤੇ ਦੇਖਾਂਗੇ ਆਲੇ ਦੁਆਲਿਓਂ ਗੱਲਾਂ ਕਰਕੇ। ਤੇ punjabradio.ca ਤੇ ਸਿੱਧਾ ਪ੍ਰਸਾਰਣ ਚੱਲ ਰਿਹਾ। ਪ੍ਰੋਗਰਾਮ ਰਹਿ ਜੇ ਨਾ ਸੁਣ ਹੁੰਦਾ ਹੋਵੇ, ਕਿਉਂਕਿ ਹਲੇ ਐਪ ਨਹੀਂ, ਸਿੰਪਲ ਰੇਡੀਓ ਦਾ ਇੱਕ ਐਪ ਹੈ, ਪਲੀਜ਼ ਦੱਸ ਦਿਓ ਇੱਕ ਦੂਜੇ ਨੂੰ। ਮੁੜ ਕੇ ਇੱਕੋ ਹੀ ਗੱਲ ਹੁੰਦੀ ਆ ਹਰ ਰੋਜ਼, ਐਪ ਨਹੀਂ ਆਇਆ। ਸਿੰਪਲ ਰੇਡੀਓ ਤੇ ਜਦ ਤੱਕ ਸੁਣ ਲਓ, ਫਿਰ ਜਦ ਆ ਜਾਏਗਾ ਐਪ ਤਾਂ ਤੁਸੀਂ ਡਾਊਨਲੋਡ ਕਰ ਲਿਓ। 604-204-0600 6042040600 ਇਹ ਆਉਣੇ ਨੰਬਰ ਹੈ। 604-729-1224 ਮੇਰਾ WhatsApp ਤੇ ਟੈਕਸਟ ਲਈ ਨੰਬਰ ਹੈ। ਇੱਥੇ ਤੁਸੀਂ ਕਦੇ ਵੀ ਕੋਈ ਵੀ ਸੁਨੇਹਾ ਸ਼ੋਅ ਦੇ ਦੌਰਾਨ ਵੀ ਭੇਜ ਸਕਦੇ। ਤੇਰਾ ਸਾਥ ਜਿਵੇਂ ਕੱਚੀ ਕੰਧ ਤੋਂ ਕੋਈ ਚਿੱਟਾ ਕੁੱਕੜ ਉੱਡਿਆ ਹੋਵੇ, ਜਿਵੇਂ
ਕਰੀਰ ਦੀਆਂ ਝਿੰਗਾਂ ਤੇ ਸੇਵੀਆਂ ਸੁੱਕੀਆਂ ਪਾਈਆਂ ਹੋਣ, ਜਿਵੇਂ ਫੁੱਲਾਂ ਵਾਲੇ ਪਾਣੀ 'ਚ ਸੁਪਨਿਆਂ ਵਰਗੀਆਂ ਬੱਤਕਾਂ ਤਰਦੀਆਂ ਹੋਣ, ਜਿਵੇਂ ਛਟੀਆਂ ਦੀ ਅੱਗ ਤੇ ਛੋਲਿਆਂ ਦੀਆਂ ਟਾਟਾਂ ਭੁੱਜ ਰਹੀਆਂ ਹੋਣ, ਜਿਵੇਂ ਕਿਸੇ ਬੁੱਢੀ ਮਸੀਹ 'ਚ ਤੋਤੇ ਅਤੇ ਕਬੂਤਰ ਖੇਡ ਰਹੇ ਹੋਣ, ਜਿਵੇਂ ਸਿਆੜਾਂ 'ਚ ਪੰਛੀ ਉਤਰੇ ਹੋਣ, ਜਿਵੇਂ ਪੱਕਦੀਆਂ ਰੋਟੀਆਂ ਦੀ ਮਹਿਕ ਉੱਡ ਰਹੀ ਹੋਵੇ, ਜਾਂ ਜਿਵੇਂ ਕਿਸੇ ਰਕਾਨ ਜਿਹੀ ਜੱਟੀ ਨੇ ਥੋੜ੍ਹਾ ਜਿਹਾ ਸਿਰ ਹਿਲਾਇਆ ਹੋਵੇ, ਬਾਲੀਆਂ ਦੇ ਕੁੰਡਿਆਂ ਵਿੱਚ ਪਾਈਆਂ ਪਿੱਪਲ ਪੱਤੀਆਂ ਆਪਸ 'ਚ ਹਲਕਾ ਹਲਕਾ ਵੱਜਦੀਆਂ ਹੋਣ। ਤੇਰਾ ਸਾਥ ਬਿਆਨਣ ਲਈ ਜਿਵੇਂ ਹਾਲੇ ਵੀ ਕੱਚ ਹੈ, ਸ਼ਾਹੀ ਸ਼ਬਦ ਨਿਰਾਲੇ ਅੱਖਰ ਸੰਦਲੀ ਸੱਤਰ ਕਥਾਵਾਂ ਕਿੱਥੇ ਅੱਜ ਫੇਰ ਮਾਰ ਖਾ ਗਏ। ਭਲਾ ਕੱਚੀ ਕੰਧ ਤੋਂ ਉੱਡੇ ਕੁੱਕੜ ਨੂੰ ਭਾਸ਼ਾ 'ਚ ਕਿਵੇਂ ਬੰਨ੍ਹਿਆ ਜਾ ਸਕਦਾ ਹੈ? ਹਰਮਨਜੀਤ ਲਿਖਦਾ ਹੈ। ਨਵਕਿੰਨ ਸਿੰਘ ਪੱਤੀ ਸਿੰਘੂ ਤੇ ਕੁੰਡਲੀ ਬਾਰਡਰ ਤੋਂ ਮੇਰੇ ਨਾਲ ਨੇ। ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ, ਸਭ ਤੋਂ ਪਹਿਲਾਂ ਤੁਹਾਨੂੰ ਤੇ ਰੇਡੀਓ ਸ਼ੇਰੇ ਪੰਜਾਬ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਗਿੱਲ ਸਾਹਿਬ। ਅੱਛਾ, ਮੈਨੂੰ ਇਹ ਦੱਸਿਓ ਕਿ ਜਿਹੜੀ ਕਮੇਟੀ ਤੇ ਸਰਕਾਰ ਦੀ ਤੇ ਸੁਪਰੀਮ ਕੋਰਟ ਨੇ ਰੋਕ ਜਿਹੜੀ ਲਾਈ ਆ, ਬਣਾਈ ਕਮੇਟੀ ਤੇ 2 ਮਹੀਨਿਆਂ ਦੀ ਰਿਪੋਰਟ, ਇਹ ਕੰਮ ਕਿਤੇ ਆਵਾ ਠੰਡਾ ਕਰਨ ਦੀ ਕੋਸ਼ਿਸ਼ ਤਾਂ ਨਹੀਂ ਵੀ 2 ਮਹੀਨਿਆਂ ਤੱਕ ਬੈਠੇ ਮੁੜ ਜਾਣਗੇ ਤੇ ਫਿਰ ਕਮੇਟੀ ਕਹਿ ਦੂ ਵੀ ਨਹੀਂ ਇਹ ਤਾਂ ਕਾਨੂੰਨ ਤੁਹਾਡੇ ਸਹੀ ਨੇ? ਤੇ ਕੀ ਇਹਦੇ ਨਾਲ ਪ੍ਰਤੀਕਰਮ ਕੀ ਹੈ? ਜੀ ਗਿੱਲ ਸਾਹਿਬ, ਦੇਖੋ ਆਪਾਂ ਸਭ ਤੋਂ ਵੱਧ ਦਰਦ ਹੰਢਾਇਆ ਕਮੇਟੀਆਂ ਦਾ। ਕਮੇਟੀ ਬਣਾਈ, ਆਪਾਂ ਕਮਿਸ਼ਨਾਂ ਦਾ ਦਰਦ ਹੰਢਾਇਆਗਾ। ਆਪਣੇ ਨਾਲੋਂ ਵੱਧ ਕੌਣ ਇਹ ਗੱਲ ਜਾਣ ਸਕਦਾ ਕਿ 1984 ਦੇ ਵਿੱਚ ਜਿਹੜੀਆਂ ਕਮੇਟੀਆਂ ਬਣਾਈਆਂ, ਕਮਿਸ਼ਨ ਬਣਾਏ, ਅੱਜ ਤੱਕ 36 ਸਾਲਾਂ ਬਾਅਦ ਵੀ ਉਹਨਾਂ ਦੇ ਇਨਸਾਫ ਨੇ ਜਿਹੜੇ ਉਹ ਨਹੀਂ ਮਿਲ ਪਾਏ। ਸੋ ਇਸ ਕਰਕੇ ਜਦੋਂ ਅਦਾਲਤਾਂ ਕਮਿਸ਼ਨ ਬਣਾਉਂਦੀਆਂ ਨੇ, ਜਦੋਂ ਅਦਾਲਤਾਂ ਕਮੇਟੀਆਂ ਬਣਾਉਂਦੀਆਂ ਨੇ, ਤਾਂ ਉਹਨਾਂ ਕਮਿਸ਼ਨਾਂ ਕਮੇਟੀਆਂ ਦੇ ਵਿੱਚੋਂ ਕੀ ਨਿਕਲਦਾ ਉਹ ਆਪਣੇ ਲੋਕਾਂ ਨੇ ਬਿਲਕੁਲ ਹੱਡੀ ਹੰਢਾਇਆ ਹੋਇਆ। ਸੋ ਇਸ ਕਰਕੇ ਆਪਾਂ ਨੂੰ ਤਾਂ ਇਹ ਗੱਲਾਂ ਪਤਾ ਨੇ, ਇਸੇ ਕਰਕੇ ਇਹ ਖਦਸ਼ੇ ਨੇ ਜਿਹੜੇ ਉਹ ਜ਼ਾਹਰ ਕੀਤੇ ਜਾ ਰਹੇ ਸੀ ਇਸ ਕਮੇਟੀ ਦੇ ਉੱਤੇ, ਇਸ ਜਿਹੜੀ ਬਣਾਈ ਹੈ। ਸੋ ਸੁਪਰੀਮ ਕੋਰਟ ਨੇ ਗਿੱਲ ਸਾਹਿਬ ਜਿਹੜੀ ਕੱਲ ਸੁਣਵਾਈ ਹੋਈ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਕਮੇਟੀ ਬਣਾਉਣ ਜਾ ਰਹੇ ਹਾਂ। ਉਹਨਾਂ ਨੇ ਕਿਸਾਨ ਆਗੂਆਂ ਨੂੰ ਕਿਹਾ ਕਿ ਕਮੇਟੀ ਦੇ ਵਿੱਚ ਆਓ, ਲੇਕਿਨ ਪੰਜਾਬ ਦੇ ਔਰ ਜਿੰਨੇ ਵੀ ਇੱਥੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਨੇ ਉਹਨਾਂ ਸਾਰਿਆਂ ਨੇ ਰੱਦ ਕਰਤਾ ਵੀ ਅਸੀਂ ਕਿਸੇ ਕਮੇਟੀ ਦੇ ਮੈਂਬਰ ਨਹੀਂ ਬਣਨਾ, ਸਾਨੂੰ ਸੁਪਰੀਮ ਕੋਰਟ ਰਾਹੀਂ ਮਸਲਾ ਹੱਲ ਨਹੀਂ ਕਰਾਉਣਾ। ਜਦੋਂ ਇਹ ਬਾਹਰ ਆ ਗਏ ਗਿੱਲ ਸਾਹਿਬ, ਔਰ ਪਟੀਸ਼ਨਾਂ ਜਿਹੜੀਆਂ ਸੁਪਰੀਮ ਕੋਰਟ ਦੇ ਵਿੱਚ ਪਈਆਂ, ਉਹਨਾਂ ਦੇ ਵਿੱਚੋਂ ਕਿਸਾਨ ਜਥੇਬੰਦੀਆਂ ਨੇ ਕੋਈ ਪਟੀਸ਼ਨ ਨਹੀਂ ਪਾਈ ਬੇਸਿਕਲੀ, ਔਰ ਨਾ ਹੀ ਕੋਈ ਖੇਤੀ ਕਾਨੂੰਨਾਂ ਦੇ ਮਸਲੇ ਦੇ ਉੱਤੇ ਪਟੀਸ਼ਨ ਗਈ। ਇੱਕ ਇਤਫਾਕ ਹਾਸੋਹੀਣੀ ਗੱਲ ਇਹ ਵੀ ਹੋ ਗਈ ਗਿੱਲ ਸਾਹਿਬ, ਜਿਹੜੀਆਂ ਪਟੀਸ਼ਨਾਂ ਪਵਾਈਆਂ ਤਾਂ ਸਾਰੀਆਂ ਆਪਾਂ ਨੂੰ ਪਤਾ ਸਰਕਾਰ ਨੇ, ਕਿਉਂਕਿ ਜਿਹੜੇ ਵਕੀਲ ਉਹ ਪਟੀਸ਼ਨਾਂ ਦੇ ਉੱਤੇ ਸੀ, ਉਹ ਵਕੀਲ ਬਹੁਤ ਮਹਿੰਗੇ ਵਕੀਲ ਨੇ। ਆਮ ਲੋਕ ਜਿਹੜੇ ਪਟੀਸ਼ਨਾਂ ਪਾਉਣ ਵਾਲੇ ਨੇ ਉਹ ਇੰਨੇ ਮਹਿੰਗੇ ਵਕੀਲ ਨਹੀਂ ਹਾਇਰ ਕਰ ਸਕਦੇ। ਸੋ ਜਿੱਥੋਂ ਇਹ ਖਦਸ਼ੇ ਸੀ, ਲੇਕਿਨ ਇੱਕ ਵੀ ਪਟੀਸ਼ਨ ਇਹ ਨਹੀਂ ਗਈ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਗਿੱਲ ਸਾਹਿਬ ਜਿਹੜੀਆਂ ਗੱਲਾਂ ਕੁਝ ਕਮੈਂਟ ਕੀਤੇ, ਉਹ ਕਮੈਂਟ ਬਾ ਕਮਾਲ ਨੇ। ਮਤਲਬ ਉਹਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ, ਉਹ ਕਹਿੰਦੇ ਸਾਡੇ ਕੋਲ ਕੋਈ ਪਟੀਸ਼ਨ ਇਹੀ ਜਿਹੀ ਨਹੀਂ ਆਈ ਜਿਹੜੀ ਇਹ ਕਹਿੰਦੀ ਹੋਵੇ ਖੇਤੀ ਕਾਨੂੰਨ ਸਹੀ ਨੇ। ਕੁਝ ਪਟੀਸ਼ਨਾਂ ਇਹ ਗਈਆਂ ਵੀ ਕਿਸਾਨਾਂ ਨੂੰ ਇੱਥੋਂ ਉਠਾਓ, ਕੁਝ ਪਟੀਸ਼ਨਾਂ ਇਹ ਗਈਆਂ ਵੀ ਹਿੰਸਾ ਹੋ ਸਕਦੀ ਆ, ਕੁਝ ਪਟੀਸ਼ਨਾਂ ਇਹ ਗਈਆਂ ਕਿ ਇਸ ਮਸਲੇ ਦਾ ਹੱਲ ਕਰੋ, ਕੁਝ ਪਟੀਸ਼ਨਾਂ ਇਹ ਗਈਆਂ ਕਿ 26 ਜਨਵਰੀ ਨੂੰ ਇਹ ਹਿੰਸਾ ਕਰ ਸਕਦੇ ਨੇ। ਸੋ ਲੇਕਿਨ ਇੱਕ ਵੀ ਪਟੀਸ਼ਨ ਇਸ ਵਿਸ਼ੇ ਦੇ ਉੱਤੇ ਨਹੀਂ ਗਈ ਕਿ ਖੇਤੀ ਕਾਨੂੰਨ ਸਹੀ ਨੇ। ਅਦਾਲਤ ਦੀ ਕਾਰਵਾਈ ਗਿੱਲ ਸਾਹਿਬ 2 ਦਿਨ ਚੱਲੀ, ਕੱਲ ਚੱਲੀ, ਅੱਜ ਚੱਲੀ। ਕਾਰਵਾਈ ਤੋਂ ਬਾਅਦ ਅਦਾਲਤ ਨੇ 2 ਵੱਡੇ ਫੈਸਲੇ ਨੇ ਜਿਹੜੇ ਉਹ ਲਏ ਨੇ। ਇੱਕ ਫੈਸਲਾ ਤਾਂ ਇਹ ਲਿਆਗਾ ਕਿ ਜਿਹੜੇ ਖੇਤੀ ਕਾਨੂੰਨ ਨੇ ਉਹਨਾਂ ਦੇ ਉੱਤੇ ਸਟੇ ਕਰ ਦਿੱਤੀ ਆ ਸੁਪਰੀਮ ਕੋਰਟ ਨੇ, ਔਰ ਸੁਪਰੀਮ ਕੋਰਟ ਨੇ ਉਹਦੇ ਉੱਤੇ ਸਟੇ ਕਰਨ ਤੋਂ ਬਾਅਦ ਦੂਸਰਾ ਫੈਸਲਾ ਗਾ ਜਿਹੜਾ ਉਹ ਇਹ ਲਿਆਗਾ ਕਿ ਇੱਕ ਤਾਂ 3 ਖੇਤੀ ਕਾਨੂੰਨਾਂ ਦੇ ਅਮਲਿਆਂ ਦੇ ਉੱਤੇ ਰੋਕ ਆ ਜਿਹੜੀ ਉਹ ਲਾਈ ਆ, ਸਟੇ ਕੀਤੀ ਆ। ਦੂਸਰਾ ਜਿਹੜਾ ਉਹ ਕਹਿੰਦੇ ਸੁਪਰੀਮ ਕੋਰਟ ਕਹਿੰਦੀ ਹੈ ਕਿ ਘੱਟੋ ਘੱਟ ਸਮਰਥਨ ਮੁੱਲ ਆ, ਯਾਨੀ ਕਿ ਜਿਹੜੀ MSP ਦੀ ਵਿਵਸਥਾ ਗਈ ਉਹਨੂੰ ਕਾਨੂੰਨ ਪਾਸ ਹੋਣ ਤੋਂ ਬਾਅਦ ਵੀ ਪਹਿਲਾਂ ਵਾਂਗ ਚੱਲਦਾ ਰੱਖਿਆ ਜਾਊਗਾ। ਤੀਸਰੀ ਗੱਲ ਸੁਪਰੀਮ ਕੋਰਟ ਨੇ ਕਹੀ ਆ ਕਿ ਇਹਨਾਂ ਕਾਨੂੰਨਾਂ ਦੇ ਤਹਿਤ ਕੀਤੀ ਗਈ ਕਿਸੇ ਵੀ ਕਾਰਵਾਈ ਦੇ ਸਿੱਟੇ ਵਜੋਂ ਕਿਸੇ ਵੀ ਕਿਸਾਨ ਨੂੰ ਉਹਦੀ ਜ਼ਮੀਨ ਤੋਂ ਵਾਂਝਾ ਜਾਂ ਬੇਦਖਲ ਨਹੀਂ ਹੋਣ ਦਿੱਤਾ ਜਾਏਗਾ। ਅਗਲੀ ਗੱਲ ਇਹ ਕੀਤੀ ਆ ਵੀ 4 ਮੈਂਬਰੀ ਕਮੇਟੀ ਬਣਾਈ ਆ ਗਿੱਲ ਸਾਹਿਬ, ਔਰ ਉਹ 4 ਮੈਂਬਰੀ ਕਮੇਟੀ ਦੇ ਵਿੱਚ ਇੱਕ ਬੰਦਾ ਆਪਣੇ ਪੰਜਾਬ ਦਾ, 3 ਬਾਹਰਲੇ ਨੇ। ਉਹ ਕਮੇਟੀ ਦੇ ਵਿੱਚ ਪੰਜਾਬ ਤੋਂ ਭੁਪਿੰਦਰ ਸਿੰਘ ਮਾਨ ਹੈ, ਆਪਾਂ ਅੱਗੇ ਚੱਲ ਕੇ ਦੇਖਦੇ ਹਾਂ ਕੌਣ ਹੈ ਵਿਅਕਤੀ, ਔਰ ਪ੍ਰਮੋਦ ਕੁਮਾਰ ਜੋਸ਼ੀ ਹੈ, ਤੀਸਰਾ ਅਸ਼ੋਕ ਗੁਲਾਟੀ ਹੈ ਤੇ ਚੌਥਾ ਅਨਿਲ ਘਣਵਤ ਹੈ। ਇਹ 4 ਮੈਂਬਰੀ ਕਮੇਟੀ ਆ, ਔਰ ਇਹ 4 ਮੈਂਬਰਾਂ ਦੇ ਵਿੱਚੋਂ 3 ਮੈਂਬਰ ਉਹ ਨੇ ਜਿਹੜੇ ਉਸ ਦਿਨ ਦੇ ਗੱਲ ਦਾ ਰੌਲਾ ਪਾਉਣ ਲੱਗੇ ਹੋਏ ਨੇ ਕਿ ਖੇਤੀ ਕਾਨੂੰਨ ਸਹੀ ਨੇ। ਸੋ ਇੱਥੋਂ ਆਪਾਂ ਕਮੇਟੀ ਦਾ ਮਤਲਬ ਜਿਹੜਾ ਕਿਰਦਾਰ ਹੈ, ਜੋ ਕਮੇਟੀ ਦਾ ਬਣਤਰ ਆ, ਉਹ ਸਮਝ ਸਕਦੇ ਹਾਂ ਕਿ ਕਿਸ ਤਰੀਕੇ ਦੀ ਉਹਨਾਂ ਨੇ ਬਣਾਈ ਗਈ ਹੈ। ਕਮੇਟੀ ਨੂੰ ਕੰਮ ਕਰਨ ਲਈ ਕਹਿੰਦੇ ਸੁਪਰੀਮ ਕੋਰਟ ਨੇ ਜਿਹੜੇ ਹੁਕਮ ਕੀਤੇ ਨੇ ਉਹ ਇਹ ਕੀਤੇ ਨੇ ਕਿ ਦਿੱਲੀ ਦੇ ਵਿੱਚ ਸਰਕਾਰ ਥਾਂ ਮੁਹੱਈਆ ਕਰਾਊ, ਉਹਨਾਂ ਦਾ ਖਰਚਾ ਪਾਣੀ ਚੁੱਕੂਗੀ। ਜਾਣੀ ਕਿ ਕਮੇਟੀਆਂ ਦੇ ਉੱਤੇ ਖਰਚੇ ਆਪਾਂ ਨੂੰ ਪਤਾ ਕਿੰਨੇ ਹੁੰਦੇ ਨੇ।
ਕਿਸਾਨ ਸੰਗਠਨਾਂ ਦੇ ਪ੍ਰਤੀਨਿਧੀ ਚਾਹੁਣ ਤਾਂ ਕਹਿੰਦੇ ਉਹ ਵਿਰੋਧ ਪ੍ਰਦਰਸ਼ਨ ਜਾਰੀ ਰੱਖ ਸਕਦੇ ਆ। ਸੁਪਰੀਮ ਕੋਰਟ ਦਾ ਫੈਸਲਾ ਅੱਜ ਦਾ, ਭਾਵੇਂ ਉਹ ਇਹਨਾਂ ਕਾਨੂੰਨਾਂ ਦੇ ਹੱਕ 'ਚ ਹੋਣ ਜਾਂ ਵਿਰੋਧ 'ਚ, ਉਹ ਆਪਣੀ ਗੱਲ ਰੱਖਣ ਲਈ ਕਮੇਟੀ ਸਾਹਮਣੇ ਪੇਸ਼ ਹੋਣ। ਅਗਲਾ ਜਿਹੜਾ ਪੁਆਇੰਟ ਸੁਪਰੀਮ ਕੋਰਟ ਨੇ ਛੂਹਿਆ ਉਹ ਹੈਗਾ, ਕਮੇਟੀ 2 ਮਹੀਨਿਆਂ ਦੇ ਅੰਦਰ ਸੁਪਰੀਮ ਕੋਰਟ ਨੂੰ ਆਪਣੀ ਰਿਪੋਰਟ ਦਰਜ ਕਰਾਊਗੀ ਔਰ ਕਮੇਟੀ ਦੀ ਪਹਿਲੀ ਬੈਠਕ ਹੈਗੀ ਜਿਹੜੀ ਉਹ 10 ਦਿਨਾਂ ਦੇ ਵਿੱਚ ਹੋਵੇਗੀ। ਇਹ ਸੁਪਰੀਮ ਕੋਰਟ ਨੇ ਗਿੱਲ ਸਾਹਿਬ ਜਿਹੜੇ ਪੁਆਇੰਟ ਨੇ ਉਹ ਰੱਖੇ ਨੇ। ਲੇਕਿਨ ਕਿਸਾਨਾਂ ਨੇ ਉਸ ਤੋਂ ਬਾਅਦ ਮੀਟਿੰਗ ਕੀਤੀ। ਮੀਟਿੰਗ ਤੋਂ ਬਾਅਦ ਬਲਵੀਰ ਸਿੰਘ ਰਾਜੇਵਾਲ ਤੇ ਡਾਕਟਰ ਦਰਸ਼ਨਪਾਲ ਨੇ ਜੋ ਮੀਡੀਆ ਨੂੰ ਕਹੀਆਂ, ਉਹ 10 ਗੱਲਾਂ ਉਹਨਾਂ ਨੇ ਮੇਨਲੀ ਕਹੀਆਂ। ਇੱਕ ਤਾਂ ਇਹ ਕਿ ਉਹਨਾਂ ਨੇ ਕਿਹਾ ਕਿ ਸਾਨੂੰ ਮੀਡੀਆ ਰਾਹੀਂ ਹੀ ਪਤਾ ਲੱਗਿਆ ਜੋ ਸੁਪਰੀਮ ਕੋਰਟ ਦਾ ਫੈਸਲਾ ਆਇਆ। ਦੂਸਰਾ ਉਹਨਾਂ ਨੇ ਇਹ ਕਿਹਾ ਕਿ ਸਰਕਾਰ ਆਪਣੇ ਉੱਤੋਂ ਦਬਾਅ ਘਟਾਉਣ ਲਈ ਸੁਪਰੀਮ ਕੋਰਟ ਰਾਹੀਂ ਅੱਗੇ ਆ ਰਹੀ ਹੈ। ਬੇਸਿਕਲੀ ਇਹ ਸਾਰਾ ਸਰਕਾਰ ਦਾ ਕੀਤਾ ਕਰਾਇਆ। ਅਗਲੀ ਗੱਲ ਉਹਨਾਂ ਨੇ ਕਹੀ ਆ ਕਿ ਅਸੀਂ ਕਮੇਟੀ ਨੂੰ ਨਹੀਂ ਮੰਨਦੇ, ਅਸੀਂ ਇਸ ਕਮੇਟੀ ਨੂੰ ਸਿੱਧੇ ਜਾਂ ਸਿੱਧੇ ਢੰਗ ਦੇ ਨਾਲ ਕੋਈ ਮਾਨਤਾ ਨਹੀਂ ਦਿੰਦੇ ਔਰ ਇਹਦੇ ਸਾਰੇ ਮੈਂਬਰ ਨੇ ਜਿਹੜੇ ਸਰਕਾਰ ਹਮਾਇਤੀ ਨੇ। ਕਮੇਟੀ 'ਚ ਕੋਈ ਵੀ ਮੈਂਬਰ ਹੋਵੇ ਕਹਿੰਦੇ ਅਸੀਂ ਉਹਦਾ ਖਿਲਾਫ ਹਾਂ, ਅਸੀਂ ਉਹਦੇ ਪੱਖ 'ਚ ਨਹੀਂ ਹੈਗੇ। ਅਗਲੀ ਗੱਲ ਇਹਨਾਂ ਨੇ ਕਹੀ ਆ ਕਿ 26 ਜਨਵਰੀ ਦਾ ਪ੍ਰੋਗਰਾਮ ਹਰ ਹਾਲਤ 'ਚ ਹੋਊਗਾ ਔਰ ਇਹ ਸ਼ਾਂਤਮਈ ਬਣਾ ਕੇ ਅਸੀਂ ਰੱਖਾਂਗੇ, ਇਹ ਅਸੀਂ ਕੋਸ਼ਿਸ਼ ਕਰਾਂਗੇ, ਹਿੰਸਾ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਅਗਲੀ ਗੱਲ ਇਹਨਾਂ ਨੇ ਕਹੀ ਆ ਕਿ ਕਾਨੂੰਨਾਂ ਦੇ ਹੱਕ ਦੇ ਵਿੱਚ ਜਿਹੜੇ ਇਹ ਖੁੱਲ੍ਹੇਆਮ ਸਾਰੇ ਮੈਂਬਰ ਬੋਲਦੇ ਸੀ ਚਾਰੇ, ਉਹਨਾਂ ਨੂੰ ਕਮੇਟੀ 'ਚ ਲੈਣ ਦਾ ਮਤਲਬ ਆ ਇਸ ਅੰਦੋਲਨ ਨੂੰ ਠੰਡੇ ਵਸਤੇ 'ਚ ਪਾਉਣਾ। ਅਗਲੀ ਗੱਲ ਜਿਹੜੀ ਕਿਸਾਨ ਆਗੂਆਂ ਨੇ ਕਹੀ ਆ ਕਿ ਸੰਘਰਸ਼ ਇੱਥੇ ਹੀ ਇਸੇ ਰੂਪ ਦੇ ਵਿੱਚ ਜਾਰੀ ਰਹੂਗਾ, ਸੰਘਰਸ਼ ਤੋਂ 1 ਇੰਚ ਵੀ ਪਿੱਛੇ ਹਟਣ ਦਾ ਜਿਹੜਾ ਉਹ ਕੋਈ ਮਤਲਬ ਨਹੀਂ। ਇੱਕ ਗੱਲ ਸਾਹਿਬ, ਸੁਪਰੀਮ ਕੋਰਟ ਦੇ ਵਿੱਚ ਜਿਹੜੀ ਗੱਲ ਕਹੀ ਹੈਗੀ, ਜਿਵੇਂ ਕੱਲ ਵੀ ਚਰਚਾ ਚੱਲੀ ਕਿ 10-10 ਹਜ਼ਾਰ ਰੁਪਏ ਦੇ ਉੱਤੇ ਜਿਹੜੇ ਉਹ ਵਿਦੇਸ਼ ਦੇ ਵਿੱਚ ਖਾਸ ਕਰਕੇ ਕੈਨੇਡਾ ਦਾ ਜ਼ਿਕਰ ਕੀਤਾ ਗਿਆ ਕਿ ਉੱਥੋਂ ਬੰਦੇ ਭੇਜੇ ਜਾਂਦੇ ਨੇ ਕਿਸਾਨ ਸੰਘਰਸ਼ ਦੇ ਵਿੱਚ। ਅੱਜ ਫੇਰ ਉੱਥੇ ਗੱਲ ਆ ਜਿਹੜੀ ਉਹ ਖਾਲਿਸਤਾਨ ਦੀ ਕੀਤੀ ਗਈ ਕਿ ਖਾਲਿਸਤਾਨ ਦੇ ਸਮਰਥਕ ਨੇ ਜਿਹੜੇ ਇੱਥੇ ਪਹੁੰਚੇ ਨੇ ਔਰ ਅਦਾਲਤ ਨੇ ਕਿਹਾ ਕਿ ਤੁਸੀਂ ਦਾਖਲ ਕਰੋ ਇਹਦਾ ਲਿਖਤੀ। ਤਾਂ ਕੱਲ ਨੂੰ ਸ਼ਾਇਦ ਲਿਖਤੀ ਇਸ ਵਿਸ਼ੇ ਦੇ ਉੱਤੇ ਹੋਰ ਵੀ ਵੱਡੇ ਰੂਪ ਦੇ ਵਿੱਚ ਸਰਕਾਰ ਆ ਜਿਹੜੀ ਉਹ ਅਦਾਲਤ ਜਾ ਸਕਦੀ ਆ। ਇੱਧਰ ਦਰਸ਼ਨਪਾਲ ਨੇ ਕਿਹਾ ਗਾ ਖਾਲਿਸਤਾਨ ਬਾਰੇ ਬੋਲਦਿਆਂ ਕਿ ਅਦਾਲਤ ਦੇ ਵਿੱਚ ਸਰਕਾਰ ਕਈ ਪ੍ਰਕਾਰ ਦੇ ਇਲਜ਼ਾਮ ਲਾ ਰਹੀ ਆ ਔਰ ਉਹ ਕਹਿੰਦੇ ਸਰਕਾਰ ਸ਼ੁਰੂ ਤੋਂ ਇਹ ਕਰ ਰਹੀ ਆ, ਅਸੀਂ ਸਰਕਾਰ ਦੀ ਇਸ ਕਾਰਵਾਈ ਨੂੰ ਬਿਲਕੁਲ ਠੀਕ ਆ ਜਿਹੜਾ ਉਹ ਨਹੀਂ ਮੰਨਦੇ। ਇਹ ਸਰਕਾਰ ਦੀ ਕਾਰਵਾਈ ਆ ਜਿਹੜੀ ਉਹ ਗਲਤ ਆ ਗਈ। ਔਰ ਬਲਵੀਰ ਸਿੰਘ ਰਾਜੇਵਾਲ ਨੇ ਵੀ ਕਿਹਾ ਵੀ ਸੁਪਰੀਮ ਕੋਰਟ ਕੋਲੋਂ ਸੀ ਕੋਈ ਜਿਹੀ ਕਮੇਟੀ ਨਹੀਂ ਮੰਗੀ ਸੀ, ਇਹ ਸਾਰਾ ਸਰਕਾਰੀ ਤੰਤਰ ਦਾ ਜਿਹੜਾ ਖੇਡ ਉਹ ਨਜ਼ਰ ਆ ਰਿਹਾ ਹੈ। ਸੋ ਇਸ ਕਰਕੇ 2 ਵੱਡੀਆਂ ਘਟਨਾਵਾਂ ਅੱਜ ਗਿੱਲ ਸਾਹਿਬ ਵਾਪਰੀਆਂ ਕਿ ਸੁਪਰੀਮ ਕੋਰਟ ਨੇ 2 ਵੱਡੇ ਫੈਸਲੇ ਲਏ। ਇੱਕ ਖੇਤੀ ਕਾਨੂੰਨਾਂ ਨੂੰ ਸਟੇ ਕਰਤਾ, ਦੂਸਰਾ 4 ਮੈਂਬਰੀ ਕਮੇਟੀ ਬਣਾਤੀ ਔਰ ਇੱਧਰੋਂ ਕਿਸਾਨ ਆਗੂਆਂ ਨੇ ਸਰਕਾਰ ਸੁਪਰੀਮ ਕੋਰਟ ਦੀ ਬਣਾਈ ਹੋਈ ਕਮੇਟੀ ਨੂੰ ਮਾਨਤਾ ਨਹੀਂ ਦਿੱਤੀ ਔਰ ਉਹਨੂੰ ਰਿਜੈਕਟ ਕੀਤਾ ਤੇ ਕਿਹਾ ਗਾ ਕਿ ਇਹ ਅਸਲ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਠੰਡੇ ਵਸਤੇ 'ਚ ਸਾਰੇ ਮਸਲੇ ਨੂੰ ਪਾਉਣ ਦੀ ਇੱਕ ਕਾਰਵਾਈ ਤੋਂ ਵੱਧ ਕੁਛ ਨਹੀਂ ਹੈ। ਤੇ ਕਿਸਾਨ ਆਗੂਆਂ ਨੇ ਸਪਸ਼ਟ ਕੀਤਾ ਕਿ ਅੰਦੋਲਨ ਇਸੇ ਰੂਪ ਦੇ ਵਿੱਚ ਇਸੇ ਥਾਂ ਦੇ ਉੱਤੇ ਜਾਰੀ ਰਹੂਗਾ। 26 ਜਨਵਰੀ ਨੂੰ ਹਰ ਹਾਲਤ 'ਚ ਟਰੈਕਟਰ ਮਾਰਚ ਆ ਜਿਹੜਾ ਉਹ ਦਿੱਲੀ ਦੀਆਂ ਸੜਕਾਂ ਤੇ ਹੋਊਗਾ। ਜੀ, ਜਿਹੜੀਆਂ 2 ਚੀਜ਼ਾਂ, ਇੱਕ ਤਾਂ ਖਾਲਿਸਤਾਨ ਦੀ ਜਿਹੜਾ ਬਾਹਰ ਦੇ ਲੋਕਾਂ ਬਾਰੇ, ਬਾਹਰ ਦੇ ਸਿੱਖਾਂ ਬਾਰੇ ਭਾਰਤ ਦੀ ਸਰਕਾਰ ਦਾ ਕਹਿਣਾ ਹੈ, ਇਹ ਉਹਨਾਂ ਦਾ ਤੱਥ, ਇਹਨੂੰ ਉਹ ਪ੍ਰਮਾਣਿਤ ਕਿਵੇਂ ਕਰਨਗੇ ਤਾਂ ਸਮਾਂ ਦੱਸੂ। ਪਰ ਇੱਥੇ ਵਸਦਾ, ਜੇ ਮੈਂ ਨਾਰਥ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਕਹਾਂ 5 ਲੱਖ ਦੇ ਕਰੀਬ ਸਿੱਖ ਵਸਦੇ ਆ, ਜੇ ਉਹਨਾਂ ਨੂੰ ਤੁਸੀਂ ਪੁੱਛੋ ਉਹ ਇਸ ਗੱਲ ਤੇ ਕਿ ਖਾਲਿਸਤਾਨ ਉੱਥੇ ਬਣਨਾ ਚਾਹੀਦਾ ਜਾਂ ਨਾ ਬਣਨਾ ਚਾਹੀਦਾ, ਉਹਨਾਂ ਦੀਆਂ ਅਲੱਗ-ਅਲੱਗ ਰਾਇਆਂ ਨੇ। ਬਹੁਤ ਇੱਥੇ ਵਿਸ਼ੀਅਸਲੀ ਕ੍ਰਿਟਿਕ ਵੀ ਨੇ ਖਾਲਿਸਤਾਨ ਦੇ, ਬਹੁਤ ਇਹਦੇ ਹੱਕ 'ਚ ਵੀ ਨੇ। ਤੇ ਪੰਜਾਬ ਦੀ ਧਰਤੀ ਤੇ ਮਾਨ ਹੋਣੀ, ਸਿਮਰਨਜੀਤ ਸਿੰਘ ਮਾਨ ਹੋਣੀ ਸ਼ਰਮ ਇਸ ਦੀ ਗੱਲ ਕਰਦੇ ਨੇ। ਅਤਿੰਦਰਪਾਲ ਸਿੰਘ ਖਾਲਿਸਤਾਨੀ ਲਿਖ ਕੇ ਫੇਸਬੁੱਕ ਤੇ ਹਰ ਰੋਜ਼ ਲੇਖ ਪਾਉਂਦਾ। ਸੋ ਇਹ ਇੱਕ ਅਲੱਗ ਵਿਸ਼ਾ ਤੇ ਉਹ ਸਰਕਾਰ ਉਹਦੇ ਤੇ ਕਿਵੇਂ ਕਰਦੀ ਹੈ, ਕਿਉਂਕਿ ਕਿਸੇ ਖਾਲਿਸਤਾਨੀ ਧਿਰ ਨੇ ਇੱਥੇ ਪੈਸੇ ਨਹੀਂ ਇਕੱਠੇ ਕੀਤੇ, ਕਿਸੇ ਨੇ ਕਹਿ ਕੇ ਵੀ ਅਸੀਂ ਖਾਲਿਸਤਾਨ ਲਈ ਭੇਜਦੇ ਹਾਂ, ਉਹ ਨਹੀਂ ਗੱਲ ਹੋਈ। ਹਾਂ, 2020 ਵਾਲੇ ਜਿਹੜਾ ਕੁਛ ਆਪਣਾ ਕਰਦੇ ਆ, 2020 ਦਾ ਭਾਰਤ ਸਰਕਾਰ ਨੂੰ ਵੀ ਪਤਾ ਹੈ। 2020 ਵਾਲੇ ਦੇ ਬਾਰੇ ਉਹ ਕੁਛ ਕਹਿੰਦੇ ਨੇ, ਉਹਦੇ ਲਈ ਮੈਂ ਨਹੀਂ ਗੱਲ ਕਰ ਸਕਦਾ, ਉਹ 2020 ਵਾਲੇ ਕਰ ਸਕਦੇ ਨੇ। ਭੁਪਿੰਦਰ ਸਿੰਘ ਮਾਨ ਦਾ ਤਾਂ ਪੋਸਟਮਾਰਟਮ ਕਰਤਾ ਲੋਕਾਂ ਨੇ ਫੇਸਬੁੱਕ 'ਚ। 1984 ਦੇ ਵਿੱਚ ਵੀ ਵੱਧ ਭਾਵਾਂ ਦੇ ਮੁੱਲ ਜਿਣਸਾਂ ਦੇ ਲਈ ਇਹਨੂੰ ਬਣਾਇਆ ਸੀ। ਇਹ ਉਸ ਸਮੇਂ ਇਸਨੇ ਕਿਸਾਨ ਸੰਘਰਸ਼ ਦਾ ਮਹਾਂਦਰਾ ਮੋੜਨ ਦੇ ਲਈ ਬਹੁਤ ਵੱਡਾ ਰੋਲ ਨਿਭਾਇਆ ਸੀ। ਅਨੰਦਪੁਰ ਸਾਹਿਬ ਨੂੰ ਲੋਕ ਜਾਂਦੇ ਨੇ, ਚੰਡੀਗੜ੍ਹ ਵੱਲ ਨੂੰ ਮੋੜ ਤੇ ਮੁੜ ਕੇ ਰਾਜ ਸਭਾ ਦਾ ਮੈਂਬਰ ਬਣ ਗਿਆ। ਇਹਨੂੰ ਕਿੱਧਰੋਂ ਕੱਢ ਕੇ ਲੈ ਕੇ ਆਇਆ, ਦਾਗੀ ਬੰਦਾ ਹੈ। ਇਹਦੇ ਬਾਰੇ ਕੀ ਹੋਰ ਪਤਾ ਦੱਸ ਸਕਦੇ ਹੋ ਤੁਸੀਂ? ਬਿਲਕੁਲ ਗਿੱਲ ਸਾਹਿਬ, ਇਹ ਨਾ ਬੰਦਾ ਹੈਗਾ ਜਿਹੜਾ ਉਹ ਇਹਦਾ ਕਿਰਦਾਰ ਸ਼ੁਰੂ ਤੋਂ ਹੀ ਕਿਸਾਨ ਵਿਰੋਧੀ ਰਿਹਾ ਹੈਗਾ। 1939 ਦੇ ਵਿੱਚ ਇਹਦਾ ਜਨਮ ਹੋਇਆ ਸੀ ਪਾਕਿਸਤਾਨ ਦੇ ਗੁਜਰਾਂਵਾਲਾ ਦੇ ਵਿੱਚ ਔਰ 1939 'ਚ ਇਹਦਾ ਜਨਮ ਹੋਇਆ। ਫਿਰ 47 ਵੇਲੇ ਇੱਧਰ ਆ ਗਏ ਔਰ ਉਸ ਤੋਂ ਬਾਅਦ ਇਹ 1966 ਦੇ ਵਿੱਚ
ਕਿਸਾਨ ਜਥੇਬੰਦੀ ਦਾ ਗਠਨ ਕਰਦਾ ਹੈ। ਫਾਰਮਰ ਫਰੈਂਡਸ ਐਸੋਸੀਏਸ਼ਨ ਇੱਕ ਗਠਨ ਹੁੰਦਾ, ਉਹਦੇ ਮੁੱਢਲੇ ਮੈਂਬਰਾਂ ਦੇ ਵਿੱਚੋਂ ਹੈ। ਫਿਰ ਉਸ ਤੋਂ ਬਾਅਦ ਗਿੱਲ ਸਾਹਿਬ ਭਾਰਤ ਪੱਧਰ ਦੇ ਉੱਤੇ ਸੰਗਠਨ ਬਣਦਾ ਗਾ ਇੱਕ ਪੰਜਾਬ ਖੇਤੀਬਾੜੀ ਯੂਨੀਅਨ, ਔਰ ਉਹ ਜਿਹੜੀ ਅੱਗੇ ਜਾ ਕੇ ਭਾਰਤੀ ਕਿਸਾਨ ਯੂਨੀਅਨ ਬਣਦੀ ਆ। ਉਹਦੇ ਜਿਹੜੇ ਮੁੱਢਲੇ ਆਗੂ ਨੇ ਉਹਨਾਂ ਦੇ ਵਿੱਚੋਂ ਇੱਕ ਬਲਵੀਰ ਸਿੰਘ ਰਾਜੇਵਾਲ ਹੈ, ਇੱਕ ਜਮੇਰ ਸਿੰਘ ਲੱਖੋਵਾਲ ਹੈ, ਤੇ ਇਹਨਾਂ ਤੋਂ ਵੀ ਮੂਹਰੇ ਇਹ ਸੀਗਾ ਭੁਪਿੰਦਰ ਸਿੰਘ ਮਾਨ। ਉਸ ਤੋਂ ਬਾਅਦ ਇਹਦੇ ਵਿੱਚ ਗਿੱਲ ਸਾਹਿਬ ਫੁੱਟ ਪੈਂਦੀ ਆ। ਭੁਪਿੰਦਰ ਸਿੰਘ ਮਾਨ ਤੇ ਬਲਵੀਰ ਸਿੰਘ ਰਾਜੇਵਾਲ ਇੱਕ ਪਾਸੇ ਹੁੰਦੇ ਨੇ, ਜਮੇਰ ਸਿੰਘ ਲੱਖੋਵਾਲ, ਸਿੱਧੂਪੁਰ, ਇਹ ਸਾਰੇ ਇੱਕ ਪਾਸੇ ਹੁੰਦੇ ਨੇ। ਫਿਰ ਉਸ ਤੋਂ ਬਾਅਦ ਗਿੱਲ ਸਾਹਿਬ ਇਹ ਜਿਹੜਾ ਉਹ ਬਹੁਤ ਸਾਰੇ ਥਾਵਾਂ ਦੇ ਉੱਤੇ ਸਰਕਾਰ ਦਾ ਪੱਖ ਪੂਰਦਾ ਨਜ਼ਰ ਆਉਂਦਾ ਹੈ, ਤੇ ਉਸ ਤੋਂ ਬਾਅਦ ਇਹਨੂੰ ਮੈਂਬਰ ਪਾਰਲੀਮੈਂਟ ਆ ਜਿਹੜਾ ਉਹ ਲਿਆ ਜਾਂਦਾ ਹੈਗਾ। ਔਰ ਫਿਰ ਇਹ ਰਾਜ ਸਭਾ ਦੇ ਵਿੱਚ 1990 ਦੇ ਵਿੱਚ ਨੋਮੀਨੇਟ ਆ ਜਿਹੜਾ ਇਹਨੂੰ ਕੀਤਾ ਜਾਂਦਾ ਹੈ। ਔਰ ਉਸ ਤੋਂ ਬਾਅਦ ਗਿੱਲ ਸਾਹਿਬ ਇਹਦਾ ਜਿਹੜਾ ਵੀ ਇਹ ਕਿਸਾਨ ਜਥੇਬੰਦੀ ਦੇ ਵਿੱਚੋਂ ਤਾਂ ਪਰੇ ਚਲਿਆ ਜਾਂਦਾ ਹੈਗਾ, ਆਪਣੇ ਆਪ ਨੂੰ ਕਹਿੰਦਾ ਕਿਸਾਨ ਆਗੂ ਆ, ਪਰ ਹਕੀਕਤ ਦੇ ਵਿੱਚ ਇਹ ਕਿਤੇ ਕਿਸੇ ਪਾਸੇ ਕਿਤੇ ਕਿਸੇ ਪਾਸੇ। ਇਹਦਾ ਮੁੰਡਾ ਇਸ ਵਕਤ ਜਿਹੜਾ ਪੰਜਾਬ ਦੇ ਵਿੱਚ ਇੱਕ ਅਹਿਮ ਅਦਾਰੇ ਦੇ ਵਿੱਚ ਮੈਂਬਰ ਹੈਗਾ। ਸੋ ਕਾਂਗਰਸ ਪਾਰਟੀ ਦੇ ਹੁਣ ਤੱਕ ਨੇੜੇ ਰਿਹਾ ਹੈ। ਔਰ ਲੇਕਿਨ ਹੁਣ ਜਿਹੜਾ ਯੂ ਟਰਨ ਮਾਰਿਆ ਕਿਸੇ ਹਿਸਾਬ ਦੇ ਨਾਲ, ਪਤਾ ਨਹੀਂ ਕੀ ਘਟਨਾਕ੍ਰਮ ਜਿਹੜਾ ਉਹ ਹੋਇਆਗਾ, ਲੇਕਿਨ ਇਸ ਮਸਲੇ ਦੇ ਉੱਤੇ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਜਿਹੜੀਆਂ ਪੰਜਾਬ ਦੀਆਂ ਉਹ ਬੋਲ ਰਹੀਆਂ ਨੇ ਇਹਦੇ ਖਿਲਾਫ। ਕਿਸਾਨ ਆਗੂਆਂ ਨੇ ਵੀ ਬਕਾਇਦਾ ਤੌਰ ਦੇ ਉੱਤੇ, ਕਿਉਂਕਿ ਬਲਵੀਰ ਸਿੰਘ ਰਾਜੇਵਾਲ ਦੇ ਨਾਲ ਰਿਹਾ। ਬਲਵੀਰ ਸਿੰਘ ਰਾਜੇਵਾਲ ਕਹਿੰਦਾ ਵੀ ਕੋਈ ਮੈਂ ਤਾਂ ਮਤਲਬ ਇਹਦੇ ਤੇ ਮੈਂ ਕੀ ਕਮੈਂਟ ਕਰਾਂ, ਇਹਦੇ ਕਮੈਂਟ ਕਰਨ ਵਾਲਾ ਬੰਦਾ ਹੀ ਨਹੀਂ ਹੈਗਾ। ਔਰ ਕਾਂਗਰਸ ਪਾਰਟੀ ਦੇ ਜਿਹੜੇ ਕੌਮੀ ਬੁਲਾਰੇ ਨੇ ਰਣਦੀਪ ਸੁਰਜੇਵਾਲਾ, ਉਹਨੇ ਵੀ ਪ੍ਰੈਸ ਕਾਨਫਰੰਸ ਕਰਕੇ ਕਿਹਾ ਗਾ ਵੀ ਇਹ ਚਾਰੇ ਮੈਂਬਰ ਨੇ ਜਿਹੜੇ, ਇਹ ਚਾਰੇ ਮੈਂਬਰ ਖੇਤੀ ਕਾਨੂੰਨਾਂ ਦਾ ਪੱਖ ਕਰਨ ਵਾਲੇ ਬੰਦੇ ਨੇ, ਔਰ ਇਹਦੇ ਕੋਈ ਮੀਨਿੰਗ ਨਹੀਂ ਬਣਦਾ। ਕੈਪਟਨ ਅਮਰਿੰਦਰ ਸਿੰਘ ਨੇ ਇਸ ਮਸਲੇ ਦੇ ਉੱਤੇ ਮੀਟਿੰਗ ਆ ਜਿਹੜੀ ਆਪਦੀ ਕੈਬਨਿਟ ਦੀ ਬੁਲਾ ਲਈ ਹੈ, ਔਰ ਉਹ ਇਸ ਵਿਸ਼ੇ ਦੇ ਉੱਤੇ ਅਗਲੇ ਦਿਨਾਂ ਦੇ ਵਿੱਚ ਫੈਸਲਾ ਕੋਈ ਕਰਨਗੇ। ਸੁਖਬੀਰ ਬਾਦਲ ਨੇ ਬਕਾਇਦਾ ਤੌਰ ਦੇ ਉੱਤੇ ਕਹਿਤਾ ਕਿ ਸੁਪਰੀਮ ਕੋਰਟ ਦੇ ਵੱਲੋਂ ਜਿਹੜੀ ਬਣਾਈ ਹੋਈ ਕਮੇਟੀ ਆ ਉਹ ਮਜ਼ਾਕ ਹੈ ਤੇ ਅਸਵੀਕਾਰਨਯੋਗ ਹੈ, ਸਵੀਕਾਰਨਯੋਗ ਨਹੀਂ ਹੈ, ਅਸਵੀਕਾਰਨਯੋਗ ਹੈ। ਇਹਦੇ ਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਕਰਮ ਆ ਰਹੇ ਨੇ, ਕਿਸਾਨ ਆਗੂਆਂ ਨੇ ਉਹ ਤੋਂ ਪਹਿਲੇ ਹੀ ਪ੍ਰਤੀਕਰਮ ਆਪਣਾ ਦੇ ਚੁੱਕੇ ਨੇ। ਸੋ ਕੁੱਲ ਮਿਲਾ ਕੇ ਗਿੱਲ ਸਾਹਿਬ ਇਹ ਹੈ ਕਿ ਚਾਰ ਬੰਦੇ ਨੇ ਜਿਹੜੇ, ਇਹ ਚਾਰਾਂ ਬੰਦਿਆਂ ਦੇ ਵਿੱਚੋਂ ਤਿੰਨ ਤਾਂ ਸਿੱਧੇ ਤੌਰ ਦੇ ਉੱਤੇ ਖੇਤੀ ਕਾਨੂੰਨਾਂ ਦੇ ਪੱਖ 'ਚ ਬੋਲਣ ਵਾਲੇ ਆ, ਚੌਥਾ ਵੀ ਵਿੰਗੇ ਟੇਢੇ ਢੰਗ ਦੇ ਨਾਲ ਖੇਤੀ ਕਾਨੂੰਨਾਂ ਦਾ ਹੁਣ ਤੱਕ ਲਿਖ ਕੇ ਜਾਂ ਹੋਰ ਕਰਕੇ ਇਕੋਨੋਮਿਸਟ ਹੈ, ਉਹ ਵੀ ਖੇਤੀ ਕਾਨੂੰਨਾਂ ਦਾ ਪੱਖ ਆ ਜਿਹੜਾ ਉਹ ਪੂਰਦਾ ਆ ਰਿਹਾ ਗਾ। ਸੋ ਉਹਨਾਂ ਦੇ ਵਿੱਚੋਂ ਕਿਉਂਕਿ ਭੁਪਿੰਦਰ ਸਿੰਘ ਮਾਨ ਪੰਜਾਬ ਦਾ, ਔਰ ਭੁਪਿੰਦਰ ਸਿੰਘ ਮਾਨ ਦਾ ਹੁਣ ਤੱਕ ਦਾ ਜਿਹੜਾ ਕਿਰਦਾਰ ਰਿਹਾ ਗਾ ਉਹ ਕਿਸਾਨਾਂ ਦੇ ਵਿਰੋਧੀ ਹੀ ਰਿਹਾ, ਦਗਾ ਦੇਣ ਵਾਲਾ ਹੀ ਰਿਹਾ ਗਾ। ਆਪ ਹੀ ਮੈਂਬਰ ਪਾਰਲੀਮੈਂਟ ਬਣ ਗਿਆ ਸੀ। ਇੱਥੋਂ ਹੀ ਪਤਾ ਲੱਗ ਸਕਦਾ ਕਿ ਕਿਸ ਤਰ੍ਹਾਂ ਦਾ ਇਹਦਾ ਵਿਅਕਤੀਤਵ ਰਿਹਾ ਗਾ। ਜੀ 80 ਸਾਲ ਦੇ ਹੋ ਕੇ ਵੀ ਇਹ ਰੱਜਦੇ ਨਹੀਂ, ਕਦ ਇਹਨਾਂ ਨੇ ਰਿਟਾਇਰਮੈਂਟ ਲੈਣੀ ਆ। ਰੱਬ ਬੰਦਾ ਕਰਨਾ ਚਾਹੀਦਾ। ਉਮਰ 80 ਵਰਿਆਂ ਦੀ ਤੇ ਹਲੇ ਵੀ ਲੋਕਾਂ ਦੀਆਂ ਭਾਵਨਾ ਵੇਚਣ ਦੀ ਕੋਸ਼ਿਸ਼ ਹੋ ਰਹੀ ਹੈ। ਅੱਛਾ, ਜਦ ਵੀ ਇੱਥੇ ਬਹਿਨੇ ਆ, ਕਿਉਂਕਿ ਦੁੱਧ ਦਾ ਸੜਿਆ ਪਾਣੀ ਨੂੰ ਫੂਕਾਂ, ਲੋਕ ਲੀਡਰਾਂ ਤੇ ਬਹੁਤ ਜਿਹੜਾ ਉਹ ਲੋਕਾਂ ਦੇ ਮਨ 'ਚ ਰਹਿੰਦਾ ਬਈ ਯਾਰ ਇਹ ਆ ਨਾ ਹੋ ਜਾਵੇ। ਜੋਗਿੰਦਰ ਯਾਦਵ ਵਰਗੇ ਰਾਜੀਵ ਗਾਂਧੀ ਦੇ ਚੇਲੇ ਰਹੇ ਤੇ ਉਹਦਾ ਅੱਜ ਤੱਕ ਐਸਟੈਬਲਿਸ਼ਮੈਂਟ ਜਿਹੜੀ ਪਾਰਟੀਆਂ ਦੀ ਹੈ ਉਹਨੂੰ ਢਾਹ ਲਾਉਣ ਦਾ ਲੰਮਾ ਇਤਿਹਾਸ ਹੈ। ਆਮ ਆਦਮੀ ਪਾਰਟੀ ਦਾ ਵੇਖੋ, ਟਕੈਤ 8000 ਵੋਟਾਂ ਪਈਆਂ, ਚੋਣਾਂ ਲੜਿਆ ਤੇ 2000 ਬੰਦਾ ਨਹੀਂ ਉਹ ਯੂਪੀ ਤੋਂ ਲੈ ਕੇ ਆਇਆ। ਇਹ ਦੋਨੇ ਇਹ ਹੋ ਗਿਆ। ਜਾਂ ਕੁਛ ਪੱਤਰਕਾਰ ਵੀ ਪੰਜਾਬ ਦੇ ਗਏ ਹੋਏ ਨੇ ਜਿਹੜੇ ਕਿਤੇ ਨਾ ਕਿਤੇ ਸੈਣੀ ਦੇ ਬਣਾਏ ਹੋਏ ਪੁੱਤਾਂ ਨੇ ਟ੍ਰੇਨਡ ਕੀਤੇ ਨੇ ਤੇ ਉਹਨਾਂ ਨੇ ਹੁਣ ਚੈਨਲ ਨਵੇਂ ਖੋਲ੍ਹੇ ਹੋਏ ਨੇ, ਉਹ ਵੀ ਗਰਮੈਸ਼ ਕਰਦੇ ਨੇ। ਤੁਸੀਂ ਵੀ ਉੱਥੋਂ ਰਿਪੋਰਟ ਕਰਦੇ ਹੋ। ਇੱਕ ਪੱਤਰਕਾਰ ਦੀ ਰਿਪੋਰਟਿੰਗ ਹੈ ਵੀ ਇਹ 'ਚ ਪੰਪ ਅਪ ਨਹੀਂ ਗੱਲ ਬਈ ਠੋਕ ਦਿਓ, ਵੱਢ ਦਿਓ। ਮੈਂ ਤਾਂ ਰਾਦਰ ਗੀਤਾਂ ਨੂੰ ਵੀ ਉਹਨਾਂ ਨੂੰ ਨਫ਼ਰਤ ਕਰਦਾ ਜਿਹੜੇ ਕਹਿੰਦੇ ਨੇ ਦਿੱਲੀਏ ਆਪ ਵੱਢ ਦਿਆਂਗੇ, ਦਿੱਲੀਏ ਤੈਨੂੰ ਟੁੱਕ ਦਿਆਂਗੇ। ਇਹ ਗੱਲ ਨਹੀਂ ਹੈ, ਇਹ ਟੇਬਲ ਨਹੀਂ ਹੈ। ਇਹ ਵੱਢ ਟੁੱਕ ਵਾਲੀਆਂ ਗੱਲਾਂ ਬਹੁਤ ਵੇਖੀਆਂ, ਮੁੜ ਕੇ ਜ਼ਖਮ ਜਿਹੜੇ ਨੇ ਅੱਲੇ ਰਹਿੰਦੇ ਨੇ, ਨਸੂਰ ਬਣ ਜਾਂਦੇ ਨੇ ਤੇ ਪਏ ਵੱਡੇ ਬੰਦੇ ਦੇ ਕੋਲ ਦੀ ਕੌਮ ਲੰਘ ਜਾਂਦੀ ਹੈ, ਪੁੱਛਦੇ ਨਹੀਂ, ਘਰਾਂ 'ਚ ਘਾਹ ਉੱਗੇ ਆਉਂਦੇ ਨੇ। ਇਹ ਜਿਹੜੀ ਲੀਡਰਸ਼ਿਪ ਹੈ ਉਸ ਸਮੇਂ, ਹੁਣ ਇਹ ਰਗਦਾ ਗਰਾਹਾਂ ਦੱਬਿਆ ਹੋਇਆ ਰਾਜੇਵਾਲ ਉੱਪਰ ਜਾ ਰਿਹਾ ਹੈ। ਰਾਜੇਵਾਲ ਉਹਨਾਂ ਦੇ ਹੁਣ 70-80 ਸਾਲ ਦੀ ਉਮਰ 'ਚ ਸਾਰੀ ਜ਼ਿੰਦਗੀ ਦੀ ਕੀਤੀ ਮਿਹਨਤ ਦੇਖੋ, ਸ਼ੱਕ ਨਹੀਂ ਤੁਸੀਂ ਕਰ ਸਕਦੇ, ਪਰ ਕੁਝ ਨਾ ਕੁਝ ਹੁਣ ਇਹ ਸਮਾਂ ਲੈ ਕੇ ਨਵਕਿਰਨ ਸਰਕਾਰ ਕੋਈ ਨਾ ਕੋਈ ਧੋਬੀ ਪਟੜਾ ਮਾਰਨ ਨੂੰ ਜ਼ਰੂਰ ਫਿਰਦੀ ਹੈ। ਤੁਹਾਡੇ ਦਿਮਾਗ, ਤੁਹਾਡੀ ਕਨਸੂਆਂ ਇਹਨਾਂ ਪੱਤਰਕਾਰਾਂ ਬਾਰੇ, ਇਹ ਯਾਦਵ ਟਕੈਤ ਉਹਨਾਂ ਬਾਰੇ ਤੁਹਾਡੇ ਮਨ 'ਚ ਕੀ ਹੈ ਬਈ ਹੋਏਗਾ ਕੀ? ਦਿਲ ਦੀ ਗੱਲ ਦੱਸੋ। ਦੇਖੋ ਗਿੱਲ ਸਾਹਿਬ, ਵਾਕਈ ਤੁਹਾਡੀ ਗੱਲ ਠੀਕ ਹੈ। ਖਦਸ਼ੇ ਬਿਲਕੁਲ ਜਾਇਜ਼ ਨੇ। ਖਦਸ਼ੇ ਤਾਂ ਹੀ ਪ੍ਰਗਟ ਹੁੰਦੇ ਨੇ ਜੇ ਕਿਤੇ ਨਾ ਕਿਤੇ ਇਹਨਾਂ ਖਦਸ਼ਿਆਂ ਨੂੰ ਹਵਾ ਜਿਹੜੀ ਉਹ ਮਿਲਦੀ ਹੈ। ਵਾਕਈ ਇਹ ਗੱਲ ਠੀਕ ਹੈ। ਇਹਦੇ ਵਿੱਚ ਬਹੁਤ ਸਾਰੇ
ਅਜਿਹੇ ਵਿਅਕਤੀ ਹੈਗੇ ਨੇ। ਜੋਗਿੰਦਰ ਯਾਦਵ ਨੈਸ਼ਨਲਿਸਟ, ਰਾਸ਼ਟਰਵਾਦ ਦਾ ਖਾਸ ਕਰਕੇ ਪੂਰਾ ਪੈਰੋਕਾਰ ਬੰਦਾ ਹੈਗਾ, ਔਰ ਹੋਰ ਬਹੁਤ ਸਾਰਾ ਕੁਛ ਅਜਿਹਾ ਇਸ ਮੂਵਮੈਂਟ ਦੇ ਵਿੱਚ ਹੈਗਾ। ਕਿਉਂਕਿ ਜਦੋਂ ਆਪਾਂ ਕਹਿੰਦੇ ਹਾਂ ਕਿ ਇੱਕ ਮੂਵਮੈਂਟ ਇੱਕ ਗੁਲਦਸਤਾ ਹੈ, ਔਰ ਇਸ ਗੁਲਦਸਤੇ ਦੇ ਵਿੱਚ ਹਰ ਰੰਗ ਹੈ, ਹਰ ਰੰਗ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਯਾਰਾ ਤੌਰ ਦੇ ਉੱਤੇ ਬਲੈਕ ਵੀ ਆ, ਵਾਈਟ ਵੀ ਆ, ਉਹਦੇ ਵਿੱਚ ਯੈਲੋ ਵੀ ਆ, ਗ੍ਰੀਨ ਵੀ ਆ, ਔਰ ਹਰ ਰੰਗ ਜਿਹੜਾ ਇਹਦੇ ਵਿੱਚ ਮੌਜੂਦ ਹੈ। ਤਾਂ ਇਹਦੇ ਵਿੱਚੋਂ ਗਿੱਲ ਸਾਹਿਬ ਹੁਣ ਵਾਕਈ ਕੁਛ ਮੀਡੀਆ ਜਿਹੜਾ ਗੋਦੀ ਮੀਡੀਆ ਤਾਂ ਹੈ ਹੀ ਇੱਕ ਪਾਸੇ ਪ੍ਰਚਾਰ ਕਰ ਰਿਹਾ, ਕੁਛ ਹੋਰ ਜਿਹੜੇ ਮੀਡੀਆ ਘਰਾਣੇ ਨੇ ਜਾਂ ਮੀਡੀਆ ਛੋਟੇ ਅਦਾਰੇ ਨੇ ਉਹ ਵੀ ਇਸ ਰੂਪ ਦੇ ਵਿੱਚ ਲੱਗੇ ਹੋਏ ਨੇ। ਸਰਕਾਰ ਦੀ ਪੂਰੀ ਮਨਸ਼ਾ ਹੈ ਕਿ ਇਹਨੂੰ ਲੰਬਾ ਚਲਾਓ, ਲੰਬਾ ਚਲਾ ਕੇ ਇਹਨੂੰ ਖੰਡਿਆਓ, ਔਰ ਇਸ ਅੰਦੋਲਨ ਦੇ ਵਿੱਚੋਂ ਹੀ ਬਗਾਵਤਾਂ ਨੇ ਜਿਹੜੀਆਂ ਉਹ ਨਿਕਲ ਆਉਣਗੀਆਂ। ਲੇਕਿਨ ਸਾਹਿਬ ਜਿਹੜਾ ਇੱਕ ਬਹੁਤ ਜਿਵੇਂ ਕਹਿੰਦੇ ਆ ਕਿ ਦੁੱਧ ਦਾ ਫੂਕਿਆ ਲੱਸੀ ਨੂੰ ਫੂਕਾ ਮਾਰ ਪੀਂਦਾ ਹੈ, ਤਾਂ ਆਪਣੇ ਨਾਲ ਇਹ ਚੀਜ਼ਾਂ ਬਹੁਤ ਹੁਣ ਤੱਕ ਪੰਜਾਬੀਆਂ ਦੇ ਨਾਲ ਹੋਈਆਂ ਨੇ। ਪੰਜਾਬੀਆਂ ਨੇ ਪਿੰਡੇ ਦੇ ਉੱਤੇ ਬਹੁਤ ਸਾਰੀਆਂ ਗਦਾਰੀਆਂ, ਬਹੁਤ ਸਾਰੀਆਂ ਆਪਣੇ ਲੀਡਰਸ਼ਿਪਾਂ ਜਿਹੜੀਆਂ ਨੇ ਉਹ ਵਿਕਦੀਆਂ ਦੇਖੀਆਂ ਨੇ। ਸੋ ਇਸ ਕਰਕੇ ਹੁਣ ਸ਼ੁਰੂ ਤੋਂ ਗਾਗ ਆ ਇੱਕ ਗੱਲ ਇਹ। ਦੂਸਰੀ ਗੱਲ ਇਹ ਕਿ ਇਹਦੇ ਵਿੱਚ ਬਹੁਤ ਸਾਰੇ ਅਜਿਹੇ ਲੋਕ ਨੇ ਜੇ ਇਸ ਲੀਡਰਸ਼ਿਪ ਦੇ ਵਿੱਚ ਜਿਹੜੇ ਨਿਰਸਵਾਰਥ ਹੋ ਕੇ ਲੱਗੇ ਹੋਏ ਨੇ, ਜਿਨ੍ਹਾਂ ਦਾ ਕੋਈ ਸਵਾਰਥ ਨਹੀਂ, ਔਰ ਉਹਨਾਂ ਦੇ ਵਿਕਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਕਦੇ ਵੋਟਾਂ 'ਚ ਚਲੇ ਜਾਣਗੇ, ਸੋਚਿਆ ਵੀ ਨਹੀਂ ਜਾ ਸਕਦਾ। ਤਾਂ ਇਹ ਮਤਲਬ ਜਿਹੜੀਆਂ ਕੁਛ ਚੀਜ਼ਾਂ ਨੇ ਉਹ ਚੀਜ਼ਾਂ ਇਸ ਸੰਘਰਸ਼ ਨੂੰ ਬਲ ਦੇ ਰਹੀਆਂ। ਤੁਸੀਂ ਇਹ ਦੇਖੋ ਵੀ ਜੇ 1.5 ਮਹੀਨੇ ਤੋਂ ਇਹ ਸੰਘਰਸ਼ ਦਿੱਲੀ ਦੀਆਂ ਸੜਕਾਂ ਤੇ ਚੱਲ ਰਿਹਾ, ਉਦੋਂ ਪਹਿਲਾਂ 4 ਮਹੀਨਿਆਂ ਤੋਂ ਪੰਜਾਬ ਦੀਆਂ ਸੜਕਾਂ ਤੇ ਚੱਲ ਰਿਹਾ, ਤਾਂ ਕਿਤੇ ਨਾ ਕਿਤੇ ਕੁਛ ਲੋਕ ਉਹ ਹੋਣਗੇ ਜਿਹੜੇ ਇਸ ਅੰਦੋਲਨ ਨੂੰ ਇਸ ਰੂਪ ਦੇ ਵਿੱਚ ਅਗਵਾਈ ਕਰ ਰਹੇ ਨੇ ਕਿ ਇਹ ਅੰਦੋਲਨ ਅੱਗੇ ਜਾਵੇ। ਤਾਂ ਜੇ ਉਹ ਇੱਥੋਂ ਤੱਕ ਆ ਗਿਆ ਗਿੱਲ ਸਾਹਿਬ, ਇਹ ਅੰਦੋਲਨ ਹੁਣ ਪਿੱਛੇ ਨਹੀਂ ਜਾਂਦਾ। 26 ਜਨਵਰੀ ਨੂੰ ਮੈਂ ਯਾਰਾ ਤੌਰ ਦੇ ਉੱਤੇ ਕਹਿਣਾ ਬਿਲਕੁਲ ਸ਼ਾਂਤਮਈ ਪ੍ਰਦਰਸ਼ਨ ਹੋਊ, ਟਰੈਕਟਰ ਜਾਣਗੇ, ਸਰਕਾਰ ਨੂੰ ਮਨਜ਼ੂਰੀ ਦੇਣੀ ਪਊਗੀ। ਜਿਵੇਂ ਉਹਦੇ KMP ਰੋਡ ਦੇ ਉੱਤੇ ਟਰੈਕਟਰ ਮਾਰਚ ਹੋਇਆ, ਉਸੇ ਰੂਪ ਦਾ ਟਰੈਕਟਰ ਮਾਰਚ ਹੋਊ। ਮੁੱਖ ਕਾਫਲਾ ਇੱਥੇ ਖੜਾ ਰਹੂ। ਜੋ ਹੁਣ ਤੱਕ ਦੇਖੋ ਕਿਸਾਨ ਜਥੇਬੰਦੀਆਂ ਦੀ ਅਜੇ ਤੱਕ ਦੀ ਸਟੇਟਮੈਂਟ ਨਹੀਂ ਹੈ, ਪਰ ਜੋ ਆਪਾਂ ਨੂੰ ਲੱਗਦਾ, ਕਿਉਂਕਿ ਆਪਾਂ ਗਿੱਲ ਸਾਹਿਬ ਅੱਜ ਤੋਂ 1.5 ਮਹੀਨਾ ਪਹਿਲਾਂ ਕਹਿਤਾ ਸੀ ਵੀ 26 ਜਨਵਰੀ ਨੂੰ ਇਹ ਮਾਰਚ ਹੋਊਗਾ, ਉਦੋਂ ਤੱਕ ਮੀਡੀਆ 'ਚ ਖਬਰ ਵੀ ਨਹੀਂ ਸੀ ਆਈ। ਬਿਲਕੁਲ ਠੀਕ, 26 ਜਨਵਰੀ ਨੂੰ ਮਾਰਚ ਹੋਊਗਾ। ਕੱਲੇ ਟਰੈਕਟਰ ਜਾਣਗੇ ਗਿੱਲ ਸਾਹਿਬ ਇੱਥੋਂ, ਔਰ ਟਰੈਕਟਰ ਮਾਰਚ ਕਰਨਗੇ ਦਿੱਲੀ ਦੀਆਂ ਸੜਕਾਂ ਦੇ ਉੱਤੇ। ਪੰਜਾਬ ਦਾ ਹਜ਼ਾਰਾਂ ਟਰੈਕਟਰ ਜਾਊਗਾ ਔਰ ਮਾਰਚ ਕਰਕੇ ਸ਼ਾਮ ਨੂੰ ਵਾਪਸ ਆ ਜਾਊਗਾ, ਔਰ ਕੋਈ ਕਿਸੇ ਤਰ੍ਹਾਂ ਦੀ ਹਿੰਸਾ ਨਹੀਂ ਹੋਣੀ। ਕੋਈ ਕਿਸੇ ਤਰ੍ਹਾਂ ਦਾ ਹੋਊਗਾ ਜਿਹੜੇ ਮਤਲਬ ਕ੍ਰੀਏਟ ਕੀਤੇ ਜਾ ਰਹੇ ਨੇ, ਹੋਰ ਕੀਤੇ ਜਾ ਰਹੇ ਨੇ, ਮੀਡੀਆ ਦੇ ਕੀਤੇ ਹੋਏ ਨੇ। ਹਕੀਕਤ ਦੇ ਵਿੱਚ ਲੀਡਰਸ਼ਿਪ ਆ ਜਿਹੜੀ ਉਹ ਸ਼ਾਂਤਮਈ ਪ੍ਰਦਰਸ਼ਨ ਕਰੂਗੀ, ਔਰ ਸਰਕਾਰ ਜਿੱਥੋਂ ਤੱਕ ਗਿੱਲ ਸਾਹਿਬ ਦੇਖੋ ਹੁਣ ਤੱਕ ਦੀ ਜੋ ਮੈਨੂੰ ਪਰਸਨਲੀ ਲੱਗਦਾ ਵੀ ਸਰਕਾਰ ਰੋਕੂਗੀ ਨਹੀਂ, ਔਰ ਇਹ ਟਰੈਕਟਰ ਮਾਰਚ ਆ ਜਿਹੜਾ ਉਹ ਹੋਊਗਾ ਦਿੱਲੀ ਦੀਆਂ ਸੜਕਾਂ ਦੇ ਉੱਤੇ। ਹਾਂ, ਜੇ ਸਰਕਾਰ ਰੋਕੂਗੀ ਤਾਂ ਸਰਕਾਰ ਦੀ ਬਿਲਕੁਲ ਕੁਦਰਤ ਕਾਰਵਾਈ ਆ ਜਿਹੜੀ ਉਹ ਹੋਊਗੀ ਜੀ। ਅੱਛਾ, ਗਰੇਵਾਲ ਦਾ ਬੜਾ ਮੰਦਾ ਹਾਲ ਹੋਇਆ ਕਹਿੰਦੇ ਕੱਲ ਟੁੱਕ ਖਾਂਦਾ ਪਟਿਆਲੇ, ਉੱਥੇ ਫੇਰ ਘੇਰ ਲਿਆ। ਪਤਾ ਦੱਸਦਾ ਕੌਣ ਹੈ ਵੀ ਗਰੇਵਾਲ ਪਟਿਆਲੇ ਆ ਗਿਆ? ਜੀ ਗਿੱਲ ਸਾਹਿਬ ਕੱਲ ਤਾਂ ਉਹਦੇ ਨਾਲ ਬਹੁਤ ਬੁਰੀ ਹੋਈ। ਕੱਲ ਉਹ ਇੱਕ ਸਵੀਟ ਸ਼ਾਪ ਦੇ ਉੱਤੇ ਖਾਣਾ ਖਾ ਰਿਹਾ ਸੀ ਪਟਿਆਲੇ ਦੇ ਵਿੱਚ। ਉਧਰੋਂ ਪਤਾ ਲੱਗ ਗਿਆ ਕਿਸਾਨ ਜਥੇਬੰਦੀ ਵਾਲਿਆਂ ਨੂੰ, ਉਹਨਾਂ ਨੇ ਗੱਡੀ ਖੜੀ ਦੇਖ ਲਈ ਔਰ ਜਾ ਕੇ ਉੱਥੇ ਖਾਣਾ ਖਾਂਦਾ ਹੀ ਘੇਰ ਲਿਆ। ਐਡੀ ਜ਼ਬਰਦਸਤ ਨਾਅਰੇਬਾਜ਼ੀ ਹੋਈ। ਗਿੱਲ ਸਾਹਿਬ ਦੱਸਣ ਵਾਲੇ ਦੱਸਦੇ ਵੀ ਪਲੇਟ ਵਿਚਾਲੀ ਰਹਿ ਗਈ, ਰੋਟੀ ਦੀ ਬੁਰਕੀ ਤੋੜੀ ਵੀ ਉੱਥੇ ਰਹਿ ਗਈ, ਔਰ ਮਗਰਲੇ ਗੇਟ ਭੱਜ ਲਿਆ। ਉਦੋਂ ਬਾਅਦ ਜਦੋਂ ਉਹਨੂੰ ਪੁੱਛਿਆ ਗਰੇਵਾਲ ਨੂੰ, ਮੀਡੀਆ ਵਾਲਿਆਂ ਨੇ ਸਵਾਲ ਫੋਨ ਲਾ ਲਿਆ ਵੀ ਗਰੇਵਾਲ ਸਾਹਿਬ ਅਸੀਂ ਬਾਹਰ ਖੜੇ ਆ ਔਰ ਤੁਸੀਂ ਕਹਿੰਦੇ ਇੱਥੋਂ ਬੈਕ ਡੋਰ ਤੋਂ ਦੀ ਭੱਜ ਗਏ। ਕਹਿੰਦਾ ਮੈਂ ਗਿਆ ਭੱਜਿਆ ਥੋੜੀ ਆ। ਤੁਸੀਂ ਗਿੱਲ ਸਾਹਿਬ ਦੀ ਸਟੇਟਮੈਂਟ ਦੇਖੋ ਬੰਦੇ ਦੀ, ਕਹਿੰਦਾ ਭੱਜਿਆ ਥੋੜੀ ਆ, ਮੈਂ ਤਾਂ ਕਹਿੰਦਾ ਮੇਰੀ ਗੱਡੀ ਬਾਹਰ ਖੜੀ ਆ, ਕੋਈ ਗੱਲ ਨਹੀਂ, ਮੈਂ ਆਪਦੇ ਦੋਸਤ ਦੀ ਫਾਰਚੂਨਰ ਗੱਡੀ 'ਚ ਗਿਆ ਗਾ, ਕਹਿੰਦਾ ਭੱਜਿਆ ਥੋੜੀ ਆ। ਤਾਂ ਇਹ ਮਤਲਬ ਉਹ ਕਹਿੰਦਾ ਵੀ ਇਹ ਨਾਅਰੇਬਾਜ਼ੀ ਹੋ ਰਹੀ ਸੀ, ਤੁਹਾਡਾ ਘਰਾਓ ਹੋ ਗਿਆ ਇੱਥੇ। ਕਹਿੰਦਾ ਨਹੀਂ, ਜਦੋਂ ਇਹ ਨਾਅਰੇ ਲਾ ਰਹੇ ਸੀ ਨਾ, ਕਹਿੰਦਾ ਉਦੋਂ ਤਾਂ ਮੈਂ ਜਾ ਚੁੱਕਿਆ ਸੀ, ਇਹ ਤਾਂ ਮੇਰੇ ਗਏ ਤੋਂ ਨਾਅਰੇ ਲੱਗੇ, ਮੈਂ ਉਦੋਂ ਤਾਂ ਨਿਕਲ ਚੁੱਕਿਆ ਸੀ। ਕਹਿੰਦਾ ਉਹਨੂੰ ਕੀ ਪਤਾ ਲੱਗ ਗਿਆ ਮੇਰੇ ਗਏ ਤੋਂ ਨਾਅਰੇ ਲੱਗੇ ਨੇ। ਸੋ ਇਹ ਗੱਲ ਸਾਹਿਬ ਅਸਲ ਦੇ ਵਿੱਚ ਉਹਦਾ ਕੱਲ ਬਹੁਤ ਜ਼ਬਰਦਸਤ ਘਰਾਓ ਹੋਇਆ। ਉਹਦੀ ਗੱਡੀ ਘੇਰੀ ਰੱਖੀ ਔਰ ਉਹ ਬੈਕ ਡੋਰ ਤੋਂ ਦੀ ਕੱਢਿਆ ਗਾਹਾਂ ਕਿਸੇ ਹੋਰ ਉਹਨੇ ਕਿਸੇ ਨੂੰ ਫੋਨ ਕੀਤਾ, ਉਹਦੇ ਮਿੱਤਰ ਬੇਲੀ ਨੂੰ, ਉਹ ਮੂਹਰੋਂ ਗੱਡੀ 'ਚ ਚੜਾ ਕੇ ਲਗਿਆ ਉਹਨੂੰ। ਇਹ ਹਾਲਤ ਗਰੇਵਾਲ ਦੀ ਬਣੀ। ਔਰ ਜਦੋਂ ਉਹਨੂੰ ਪੁੱਛਿਆ ਵੀ ਤੇਰਾ ਘਰਾਓ ਕੀਤਾ, ਕਹਿੰਦਾ ਇਹ ਕਿਸਾਨ ਨਹੀਂ ਸੀ, ਇਹ ਨਕਸਲਾਈਟ ਸੀ, ਇਹ ਮਾਓਇਸਟ ਸੀਗੇ। ਤਾਂ ਇਹ ਮਤਲਬ ਜਿਹੜੀਆਂ ਉਹਦੀਆਂ ਸਟੇਟਮੈਂਟਾਂ ਨੇ ਉਹ ਹਜੇ ਵੀ ਏਦਾਂ ਦੀਆਂ ਸਟੇਟਮੈਂਟਾਂ ਦੇਣੋਂ ਨਹੀਂ ਹਟ ਰਿਹਾ। ਉਹ ਹਜੇ ਵੀ ਇਸ ਤਰੀਕੇ ਦੀ ਗੱਲਬਾਤ ਆ ਜਿਹੜੀ ਉਹ ਕਰ ਰਿਹਾ। ਔਰ ਜਿਹੜੇ ਉੱਥੇ ਘੇਰਨ ਵਾਲੇ ਸੀ ਲੋਕਲ ਪਟਿਆਲੇ ਦੇ ਸੀ, ਪਟਿਆਲੇ ਜ਼ਿਲ੍ਹੇ ਤੋਂ ਬਾਹਰਲਾ ਕੋਈ ਬੰਦਾ ਨਹੀਂ ਸੀ। ਪਟਿਆਲੇ ਜ਼ਿਲ੍ਹੇ ਦੇ ਲੋਕਾਂ ਨੇ ਪਟਿਆਲੇ 'ਚ ਘੇਰਿਆ, ਉਹਨਾਂ ਨੂੰ ਫਿਰ ਵੀ ਇਸ ਤਰੀਕੇ ਦੇ ਨਾਲ ਜਿਹੜਾ ਉਹ ਬੋਲ ਰਿਹਾ ਗਾ ਜੀ। ਇਹਦਾ ਪਿੰਡ ਕਿਹੜਾ ਯਾਰ ਬੰਦੇ ਦਾ? ਸਾਡੇ ਏਰੀਏ ਦਾ ਜੀ, ਧਨੌਲੇ ਦਾ, ਬਰਨਾਲੇ ਨੇੜਲਾ ਰਹਿੰਦਾ। ਇਹ ਕਿਤੇ ਚੰਡੀਗੜ੍ਹ ਕਿਤੇ ਦਿੱਲੀ ਹੈ ਜੀ। ਪਿੰਡ 'ਚ ਤਾਂ ਇਹ ਵੜਦਾ ਨਹੀਂ, ਔਰ ਆਸ-ਪਾਸ ਤੁਰਿਆ ਫਿਰਦਾ, ਪਤਾ ਨਹੀਂ ਕਿੱਥੋਂ ਪਟਿਆਲੇ ਆ ਵੜਿਆ ਜੀ। ਦੀਪ ਮਾਲਵੇ ਦੇ ਪਿੰਡਾਂ ਦੇ ਗਾਡਰ ਬੰਦੇ ਨੇ, ਸਾਰੇ ਪੰਜਾਬ ਦੇ ਹੀ ਗਾਡਰ ਨੇ ਅਗਲੇ ਨੇ। ਵਾਕਈ ਕਈ ਵਾਰ ਨਾ ਲੰਘੇ ਸਮੇਂ ਨੂੰ ਨਵਕਿਰਨ ਭੁੱਲ ਜਾਂਦੇ ਆ। 6 ਮਹੀਨੇ ਹੋ ਗਏ ਸੰਘਰਸ਼ ਚੱਲਦੇ ਨੂੰ, ਹੁਣ ਤੱਕ ਸੁੱਲ ਵੇਲ ਉਹਨਾਂ ਨੇ ਹੋਣ ਨਹੀਂ ਦਿੱਤੀ। ਦਾਤਾ ਕਰੇ ਇਸ ਤਰ੍ਹਾਂ ਹੀ ਹੋਵੇ। ਅਸੀਂ ਕਿਸੇ ਵੀ ਹਿੰਸਾ ਦੇ ਵਿਰੋਧੀ ਆ, ਕਿਸੇ ਵੀ ਕੱਟ ਵੱਢ ਦੇ ਵਿਰੋਧੀ ਆ। ਸਾਨੂੰ ਇਹ ਹੈ ਕਿ ਪੰਜਾਬ ਦੇ ਜਾਏ, ਹਰਿਆਣੇ ਦੇ ਜਾਏ, ਉੱਥੇ ਬੈਠੇ ਆ ਤੇ ਆਪਣਾ ਉਹ ਲੈ ਕੇ ਜਿੱਤ ਕੇ ਵਾਪਸ ਆਉਣ ਘਰਾਂ ਨੂੰ ਤੇ ਪੰਜਾਬ ਵਸਦਾ ਰਹੇ, ਇਹੀ ਮਨ ਆ। ਅੱਛਾ, ਇੱਕ ਦੱਸਿਓ,
ਜਿਹੜਾ ਇਹ ਗਰੇਵਾਲ ਦਾ ਵਿਰੋਧ ਆ ਨਵਕਿਰਨ ਇਹ ਸੁਨੇਹਾ ਦੇ ਰਿਹਾ 22 ਦੀਆਂ ਇਲੈਕਸ਼ਨਾਂ ਨੂੰ। 22 ਦੀਆਂ ਇਲੈਕਸ਼ਨਾਂ 'ਚ ਕਿਹੜੀ ਰਾਜਨੀਤਿਕ ਪਾਰਟੀ ਪਿੰਡਾਂ 'ਚ ਬੜੂ ਲੋਕ ਮੋਢਿਆਂ ਤੇ ਫੌੜੇ ਰੱਖ ਕੇ ਬਾਹਰ ਖੜਨਗੇ, ਲਿਖਣ ਲੱਗ ਗਏ ਵੀ ਸਾਡੇ ਪਿੰਡ ਨਾ ਬੜਿਓ ਕੋਈ, ਜਿਵੇਂ ਕੁੜੀ ਮਾਰ ਦੇ ਨਾਲ ਗੁਰੂ ਨੇ ਕਿਹਾ ਵੀ ਇਹਨਾਂ ਨਾਲ ਕੋਈ ਤੁਸੀਂ ਜਿਹੜਾ ਨਾਤਾ ਨਹੀਂ ਰੱਖਣਾ। ਮੈਨੂੰ ਲੱਗਦਾ ਹੁਣ ਚੰਗੇ ਪੁੱਤ ਬਣਨ ਦੀ ਗੱਲ ਸਾਰੀਆਂ ਪਾਰਟੀਆਂ ਕਰਨਗੇ, ਤਾਂ ਹੀ ਕੈਪਟਨ ਟਿਕਿਆ ਹੋਇਆ। ਕੈਪਟਨ ਕੁਛ ਨਹੀਂ ਕਹਿੰਦਾ ਤਾਂ ਹੀ, ਤੇ ਕੈਪਟਨ ਦੇ ਖਿਲਾਫ ਬੇਰੁਜ਼ਗਾਰ ਅਧਿਆਪਕਾਂ ਦਾ ਇੱਕ ਸੰਘਰਸ਼ ਵੀ ਵਿੱਢਿਆ ਹੋਇਆ, ਉਹਦੇ ਬਾਰੇ ਵੀ ਦੱਸੋ ਜੀ। ਗੱਲ ਸਾਹਿਬ ਦੇਖੋ, ਜਿਵੇਂ ਦਿੱਲੀ ਦੇ ਵਿੱਚ ਪੱਕਾ ਕਿਸਾਨ ਮੋਰਚਾ ਲੱਗਿਆ ਹੋਇਆ ਕਿਸਾਨਾਂ ਦੀਆਂ ਮੰਗਾਂ ਮਸਲਿਆਂ ਨੂੰ ਲੈ ਕੇ, ਇਵੇਂ ਜਿਵੇਂ ਸੰਗਰੂਰ ਤੇ ਪਟਿਆਲੇ 'ਚ ਵੀ ਪੱਕੇ ਮੋਰਚੇ ਲੱਗੇ ਹੋਏ ਨੇ, ਔਰ ਉਹ ਮੋਰਚੇ ਵੀ ਗਿੱਲ ਸਾਹਿਬ ਆਪਣੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਲੱਗੇ ਹੋਏ ਨੇ। ਉਹਨਾਂ ਮੋਰਚਿਆਂ ਨੂੰ ਲੱਗਿਆ ਨੂੰ ਸਾਲ ਦੇ ਨੇੜੇ ਤੇੜੇ ਹੋ ਗਿਆ, ਔਰ ਜਦੋਂ ਵਿੱਚ ਦੀ ਕਰੋਨਾ ਦੀ ਮਹਾਮਾਰੀ ਆਈ ਉਦੋਂ ਕਰੋਨਾ ਦਾ ਹਵਾਲਾ ਦੇ ਕੇ ਉਹਨਾਂ ਨੂੰ ਉਠਾਤਾ, ਤੇ ਉਹਨਾਂ ਨੂੰ ਉਦੋਂ ਉੱਠਣਾ ਪੈ ਗਿਆ ਕਿਉਂਕਿ ਹੂਆ ਐਡਾ ਗ੍ਰੇਟ ਹੋ ਗਿਆ ਸੀ। ਕੁਛ ਦਿਨ ਤਾਂ ਅੜੇ ਰਹੇ, ਤਾਂ ਉੱਥੇ ਵੀ ਸਾਡੀਆਂ 23 ਸਾਲ ਦੀਆਂ 25 ਸਾਲ ਦੀਆਂ 27 ਸਾਲ ਦੀਆਂ ਕੁੜੀਆਂ ਬੈਠੀਆਂ ਨੇ ਗਿੱਲ ਸਾਹਿਬ, ਔਰ ਦਿਨ ਰਾਤ ਉਸ ਮੋਰਚੇ ਦੇ ਵਿੱਚ ਰਹਿੰਦੀਆਂ ਨੇ। ਉੱਥੇ ਉਹਨਾਂ ਕੋਲੇ ਕੋਈ ਸਹੂਲਤ ਵੀ ਉਵੇਂ ਦੀ ਨਹੀਂ ਪਹੁੰਚ ਰਹੀ, ਕਿਉਂਕਿ ਮੀਡੀਆ ਵੀ ਦੇ ਵਿੱਚ ਵੀ ਉਹ ਮੋਰਚਾ ਜਿਹੜਾ ਉਹ ਨਹੀਂ ਆ ਰਿਹਾ। ਕਿ ਵੀ ਹੈਗਾ ਵੀ ਦੇਖੋ, ਜਿਹੜਾ ਨੈਸ਼ਨਲ ਮੀਡੀਆ ਉਹਨੇ ਤਾਂ ਜਾ ਕੇ ਹੁਣ ਦਿਖਾਉਣਾ ਨਹੀਂ ਪਟਿਆਲੇ ਤੇ ਸੰਗਰੂਰ ਦੇ ਵਿੱਚ, ਤੇ ਜਿਹੜਾ ਸਾਡਾ ਪੰਜਾਬ ਵਾਲਾ ਮੀਡੀਆ ਜਿਹੜਾ ਲੋਕ ਪੱਖੀ ਹੋਣ ਦੀ ਗੱਲ ਕਰਦਾ, ਮੈਨੂੰ ਲੱਗਦਾ ਉਹਨਾਂ ਨੂੰ ਵੀ ਦਿਸਦੇ ਨਹੀਂ ਉਹ ਮੋਰਚੇ। ਉੱਥੇ ਪਟਿਆਲੇ ਤਾਂ ਸਗੋਂਦੀ ਉਹਨਾਂ ਨੂੰ ਜਦੋਂ ਥੱਲਿਓ ਨਹੀਂ ਦਿਸੇ ਗਿੱਲ ਸਾਹਿਬ ਮੋਰਚਾ ਲੱਗਿਆ ਹੋਇਆ, ਪਾਣੀ ਵਾਲੀ ਟੈਂਕੀ ਤੇ ਚੜ੍ਹ ਕੇ ਬਹਿ ਗਏ ਮੁੰਡੇ। ਉਹ ਕਹਿੰਦੇ ਥੱਲਿਓ ਨਹੀਂ ਦੀਦੇ, ਸ਼ਾਇਦ ਤਾਹਾਂ ਤੋਂ ਦੀਜੀਏ, ਪਰ ਤਾਹਾਂ ਤੋਂ ਨਾ ਉਹ ਮੀਡੀਆ ਦੀ ਨਜ਼ਰ 'ਚ ਪੈਂਦੇ ਨੇ, ਨਾ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਦੀਂਦੇ ਨੇ। 30-40 ਫੁੱਟ ਤਾਹਾਂ ਬੈਠੇ ਮੁੰਡੇ ਇੰਨੀ ਠੰਡ ਦੇ ਵਿੱਚ, ਪੋਹ ਦੇ ਵਿੱਚ, ਦਿਨ ਰਾਤ ਉੱਤੇ ਹੀ ਬੈਠੇ ਨੇ। 2 ਦੀ ਤਾਂ ਮੈਨੂੰ ਪਤਾ ਅੱਜ ਲੱਗਿਆ ਵੀ ਹਾਲਤ ਵੀ ਮਾੜੀ ਹੋਈ ਪਈ ਹੈਗੀ। ਤਾਂ ਇਹ ਜਿਹੜੀ ਸਥਿਤੀ ਬਣੀ ਹੋਈ ਆ ਪੰਜਾਬ ਦੇ ਵਿੱਚ ਵੀ, ਕੈਪਟਨ ਅਮਰਿੰਦਰ ਸਿੰਘ ਨੇ ਵਾਅਦੇ ਬਹੁਤ ਕੀਤੇ ਸੀ, ਉਹਨੇ ਤਾਂ ਘਿਰਨਾ ਸੀ। ਆਹ ਦਿਨਾਂ ਦੇ ਵਿੱਚ ਮੋਰਚੇ ਉਹਦੇ ਖਿਲਾਫ ਵੀ ਲੱਗਣੇ ਸੀ। ਇਹ ਤਾਂ ਗੱਲ ਕਰ ਮੋਦੀ ਨੇ ਖੂਹ ਏਡਾ ਪੱਟਤਾ ਖੇਤੀ ਕਾਨੂੰਨ 3 ਲਿਆ ਕੇ ਕਿ ਸਾਰਾ ਮਤਲਬ ਜਿਹੜਾ ਆਪਣਾ ਗੁੱਸਾ ਹੈਗਾ ਉਹ ਮੋਦੀ ਕਣੀ ਨੂੰ ਹੋਰ ਤੁਰਿਆ, ਲੇਕਿਨ ਘੱਟ ਕੈਪਟਨ ਨਾਲ ਵੀ ਨਹੀਂ ਗੁਜ਼ਾਰ ਰਹੇ, ਔਰ ਕੈਪਟਨ ਦੇ ਖਿਲਾਫ ਵੀ ਗੁੱਸਾ ਹੈਗਾ ਜਿਹੜਾ ਲੋਕਾਂ ਦਾ ਉਹ ਬਰਕਰਾਰ ਆ। ਜੇ ਉਹਨੂੰ ਇਹ ਲੱਗਦਾ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਖਣੀ ਗਰੇਵਾਲ ਮਗਰ ਪੈ ਗਏ ਲੋਕ ਜਾਂ ਨਰਿੰਦਰ ਮੋਦੀ ਮਗਰ ਪੈ ਗਏ ਲੋਕ, ਪਿੰਡਾਂ 'ਚ ਬਣਨਾ ਕਾਂਗਰਸੀਆਂ ਦਾ ਵੀ ਦੁੱਬਰ ਹੋਇਆ ਪਿਆ, ਪਿੰਡਾਂ 'ਚ ਬਣਨਾ ਅਕਾਲੀ ਦਲ ਵਾਲਿਆਂ ਦਾ ਵੀ ਦੁੱਬਰ ਹੋਇਆ ਪਿਆ ਗਾ। ਸੁਖਬੀਰ ਬਾਦਲ ਨੇ ਐਵੇਂ ਨਹੀਂ ਜਿਹੜੀਆਂ ਮਾਘੀ ਦੇ ਮੇਲੇ ਦੇ ਉੱਤੇ ਕਿਹਾ ਵੀ ਸਿਆਸੀ ਕਾਨਫਰੰਸ ਨਹੀਂ ਕਰਾਂਗੇ, ਉਹਨੂੰ ਪਤਾ ਸੀ ਜੇ ਸਿਆਸੀ ਕਾਨਫਰੰਸ ਕੀਤੀ ਤਾਂ ਉੱਥੇ ਨਾਰੇ ਪੈਣਗੇ, ਉੱਥੇ ਕਾਲੀਆਂ ਝੰਡੀਆਂ ਹੋਣਗੀਆਂ। ਤਾਂ ਇਹ ਮਤਲਬ ਜਿਹੜੀ ਸਥਿਤੀ ਬਣੀ ਹੋਈ, ਸਥਿਤੀ ਦੇ ਵਿੱਚ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਲੋਕ ਘੇਰ ਰਹੇ ਨੇ, ਤੇ ਯਾਰਾ ਤੌਰ ਦੇ ਉੱਤੇ ਗਿੱਲ ਸਾਹਿਬ ਲੋਕਾਂ ਦਾ ਚੇਤਨਾ ਪੱਧਰ ਵੱਧ ਚੁੱਕਿਆ। ਪਿੰਡਾਂ ਦੀਆਂ ਸੱਥਾਂ 'ਚ ਕਾਂਗਰਸੀਆਂ ਨੂੰ ਘੇਰ ਪੁੱਛਣਗੇ ਲੋਕ ਵੀ ਘਰ ਰੁਜ਼ਗਾਰ ਕਿੱਥੇ ਹੈ, ਔਰ ਤੁਸੀਂ ਜਿਹੜੇ ਕਹਿੰਦੇ ਸੀ ਮੋਬਾਈਲ ਫੋਨ ਉਹ ਕਿੱਥੇ ਨੇ, ਉਹ ਪੁੱਛਣਗੇ ਉੱਥੇ ਵੀ ਤੁਸੀਂ ਗੁਟਕਾ ਸਾਹਿਬ ਦੀ ਹੱਥ ਰੱਖ ਕੇ ਸਹੁੰ ਖਾਧੀ ਸੀ ਵੀ ਨਸ਼ੇ ਖਤਮ ਕਰ ਦਿਆਂਗੇ। ਪਿੰਡਾਂ ਦੇ ਵਿੱਚ ਤਾਂ ਅਜੇ ਵੀ 70 ਵਿਸਦੇ ਨੇ, ਅਜੇ ਵੀ ਹੈਰੋਇਨ ਆਉਂਦੀ ਹੈ, ਅਜੇ ਵੀ ਚਿੱਟਾ ਜਿਹੜਾ ਉਹ ਬਾਰਡਰ ਪਾਰ ਕਰਕੇ ਆਉਂਦਾ। ਤਾਂ ਇਹ ਸਵਾਲ ਨੇ ਜਿਹੜੇ ਉੱਠਣਗੇ ਔਰ ਉੱਠ ਰਹੇ ਨੇ। ਉਹ ਮੋਰਚਾ ਵੀ ਚੱਲ ਰਿਹਾ ਜੀ। ਮੈਂ ਸਰੋਤਿਆਂ ਨੂੰ ਕਹੂੰ ਕਿ ਉਸ ਮੋਰਚੇ ਦੇ ਵੱਲ ਵੀ ਧਿਆਨ ਆ ਜਿਹੜਾ ਉਹ ਸਾਨੂੰ ਜ਼ਰੂਰ ਰੱਖਣਾ ਚਾਹੀਦਾ ਜੀ। ਕੱਲ ਨੂੰ ਹੁਣ ਰਾਤ 12 ਦੀ ਹੋ ਗਈ, ਲੋਹੜੀ ਹੈ। ਲੋਹੜੀ ਦੇ ਪੰਜਾਬ ਦੇ ਵਿੱਚ ਧੂਣੀ ਲੱਗਦੀ ਹੈ, ਤੇ ਮੂੰਗਫਲੀ ਦਾ ਗੇੜਾ ਤੇ ਗੱਚਕ ਦਾ ਗੇੜਾ ਤੇ ਜੈਬਾ ਆ ਕੇ ਸਵੇਰੇ ਕਹਿੰਦਾ ਚਾਚਾ ਛਮਾਨ ਬਣ ਗਿਆ, ਲੈ ਜਾਓ ਆ ਕੇ। ਪਿੰਡੇ ਬੱਕਰਾ ਝਟਕਾਉਂਦੇ, ਪਿੰਡੋਂ ਹੀ ਲੈ ਕੇ ਆਉਂਦੇ, ਪਿੰਡ ਦਾ ਹੀ ਦੇਸੀ ਬੱਕਰਾ, ਤੇ ਉਹਨੂੰ ਫਿਰ ਦੇਗੇ 'ਚ ਰਾੜਾ ਲੱਗਦਾ ਬਾਹਰਲੇ ਵਿਹੜੇ 'ਚ, ਆਲੇ ਦੁਆਲੇ ਬਹਿੰਦੇ। ਹੁਣ ਅੱਜ ਦੀ ਲੋਹੜੀ ਜਿਹੜੀ ਉੱਥੇ ਦੀ ਆ, ਕਿਹੋ ਜਿਹੀ ਮਨਾਓਗੇ? ਕੀ ਮਨ ਦੇ ਵਿੱਚ ਹੈ? ਧੂਣੀ ਤਾਂ ਬਹੁਤ ਲੱਗੂਗੀ, ਧੂਣੀ ਤਾਂ ਲੱਕੜਾਂ ਮਤਲਬ ਬੇਆਮ ਪਈਆਂ ਨੇ, ਹੋਰ ਕੀ ਆ ਮਨ? ਕੌੜੇ ਕਸੈਲੇ ਵਾਲੇ ਵੀ ਹੈਗੇ, ਇੱਧਰ ਉੱਧਰ ਜਾਂਦੇ ਨੇ। ਪਿਛਲੇ ਦਿਨੀ ਇੱਕ ਤੁਰੇ ਆਉਂਦੇ, ਉਹ ਵੀ ਆਪਣੇ ਪਿੰਡਾਂ ਦਾ ਨੇੜੇ ਦਾ ਸੀ, ਕਹਿੰਦਾ ਚਾਚਾ ਚੱਕ ਲਿਆ ਡੱਬਾ, ਕਹਿੰਦਾ ਮੈਂ ਵੀ ਚੱਕ ਲਿਆ ਡੱਬਾ, ਕਹਿੰਦਾ ਲੈਂਦੇ ਨੇ ਕੋਈ, ਕਹਿੰਦਾ ਜਮਾ ਹੀ ਨਹੀਂ ਭਤੀਜ, ਕੱਖ ਵੀ ਨਹੀਂ ਲੈਂਦੇ, ਨਾਲੇ ਦਾੜੀ ਤੇ ਹੱਥ ਫੇਰਦਾ ਸੀ। ਸੋ ਇਹ ਜਿਹੜਾ ਇਸ ਤਰ੍ਹਾਂ ਹੀ ਹੋਣਾ, ਇਹ ਸਾਰੀਆਂ ਗੱਲਾਂ ਇਸ ਤਰ੍ਹਾਂ ਹੀ ਹੋਣੀਆਂ ਨੇ। ਕੱਲ ਦੀ ਲੋਹੜੀ ਕਿਹੋ ਜਿਹੀ ਹੋਏਗੀ ਜੀ? ਗੱਲ ਸਾਹਿਬ ਲੋਹੜੀ ਦੀਆਂ ਪੂਰੀਆਂ ਤਿਆਰੀਆਂ ਚੱਲ ਰਹੀਆਂ ਜੀ। ਇੱਥੇ ਕਈ ਟਰੈਕਟਰ ਟਰਾਲੀਆਂ ਜਿਹੜੀਆਂ ਨੇ ਉਹ ਲੱਕੜਾਂ ਦੀਆਂ ਭਰ ਕੇ ਆ ਚੁੱਕੀਆਂ ਨੇ। ਗੱਲ ਸਾਹਿਬ ਅੱਜ ਮੈਂ ਅੱਖੀਂ ਦੇਖਿਆ ਵੀ ਇੱਕ ਟਰਾਲਾ ਵੱਡਾ, ਗੱਲ ਸਾਹਿਬ ਵੱਡਾ ਟਰਾਲਾ ਮੂੰਗਫਲੀ ਦਾ ਭਰਿਆ ਆ ਗਿਆ, ਔਰ ਉਹਨਾਂ ਨੇ ਨਾ ਅਨਾਊਂਸਮੈਂਟ ਕੀਤੀ ਵੀ ਅਸੀਂ ਨਾ ਕਿਸੇ ਨੂੰ ਇੱਥੇ ਨਹੀਂ ਦਿੰਦੇ ਮੂੰਗਫਲੀ, ਲੈਣ ਨਾ ਲਾਓ, ਅਸੀਂ ਟਰਾਲੀਆਂ 'ਚ ਧਰ ਕੇ ਆਵਾਂਗੇ ਆਪਦੇ ਆਪ ਲਿਫਾਫੇ। ਔਰ ਟਰਾਲੀਆਂ 'ਚ ਕਹਿੰਦੇ ਧਰ ਗਏ। ਮੈਂ ਸ਼ਾਮ ਨੂੰ ਪੁੱਛਿਆ ਵੀ ਟਰਾਲੀਆਂ 'ਚ, ਕਹਿੰਦੇ ਧਰ ਗਏ ਜੀ। ਔਰ ਉਸ ਤੋਂ ਬਾਅਦ ਇੱਕ ਹੋਰ ਜਿਹੜੀ ਮਤਲਬ ਟਰੈਕਟਰ ਟਰਾਲੀ ਆ ਉਹ ਮੂੰਗਫਲੀ ਰਿਓੜੀਆਂ ਦੀ ਭਰੀ ਆਈ। ਸੋ ਇੱਥੇ ਦਿੱਲੀ ਦੇ ਵਿੱਚੋਂ ਪਤਾ ਲੱਗਿਆ ਗਾ ਵੀ ਕੱਲ ਨੂੰ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਜਿਹੜੇ ਉਹ ਆਪ ਮੁਹਾਰੇ ਆਉਣਗੇ ਵੀ ਅਸੀਂ ਆ ਕੇ ਲੋਹੜੀ ਇੱਥੇ ਮਨਾਉਣੀ ਆ। ਗਿੱਲ ਸਾਹਿਬ ਮੈਂ ਦੇਖਿਆ ਵੀ ਦਿੱਲੀ ਦੇ ਵਿੱਚ ਜਿੰਨੇ ਸਰਦਾਰ ਨੇ ਉਹਨਾਂ ਦੇ ਪਰਿਵਾਰ ਨੇ ਜਿਹੜੇ, ਔਰਤਾਂ ਬੱਚੇ, ਉਹ ਲੈ ਕੇ ਇੱਥੇ ਆਉਂਦੇ ਨੇ।
ਸਵੇਰੇ ਸ਼ਾਮ ਔਰ ਆ ਕੇ ਇੱਥੇ ਕੁਛ ਨਾ ਕੁਛ ਤਾਂ ਵੰਡ ਕੇ ਜਾਂਦੇ ਨੇ। ਔਰ ਲੋਹੜੀ ਵਾਲੇ ਦਿਨ ਤਾਂ ਉਹਨਾਂ ਨੇ ਬਕਾਇਦਾ ਤੌਰ ਦੇ ਉੱਤੇ ਕਿਹਾ ਵੀ ਅਸੀਂ ਜਿੰਨੇ ਦਿੱਲੀ ਦੇ ਵਿੱਚ ਰਹਿੰਦੇ ਆ ਸਾਰੇ ਇੱਥੇ ਆ ਕੇ ਲੋਹੜੀ ਆ ਜਿਹੜੀ ਉਹ ਆਪਦੇ ਭਾਈਚਾਰੇ ਨਾਲ ਮਨਾਵਾਂਗੇ। ਗੱਲ ਸਾਹਿਬ ਉਹਨਾਂ ਨੂੰ ਨਾ ਅਸਲ ਦੇ ਵਿੱਚ ਇੱਕ ਤਾਂ 1984 ਵਾਲਾ ਸੇਕ ਝੱਲਿਆ, ਉਸ ਤੋਂ ਬਾਅਦ ਉਹਨਾਂ ਨੂੰ ਮਤਲਬ ਹੁਣ ਚਾਅ ਚੜਿਆ ਪਿਆ। ਉਹਨਾਂ ਨੂੰ ਐਂ ਲੱਗਦਾ ਵੀ ਸਾਡੇ ਬੂਹੇ ਆਏ ਨੇ ਇਹ ਕੋਈ, ਕਿਉਂਕਿ ਕੁਛ ਨਾ ਕੁਛ ਤਾਂ ਕਿਸੇ ਪਿੰਡਾਂ ਦਾ, ਸਾਡੇ ਪਿੰਡ ਦਾ ਕੋਈ ਬੰਦਾ ਦਿੱਲੀ ਰਹਿੰਦਾ, ਉਹਨੂੰ ਇਹ ਲੱਗਦਾ ਵੀ ਸਾਡੇ ਪਿੰਡ ਦੇ ਬੰਦੇ ਆਏ ਹੋਏ ਆ ਯਾਰ, ਸਾਡੇ ਘਰੇ ਆਏ ਹੋਏ ਆ। ਉਹ ਗੱਲ ਸਾਹਿਬ ਆਪ ਮੁਹਾਰੇ ਆਉਂਦੇ ਨੇ, ਕੁਛ ਨਾ ਕੁਛ ਲੈ ਕੇ ਆਉਂਦੇ ਨੇ। ਔਰ ਇੱਥੇ ਮਤਲਬ ਜਿਹੜਾ ਲੋਹੜੀ ਦਾ ਮਾਹੌਲ ਵੀ ਆ, ਕਿਸਾਨ ਜਥੇਬੰਦੀਆਂ ਨੇ ਵੀ ਬਕਾਇਦਾ ਸਟੇਜ ਤੋਂ ਵੀ ਅਨਾਊਂਸਮੈਂਟ ਕੀਤੀ ਹੈਗੀ ਵੀ ਭਾਈ ਇਹ ਲੋਹੜੀ ਆਪਾਂ ਮਨਾਵਾਂਗੇ, ਭਾਵੇਂ 70 ਵਿਸ ਰਹੇ ਨੇ, ਕੋਈ ਗੱਲ ਨਹੀਂ। ਆਪਾਂ ਜਿਹੜੀਆਂ ਧੂਈਆਂ ਲਾਉਣੀਆਂ ਨੇ ਉਹਦੇ ਤੇ ਤਿੰਨੇ ਖੇਤੀ ਕਾਨੂੰਨਾਂ ਦੀਆਂ ਫੋਟੋ ਕਾਪੀਆਂ ਨੇ ਜਿਹੜੀਆਂ ਉਹ ਜ਼ਰੂਰ ਮਚਾਓ, ਔਰ ਪੰਜਾਬ ਦੇ ਪਿੰਡਾਂ 'ਚ ਵੀ ਮਚਾਓ, ਵਿਦੇਸ਼ਾਂ ਦੇ ਵਿੱਚ ਵੀ ਕਿਹਾ ਵੀ ਜਿੱਥੇ ਵੀ ਤੁਸੀਂ ਲੋਹੜੀ ਮਨਾਉਂਦੇ ਹੋ ਧੂਈ ਲਾਓ, ਧੂਈ ਲਾ ਕੇ ਉਹਦੇ ਤੇ ਤਿੰਨੇ ਖੇਤੀ ਕਾਨੂੰਨਾਂ ਦੀਆਂ ਫੋਟੋ ਕਾਪੀਆਂ ਮਚਾਓ, ਔਰ ਤਸਵੀਰਾਂ ਵੀ ਖਿੱਚ ਕੇ ਇੱਧਰ ਜਿਹੜੀਆਂ ਗੱਲ ਸਾਹਿਬ ਉਹ ਭੇਜਣੀਆਂ ਚਾਹੀਦੀਆਂ ਸਾਰੇ ਪ੍ਰਵਾਸੀ ਪੰਜਾਬੀਆਂ ਨੂੰ। ਸੋਸ਼ਲ ਮੀਡੀਆ ਵੀ ਭਰ ਦੇਣਾ ਚਾਹੀਦਾ ਵੀ ਆਹ ਲੋਹੜੀ ਐਤਕੀ ਦੀ ਭਾਈ ਅਸੀਂ ਤਿੰਨੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਫੂਕਦੇ ਹੋਏ ਮਨਾ ਰਹੇ ਹਾਂ। ਸੋ ਇੱਥੇ ਬੜਾ ਸੋਹਣਾ ਮਾਹੌਲ ਆ ਲੋਹੜੀ ਦਾ। ਕੱਲ ਨੂੰ ਆਪਾਂ ਲਾਈਵ ਗੱਲ ਸਾਹਿਬ ਦੱਸਾਂਗੇ ਵੀ ਕਿਵੇਂ ਕਿਵੇਂ ਦੀ ਲੋਹੜੀ ਆ, ਕੀ ਕੀ ਵੰਡਿਆ ਜਾ ਰਿਹਾ, ਕੀ ਕੀ ਹੋ ਰਿਹਾ, ਕਿਸ ਤਰੀਕੇ ਦਾ ਮਾਹੌਲ ਜਿਹੜਾ ਉਹ ਬਣਿਆ ਹੋਇਆ ਗਾ। ਕੌੜੇ ਕਸਾਲੇ ਵਾਲੀ ਵੀ ਗੱਲ ਆਪਾਂ ਦੱਸਾਂਗੇ ਕਿਉਂਕਿ ਪੰਜਾਬ ਨਾਲੋਂ ਇੱਥੇ ਵੈਸੇ ਵੀ ਸਸਤੀ ਹੈ ਗੱਲ ਸਾਹਿਬ ਜੀ। ਠੰਡ ਵੀ ਆ। ਅੱਛਾ, ਕੱਲ ਇੱਕ ਮੈਂ ਜਾਂਦੇ ਜਾਂਦੇ ਆਪਾਂ ਗੱਲ ਸਾਂਝੀ ਕਰ ਲਈਏ। ਇੱਥੇ ਆਪਣੇ ਭਾਈ ਸਾਹਿਬ ਨੇ ਵੱਡੇ ਸਰਦਾਰ ਦਰਸ਼ਨ ਸਿੰਘ ਸਾਹਸੀ, ਉਹਨਾਂ ਦਾ ਨਾ ਰੀਸਾਈਕਲਿੰਗ ਦਾ ਬਿਜ਼ਨਸ ਹੈ। ਇੱਥੋਂ ਕੱਪੜੇ ਲਿਜਾ ਕੇ ਉਹ ਗੁਜਰਾਤ ਦੇ ਵਿੱਚ ਉਹਨੂੰ ਸੌਰਟਡ ਆਊਟ ਕਰਕੇ ਲੈ ਕੇ ਆਉਂਦੇ ਆ। ਅਤੇ ਉਹਨਾਂ ਦੇ ਬਿਜ਼ਨਸ ਪਾਰਟਨਰ ਨੇ ਆਪਣੇ ਦਿੱਲੀ ਤੋਂ ਇੱਕ ਸਰਦਾਰ ਜੀ, ਕੱਲ੍ਹ ਉਹਨਾਂ ਨੇ ਮੈਨੂੰ ਉਹਨਾਂ ਨਾਲ ਗੱਲ ਕੀਤੀ। ਉਹ ਕਹਿੰਦਾ ਯਾਰ ਬਈ ਸਾਨੂੰ ਪਹਿਲੀ ਵਾਰ ਇਹ ਅਹਿਸਾਸ ਹੋਇਆ ਵੀ ਅਸੀਂ ਸਰਦਾਰ ਹਾਂ। ਕਹਿੰਦਾ ਨਹੀਂ ਤਾਂ ਸਾਨੂੰ, ਅਸੀਂ ਸਿਰ 'ਤੇ ਪਗੜੀ ਬੰਨੀ ਹੋਈ ਸੀ, ਸਾਨੂੰ ਉਹ ਕਦਰਾਂ ਕੀਮਤਾਂ ਨਹੀਂ ਸੀ ਹੈਗੀਆਂ ਵੀ ਜਿਹੜੀਆਂ, ਕਹਿੰਦਾ ਪਰ ਜਦ ਅਸੀਂ ਪੰਜਾਬ ਆਪਣੀਆਂ ਬਰੂਹਾਂ 'ਤੇ ਵੇਖਿਆ, ਹੁਣ ਕਹਿੰਦਾ ਸਾਨੂੰ ਮਾਣ ਹੁੰਦਾ ਵੀ ਯਾਰ ਅਸੀਂ ਇੱਕ ਕੌਮ ਦੇ ਵਿੱਚ ਪੈਦਾ ਹੋਇਆ, ਜਿਹੜੀ ਕੌਮ ਲੋਕਾਂ ਦੇ ਲਈ ਆਪਾ ਵਾਰਦੀ ਕਿਵੇਂ ਆ। ਉਹਦਾ 17-18 ਸਾਲਾਂ ਦਾ ਮੁੰਡਾ, ਉਹ ਕਹਿੰਦੇ ਮੈਂ ਇੱਥੇ ਕੈਨੇਡਾ ਨਹੀਂ ਰਹਿਣਾ, ਮੈਂ ਤਾਂ ਮੁੜ ਕੇ ਆਉਣਾ। ਆਪਣੇ ਦੇਸ਼ਾਂ 'ਚ ਬਹੁਤ ਕੁਛ ਹੈ। ਇਸ ਸੰਘਰਸ਼ ਨੇ ਬਹੁਤ ਕੁਝ ਨਵਾਂ ਦਿੱਤਾ, ਸਵੈਮਾਨ ਦਿੱਤਾ। ਪਤਾ ਨਹੀਂ ਪੰਜਾਬ ਬਾਰੇ, ਕਿਉਂਕਿ ਜਿਹੜਾ ਕੁਛ ਮੀਡੀਆ ਪੜ੍ਹਦਾ ਲਿਖਦਾ ਹੈ ਉਹੀ ਵਰਖਾ ਦੱਤ ਦੇਖ ਲਓ ਪਿਛਲੇ ਦਿਨੀ ਕੀ ਕਹਿਣ ਲੱਗੀ ਹੋਈ ਸੀ। ਇਸ ਤਰ੍ਹਾਂ ਪੜ੍ਹੇ ਲਿਖੇ ਇੰਟਲੈਕਚੁਅਲ ਬੰਦੇ, ਮੇਰੇ ਨਾਲ ਇੱਕ ਮੁੰਡਾ ਰਣਧੀਰ ਰਾਜ ਸਚਦੇਵ ਦਿੱਲੀ ਦਾ ਸਾਡੇ ਨਾਲ ਇੰਜੀਨੀਅਰ ਸੀ ਮਸਕਟ, ਮੇਰਾ ਵਿਆਹ 94 'ਚ ਹੋਇਆ। ਮੈਂ ਰਣਧੀਰ ਰਾਜਾ ਤੈਨੂੰ ਵਿਆਹ ਦਿਖਾਈ, ਉਹ ਕਹਿੰਦਾ ਪੰਜਾਬ 'ਚ ਵਿਆਹ, ਕਹਿੰਦਾ ਉੱਥੇ ਵੜ ਦਿੰਦੇ ਨੇ ਬੰਦਾ ਤੁਹਾਡੇ ਪੰਜਾਬ 'ਚ, ਬਾਹਰਲਾ ਬੰਦਾ ਹਿੰਦੂ ਤਾਂ ਰਹਿ ਹੀ ਨਹੀਂ ਸਕਦਾ। ਮੈਂ ਕਿਹਾ ਤੈਨੂੰ ਕਿਹਨੇ ਕਿਹਾ ਇਹ, ਤੂੰ ਮੇਰੇ ਨਾਲ ਰਹਿ ਰਿਹਾ 4 ਵਰ੍ਹਿਆਂ ਦਾ, ਤੈਨੂੰ ਕਿਹਨੇ ਕਹਿਤਾ ਇਹ। ਉਹਨੂੰ ਮਨਾਇਆ, ਫਿਰ ਉਹਨੂੰ ਜ਼ਿੰਦਗੀ ਦੱਸੀ। ਉਹ ਕਹਿੰਦਾ ਯਾਰ ਬਈ ਅਸੀਂ ਤਾਂ ਬਹੁਤ ਹਨੇਰੇ 'ਚ ਰਹੇ ਹਾਂ, ਕਹਿੰਦਾ ਸਾਡੇ ਤਾਂ ਜ਼ਹਿਰ ਇੰਨੀ ਆ ਵੀ ਇਹ ਪੰਜਾਬ ਦੇ ਲੋਕ ਇਹ ਤਾਂ ਵੱਢ ਖਾਣੇ ਨੇ। ਸੋ ਇਹ ਚੀਜ਼ਾਂ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਜਿਹੜਾ ਅਸੀਂ ਉੱਥੇ ਦੀ ਛਾਪ, ਨਹੀਂ ਤਾਂ ਕਾਨੂੰਨ ਲੈ ਕੇ ਪੰਜਾਬ ਵਾਲੇ ਤਾਂ ਹੁਣ ਨੂੰ ਨਵਕਿਰਨ ਮੁੜ ਜਾਂਦੇ। ਉਹ ਕਹਿੰਦੇ ਵੀ ਨੇ ਉਹ ਲੈ ਜਾਓ, ਤੁਸੀਂ ਜਾਓ, ਹਰਿਆਣੇ ਵਾਲੇ ਵੀ ਲੈ ਜਾਓ, ਯੂਪੀ ਬਿਹਾਰ ਵਾਲਿਆਂ ਨੂੰ ਨਹੀਂ ਅਸੀਂ ਖੰਘਣ ਦੇਣਾ, ਜਾਂ ਰਾਜਸਥਾਨ ਵਾਲਿਆਂ ਨੂੰ। ਸੋ ਇਹਦੇ ਵਿੱਚੋਂ ਚੰਗੀਆਂ ਚੀਜ਼ਾਂ ਵੀ ਉੱਭਰ ਕੇ ਆਈਆਂ ਨੇ, ਅਤੇ ਦਾਤਾ ਮਿਹਰ ਕਰੇ ਇਸ ਤਰ੍ਹਾਂ ਹੀ ਸੁੱਖ ਸਵੀਲੀ ਇਹ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਜਿੱਤ ਕੇ ਵਾਪਸ ਮੁੜੇ, ਅਤੇ ਕੋਈ ਵੀ ਗਲਤ ਕੰਮ ਨਾ ਹੋਵੇ, ਕੋਈ ਵਿਕੇ ਨਾ, ਕੋਈ ਜਰਕੇ ਨਾ, ਕੋਈ ਜਿਹੜੇ ਸਦਾ ਹੀ ਸਾਰੇ ਸਵੈਮਾਨ ਨਾਲ ਜਿਉਣ। ਸੋ ਇਹ ਮੇਰੇ ਮਨ ਦੀ ਗੱਲ ਹੈ ਨਵਕਿਰਨ। ਬਿਲਕੁਲ ਗੱਲ ਸਾਹਿਬ, ਔਰ ਜਿੱਤ ਕੇ ਮੁੜਨਗੇ ਜੀ। ਔਰ ਐਜੀਟੇਸ਼ਨ ਆ ਜਿਹੜੀ ਬਹੁਤ ਸੋਹਣੀ ਚੱਲ ਰਹੀ ਆ। ਸੋ ਕੱਲ੍ਹ ਨੂੰ ਮੈਂ ਇਹੀ ਅਪੀਲ ਕਰੂੰ ਆਪਣੇ ਸਾਰੇ ਪ੍ਰਵਾਸੀ ਪੰਜਾਬੀਆਂ ਨੂੰ ਵੀ ਆਪਣੇ ਨਾਲ ਜ਼ਰੂਰ ਜੁੜਨ। ਆਪਾਂ ਲੋਹੜੀ ਦਾ ਲਾਈਵ ਜਿਹੜਾ ਇੱਥੇ ਆਉਣ ਦਾ ਬੇਸਿਕ ਕਾਰਨ ਹੀ ਇਹ ਆ ਵੀ ਆਪਾਂ ਲੋਹੜੀ ਜ਼ਰੂਰ ਦੱਸਣੀ ਹੈ, ਲੋਹੜੀ ਜ਼ਰੂਰ ਦਿਖਾਉਣੀ ਆ ਵੀ ਕਿਵੇਂ ਮਨਾਈ ਜਾਂਦੀ ਹੈ। ਜੀ ਗੱਲ, ਧੰਨਵਾਦ, ਬਹੁਤ ਬਹੁਤ ਸ਼ੁਭ ਸ਼ਾਮਾਂ, ਚੜ੍ਹਦੀ ਕਲਾ 'ਚ ਰਹਿਣਾ। ਧੰਨਵਾਦ, ਸ਼ੁਕਰੀਆ ਗਿੱਲ ਸਾਹਿਬ। ਕੋਸ਼ਿਸ਼ ਕਰਾਂਗੇ ਕੱਲ੍ਹ ਨੂੰ ਦੁੱਲੇ ਭੱਟੀ ਦੇ ਮਤਲਬ ਆਪਾਂ ਇੱਥੇ, ਕਿਉਂਕਿ ਕੁਛ ਯੂਨੀਵਰਸਿਟੀ ਵਾਲੇ ਸਟੂਡੈਂਟ ਵੀ ਆਏ ਹੋਏ ਨੇ, ਮੇਰੀ ਉਹਨਾਂ ਨਾਲ ਅੱਜ ਗੱਲ ਹੋਈ ਸੀ, ਉਹ ਕਹਿੰਦੇ ਆਪਾਂ ਕੱਲ੍ਹ ਨੂੰ ਤੁਹਾਨੂੰ ਗੀਤ ਵੀ ਸੁਣਾਵਾਂਗੇ। ਸੋ ਲਾਈਵ ਆਪਾਂ ਤੁਹਾਨੂੰ ਯੂਨੀਵਰਸਿਟੀ ਵਾਲੇ ਵਿਦਿਆਰਥੀਆਂ ਦੇ ਨਾਲ ਵੀ ਜਿਹੜਾ ਗੱਲਬਾਤ ਕਰਾਵਾਂਗੇ ਇਸ ਸਮੇਂ। ਬਿਲਕੁਲ, ਆਪਾਂ ਫੇਸਬੁੱਕ ਤੇ ਨਾਲ ਲਾਈਵ ਹੋਵਾਂਗੇ, ਸਮਾਂ ਵੀ ਕੱਲ੍ਹ ਨੂੰ ਪੂਰਾ ਵੱਧ ਰੱਖਾਂਗੇ ਆਪਾਂ, ਤੇ ਆਪਣਾ ਖਿਆਲ ਰੱਖਣਾ। ਧੰਨਵਾਦ, ਸ਼ੁਕਰੀਆ ਬਿੱਟੂ ਜੀ, ਤੁਹਾਡਾ ਸਵਾਗਤ। ਸਤਿ ਸ੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਗਿਆਸ ਸਾਹਿਬ। ਸਤਿ ਸ੍ਰੀ ਅਕਾਲ ਬਾਈ ਜੀ। ਹਾਂਜੀ, ਮੈਂ ਤੁਹਾਡੀਆਂ ਖਬਰਾਂ ਸੁਣ ਰਿਹਾ ਸੀ ਗਿਆਸ ਸਾਹਿਬ। ਆਪਾਂ ਅੱਗੇ ਵੀ ਗੱਲ ਕਰਦੇ ਹਾਂ ਵੀ ਸਾਡੇ ਜਿੰਨੇ ਵੀ ਅਸੀਂ ਕਰ ਰਹੇ ਹਾਂ ਕਿਸੇ ਨਾ ਕਿਸੇ ਨਾਲ ਲਗਾਓ ਹੈਗਾ। ਬਿਲਕੁਲ, ਸਰਕਾਰ ਤੇ ਜ਼ਰੂਰ ਉਹਨੂੰ ਸਲਾਮ। ਜਿਹੜੀ ਇਹਨਾਂ ਨੇ ਭੁਪਿੰਦਰ ਸਿੰਘ ਮਾਨ ਦੀ ਗੱਲ ਕੀਤੀ ਆ, ਇਹ ਜਿਹੜੀ ਕਾਂਗਰਸ ਦੀ ਹੈਗੀ ਕਿਸਾਨ ਵਿੰਗ, ਉਹਦੇ ਪ੍ਰਧਾਨ ਆ ਮੇਰੇ, ਇਹਨਾਂ ਕਮਿਸ਼ਨ ਦਾ ਮੈਂਬਰ ਆ, ਜਿਹੜੇ ਹੁੰਦੇ ਨੀ
ਗਵਰਨਮੈਂਟ ਉਦੋਂ ਲੈ ਕੇ ਕਈ ਪੱਤਰਕਾਰ ਖਬਰ ਨਹੀਂ ਦੇਣੀ ਚਾਹੁੰਦੇ ਸੀ। ਹੁਣੇ ਮੈਂ ਕਿਸੇ ਨੇ ਕਾਲ ਕੀਤੀ ਸੀ, ਤੁਹਾਡਾ ਦਾ ਨਾਂ ਤਾਂ ਨਹੀਂ ਮੈਂ ਲੈਣਾ, ਕਾਫੀ ਬਜ਼ੁਰਗ ਪੱਤਰਕਾਰ ਆ, ਲਾਸਟ ਨੇਂਦੋ ਆ, ਟੋਰਾਂਟੋ ਔਨ 에ਅਰ ਸੀਗਾ, ਉਹ ਮੇਰੇ ਗਾਲ ਪੈਣ ਨੂੰ ਫਿਰੇ ਵੀ ਇਹਨੂੰ ਕਿੱਦਾਂ ਪਤਾ ਲੱਗ ਗਿਆ ਵੀ ਇਹਨਾਂ ਨੂੰ ਇਹ ਵੀ ਜਿਹੜੀ ਅਸੀਂ ਖਬਰਾਂ ਦਿੰਦੇ ਉਹੀ ਹੁਣ ਮਤਲਬ ਜ਼ਰੂਰ। ਮੈਂ ਕਹਿੰਦਾ ਕਾਂਗਰਸੀ ਹੋਣ ਭਾਵੇਂ ਅਕਾਲੀ ਹੋਣ ਖਬਰ ਦੇਵੇ। ਮੇਰੇ ਖਿਆਲ 'ਚ ਮੈਂ ਫਿਰ ਚੀਮਾ ਕਹਿਤਾ, ਉਹ ਮੇਰੇ ਗਾਲ ਪੈਣ ਨੂੰ ਫਿਰੇ। ਉਹ ਪੱਤਰਕਾਰ ਨੂੰ ਹੀ ਅੱਗੇ ਸੈਨੇਟ ਦਾ ਮੈਂਬਰ ਵੀ ਲਾਤਾ ਸੀ ਇਹਨਾਂ ਨੇ, ਸਰਕਾਰ ਨੇ, ਉਹਨੇ ਡਿਨਾਈ ਕਰਤਾ। ਮੈਨੂੰ ਪਤਾ ਨਹੀਂ ਵੀ ਬਹੁਤੇ ਲੋਕਾਂ ਨੂੰ ਪਤਾ ਕਿ ਨਹੀਂ ਪਤਾ। ਤੇ ਮੈਂ ਕਿਹਾ ਵੀ ਤੁਹਾਡੇ ਬਾਰੇ ਆਹ ਸੁਣਿਆ ਸੀ, ਤੁਹਾਨੂੰ ਕਹਿੰਦੇ ਕਹਿਤਾ। ਮੈਂ ਕਿਹਾ ਮੈਂ ਇਹ ਵੀ ਹੁਣ ਸੁਣਿਆ ਵੀ ਤੁਹਾਨੂੰ ਸ਼ਾਇਦ ਦੂਜੀ ਰਾਜ ਸਭਾ ਦੇ ਵਿੱਚ ਵੀ ਭੇਜੇ ਕਾਂਗਰਸ। ਉਹ ਮੇਰੇ ਮਤਲਬ ਲੜਨ ਨੂੰ ਫਿਰੇ। ਮੈਂ ਕਿਹਾ ਵੀ ਗੱਲਾਂ ਚੱਲ ਰਹੀਆਂ ਵੀ ਇੱਕ ਤਾਂ ਸੁਨੀਲ ਚ ਆਖਰ ਕਹਿੰਦਾ ਵੀ ਮੈਂ ਉਸ ਤੋਂ ਬਿਨਾਂ ਰੋਟੀ ਨਹੀਂ ਖਾਂਦਾ ਜਿੰਨੇ ਚ ਕਰੋ ਮੈਂ ਪ੍ਰੋਗਰਾਮ ਨਾ ਸੁਣਾ। ਤੋਂ ਮਤਲਬ ਵੀ ਏਡੇ ਏਡੇ ਲੀਡਰ ਪ੍ਰੇਜ ਕਰਦੇ ਆ। ਇਹਨਾਂ ਪੱਤਰਕਾਰਾਂ ਨੂੰ ਇਹ ਆ ਵੀ ਸਾਡੀਆਂ ਜਿਹੜੀਆਂ ਖਬਰਾਂ ਉਹੀ ਫਾਈਨਲ ਹੈ, ਲੋਕੀ ਇੱਥੇ ਉੱਥੇ ਬੈਠੇ ਆ। ਕਿਉਂਕਿ ਅਸੀਂ ਤਾਂ ਹੁਣ ਖੱਬੇ ਸੱਜੇ ਹੱਥ ਮਾਰ ਰਹੇ ਨੇ, ਸਾਨੂੰ ਤਾਂ ਪਤਾ ਲੱਗ ਜਾਂਦਾ ਆ। ਸੋ ਮੇਰੇ ਖਿਆਲ 'ਚ ਜਿਹੜੀ ਖਬਰਾਂ ਦਿੰਦੇ ਜ਼ਰੂਰ ਏਦਾਂ ਦੇਣੀ ਚਾਹੀਦੀ ਜਿਹੜੀ ਮਰਜ਼ੀ ਪਾਰਟੀ ਦੀ ਹੋਵੇ ਖਬਰ। ਬਿਲਕੁਲ ਜੀ, ਓਕੇ ਜੀ, ਥੈਂਕ ਯੂ। ਇਹ ਤਾਂ ਇਲਾਹੀ ਹੁਕਮ ਸੀ 20 ਸਾਲ ਪਹਿਲਾਂ। ਅੱਜ ਮਾਰਕੀਟ ਵਧੀਆ, ਲੌਟਾਂ ਲੈ ਲਓ। ਅੱਜ ਰਾਤ ਰੀਅਲਟਰਾਂ ਨਾਲ ਖੜਕ ਗਈ, ਮਾਰਕੀਟ ਡਾਊਨ ਹੋ ਗਈ, ਲੌਟਾਂ ਨਾਲ ਲਿਓ, ਸਸਤੀ ਹੋ ਜਾਣੀ ਆ। ਕਿਹੜਾ ਕੋਈ ਕ੍ਰਾਸ ਐਗਜ਼ਾਮੀਨੇਸ਼ਨ ਸੀ, ਨਾ ਕੋਈ ਫੋਨ ਕੋਲ, ਨਾ ਘਰ 'ਚ ਕੰਪਿਊਟਰ। 20 ਸਾਲ ਪਹਿਲਾਂ ਜਿਹੜੀ ਗੱਲ ਕਹਿਤੀ, ਪਟਿਆਲੇ ਨਾਭੇ ਕੋਲ 2 ਬੱਸਾਂ ਭਿੜ ਗਈਆਂ। ਅੱਛਾ ਬਈ, ਭਿੜ ਗਈਆਂ। ਸਾਡੇ ਪਿੰਡ ਇੱਕ ਦਾਦੀ ਹੁੰਦੀ, ਜੇ ਉਹਦੇ ਕੋਲ ਜਾ ਕੇ ਬਜ਼ੁਰਗਾਂ ਨੇ ਕਹਿਣਾ ਦਾਦੀ ਨਾਭੇ ਕੋਲ ਨਹਿਰ ਟੁੱਟ ਗਈ, ਅੱਗੇ ਵੀ ਟੁੱਟੀ ਸੀ ਭਾਈ ਉੱਥੇ। ਅਬੋਹਰ ਕੋਲ ਬੱਸਾਂ ਭਿੜ ਗਈਆਂ, ਅੱਗੇ ਵੀ ਭਿੜੀਆਂ ਸੀ ਭਾਈ ਉੱਥੇ। ਇਹ ਹਾਲ ਇੱਥੇ ਪੱਤਰਕਾਰਾਂ ਦਾ ਸੀ। ਤਾਂ ਹੀ ਤਾਂ ਰੰਗੜਾਊਪਣਾ ਹਾਲੇ ਛੱਡਿਆ ਨਹੀਂ ਵੀ ਸਾਡੇ ਬਰਾਬਰ ਕੌਣ ਆਊ। ਅਸੀਂ ਹੋਈ ਹਾਂ ਜਿਹੜੇ ਪਹਿਲਾਂ ਸ਼ੁਰੂ ਹੋਏ, ਬਾਕੀ ਕੋਈ ਨਹੀਂ। ਖਬਰ ਹੈ। ਸਾਡੀ ਓਰੀਐਂਟੇਸ਼ਨ, ਸਾਡੀ ਉਲਾਰਤਾ, ਸਾਡਾ ਕਿਸੇ ਵੱਲ ਝੁਕਣਾ, ਇਹ ਗੱਲ ਅਲੱਗ ਹੈ। ਪਰ ਖਬਰ ਨੂੰ ਖਬਰ ਵਾਂਗੂ ਦੇਣੀ ਚਾਹੀਦੀ ਹੈ। ਸਾਡੀ ਨਿੱਜੀ ਜ਼ਿੰਦਗੀ ਕਿਸੇ ਪਾਸੇ ਹੋਵੇ ਨਾ ਹੋਵੇ, ਇਹ ਪੱਤਰਕਾਰਤਾ ਦੀ ਗੱਲ ਹੈ। ਮੈਂ ਕਿਹਾ ਸੀ ਰੌਲਾ ਪਵਾ ਕੇ ਜਦ ਉੱਥੇ ਬਿੱਟੂ ਆਪਣੇ ਉਹਨੇ ਡਿੰਪੇ ਨੇ ਕੁੜੀ ਦੇ ਤੋਂ ਮਾਈਕ ਖੋਇਆ, ਦਿੱਲੀ ਜਿਹੜੇ ਫਿਰਦੇ ਨੇ ਅਖੌਤੀ ਪੱਤਰਕਾਰ, 3 ਦਿਨ ਨਹੀਂ ਕੋਈ ਬੋਲਿਆ। 3 ਦਿਨ ਜਿਹੜੇ ਹੁਣੇ ਲਾਈਵ ਹੋ ਰਹੇ ਆ, ਹੁਣੇ ਕਰ ਰਹੇ ਆ। ਕਾਂਗਰਸ ਦੀ ਕੋਈ ਖਬਰ ਆਵੇ ਕਦੇ ਨਹੀਂ ਦੇਣਗੇ। ਅਕਾਲੀਆਂ ਦੀ ਖਬਰ ਆ ਜਾਵੇ, ਬੀਜੇਪੀ ਦੀਆਂ ਖਬਰਾਂ ਆ ਜਾਵੇ, ਫਿਰ ਸਾਹ ਨਹੀਂ ਲੈਂਦੇ। ਕਿਉਂਕਿ ਗਾਰਨਿਸ਼ਿੰਗ ਜਿਹੜੀ ਹੋਈ ਹੈ ਉਹ ਉਹਨਾਂ ਕੋਲ ਹੋਈ ਹੈ ਜਿਹੜੇ ਕਾਂਗਰਸ ਦੇ ਆਕੇ ਰਹੇ ਨੇ, ਕਾਂਗਰਸ ਦੇ ਜਿਨ੍ਹਾਂ ਨੇ ਸੈਣੀ ਦੇ ਕੋਲ, ਜਿਹੜੇ ਸੈਣੀ ਦੇ ਮਤਬੰਨੇ ਬਣੇ ਹੋਏ ਨੇ, ਜਿਨ੍ਹਾਂ ਨੇ ਉਹਨਾਂ ਕੋਲ ਟ੍ਰੇਨਿੰਗ ਲੈਣੀ ਹੈ, ਉਹਨਾਂ ਨੇ ਕੀ ਲੋਕਾਂ ਨੂੰ ਦੱਸਣਾ। ਰਾਜਸਥਾਨੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਗਿੱਲ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮੈਂ ਤਾਂ ਜੀ ਆਪਦੇ ਵਿਚਾਰ ਦਿੰਦਾ ਹੁੰਦਾ ਜੀ 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 ਜੀ। ਹਾਂਜੀ। ਤੇ ਦੇਖੋ ਜਿਹੜੀ ਇਸ ਵੇਲੇ 10 ਵਜੇ ਦੇ ਨਾਲ ਪੋਜੀਸ਼ਨ ਬਣੀ ਖੜੀ ਆ, ਜਿਹੜੀ ਭਾਰਤ ਸਰਕਾਰ ਆ ਬੀਜੇਪੀ ਦੀ, ਉਹ ਓਫੈਂਸ 'ਚ ਆ ਗਈ। ਉਹ ਅੰਦਰੋਂ ਹਾਰ ਚੁੱਕੀ ਆ। ਉਹਨਾਂ ਦੀ ਕੋਈ ਪੇਸ਼ ਨਹੀਂ ਜਾ ਰਹੀ। ਉਹਨਾਂ ਨੇ ਸਾਰੇ ਦਾ ਵਰਤ ਕੇ 1-2 ਦਾ ਰਹਿੰਦੇ। ਉਹ ਪੰਜਾਬ ਬਾਰੇ ਹੈਗੇ, ਉਹ ਮੈਂ ਅਨਾਊਂਸ ਨਹੀਂ ਕਰਦਾ ਥੋੜੀ ਦੇਰ ਤੇ। ਠੀਕ ਹੈ ਜੀ। ਉਹ ਪੰਜਾਬ ਤੇ ਲਾਉਣ ਨੂੰ ਫਿਰਦੇ ਹੈਗੇ। ਉਹ ਜੇ ਲੱਗ ਗਏ ਤਾਂ ਫਿਰ ਇਹ ਢਾਂਚਾ ਸਾਰਾ ਹਿੱਲ ਜੂਗਾ। ਪਰ ਮੇਰਾ ਖਿਆਲ ਆ ਵੀ ਉਹ ਸੋਚ ਰਹੇ ਵੀ ਅਸੀਂ ਪੰਜਾਬ ਤੇ ਦਾ ਕੀ ਲਾਈਏ, ਕਿਉਂਕਿ ਪੰਜਾਬ ਤੇ ਦਾ ਵੱਡਾ ਦਾ ਉਹਨਾਂ ਦਾ ਇਹੀ ਸੀਗਾ, ਪੰਜਾਬ ਤੇ ਜਿਹੜੀ ਯੂਨੀਅਨਾਂ ਸੀਗੀਆਂ ਇਹਨਾਂ ਨੂੰ ਖਾਸ ਕਰਨ ਦਾ ਜਾਂ ਹੋਰ ਹੱਥਕੰਡੇ ਖੜੇ ਕਰਨ ਦਾ, ਜਾਂ ਸਾਰਾ ਸਿਲਸਿਲਾ ਹੁਣ ਤੱਕ ਸੁਪਰੀਮ ਕੋਰਟ ਤੱਕ ਵੀ ਲਾਤਾ ਉਹਨਾਂ ਨੇ ਵੀ ਪੈਸਾ ਆ ਰਿਹਾ ਬਾਹਰੋਂ, ਖਰੀਦੇ ਜਾ ਰਹੇ ਕਿਸਾਨ। ਤਾਂ ਉਹਨਾਂ ਕੋਲ ਹੋਰ ਕੋਈ ਵਿਕਲਪ ਰਿਹਾ ਨਹੀਂ। ਜਿਹੜੀ ਕਿਸਾਨ ਯੂਨੀਅਨ ਸੀ ਉਹ ਡਿਫੈਂਸ ਵਿੱਚ ਆ ਗਈ। 40 ਅਖਬਾਰ ਕੱਢ ਕੇ ਉਹਨਾਂ ਨੇ ਸਾਰੇ ਭਾਰਤ ਦੇ ਕਿਸਾਨਾਂ ਨੂੰ ਜਗਾ ਦਿੱਤਾ। ਸਾਰੀਆਂ ਸਟੇਟਾਂ ਦੇ ਵਿੱਚ ਹੜਤਾਲਾਂ ਹੋ ਰਹੀਆਂ ਇਸ ਵੇਲੇ, ਮੰਡੀਆਂ ਦੇ ਵਿੱਚ ਕਿਸਾਨਾਂ ਦੇ ਆਪਣੇ ਜਲਸੇ ਹੋ ਰਹੇ ਹੈਗੇ ਆ। ਇਸ ਵਾਸਤੇ ਭਾਰਤ ਸਰਕਾਰ ਹਿੱਲ ਚੁੱਕੀ ਆ। ਉਹਨੇ ਹੁਣ ਇਹ ਬੜੇ ਦਿਮਾਗ ਨਾਲ ਸੁਪਰੀਮ ਕੋਰਟ ਦਾ ਆਸਰਾ ਸਰਕਾਰ ਲੈ ਰਹੀ ਹੈ ਇਸ ਵੇਲੇ। ਸੁਣਦੇ ਜੀ? ਸੁਣ ਰਹੇ ਜੀ, ਸੁਣ ਰਹੇ। ਹੈਲੋ। ਤਾਂ ਇਹ ਜਿਹੜੀ ਸਰਕਾਰ ਉਹ ਸੁਪਰੀਮ ਕੋਰਟ ਦਾ ਆਸਰਾ ਸਰਕਾਰ ਲੈ ਰਹੀ ਹੈ। ਇਹ ਵੀ ਇੱਕ ਉਹਨਾਂ ਦਾ ਦਾ ਹੈਗਾ। ਹੁਣ ਇਹਦੇ ਵਿੱਚ ਕੀ ਹੋਊਗਾ ਵੀ ਜੇ ਭਾਰਤੀ ਕਿਸਾਨ ਯੂਨੀਅਨ ਜਿਸ ਤਰ੍ਹਾਂ ਹੁਣ ਪਿਛਲਾ ਕੱਲ ਦੱਸ ਗਿਆ ਵੀ ਉਹ ਜੇ ਕਾਂਗਰਸ ਬੰਦਾ ਭੁਪਿੰਦਰ ਸਿੰਘ ਮਾਨ, ਫਿਰ ਤਾਂ ਖੁਸ਼ੀ ਦੀ ਗੱਲ ਆ। ਕਾਂਗਰਸ ਤਾਂ ਇਸ ਵੇਲੇ ਯੂਨੀਅਨ ਦੇ ਨਾਲ ਖੜੀ ਹੈਗੀ ਆ। ਤੇ ਦੂਜਾ ਹੈਗਾ ਵੀ ਜੇ ਕਿਸਾਨ ਯੂਨੀਅਨ ਕਾਮਯਾਬ ਹੁੰਦੀ ਹੈਗੀ ਆ ਸਾਰੇ ਭਾਰਤ ਦੇ ਵਿੱਚ,
ਦੇਖੋ ਗਿੱਲ ਸਾਹਿਬ, ਮੈਂ ਤੁਹਾਨੂੰ ਸਮਝਾਉਣਾ। ਹਾਂਜੀ, ਸਮਝਦਾ ਸਾਡੀ ਜੀ, ਮੈਂ ਮੰਡੀ ਸਮਝਦਾ। 5% ਟੈਕਸ ਲਾਤਾ ਸੀਗਾ ਆਪਣੇ ਮੁੱਖ ਮੰਤਰੀ ਨੇ, ਤੇ ਬਾਣੀਆਂ ਨੇ ਹੜਤਾਲ ਕਰਤੀ, ਤੇ ਤੀਜੇ ਦਿਨ ਉਹਦਾ ਸਾਹ ਬਾਹਰ ਆ ਗਿਆ। ਜੇ ਕਿਸਾਨ ਯੂਨੀਅਨ ਕਾਮਯਾਬ ਹੋ ਗਈ ਭਾਰਤ ਦੇ ਵਿੱਚ, ਤੇ ਸੁਪਰੀਮ ਕੋਰਟ ਭਾਰਤ ਸਰਕਾਰ ਆਊਗੀ ਕਿਸਾਨਾਂ ਕੋਲੇ ਵੀ ਦੱਸੋ ਤੁਸੀਂ ਕੀ ਚਾਹੁੰਦੇ ਹੈਗੇ ਆ। ਪਰ ਸਾਡੀ ਜੇ ਕਿਸਾਨ ਯੂਨੀਅਨ ਬਣ ਗਈ, ਤਾਂ ਜੇ ਬਣ ਗਈ ਸਾਰੇ ਭਾਰਤ ਦੇ ਵਿੱਚ ਕਿਸਾਨ ਯੂਨੀਅਨ, ਤਾਂ ਬਹੁਤ ਕਾਮਯਾਬ ਦੀ ਇਹ ਵੱਡੀ ਮਿਸਲ ਹੈਗੀ ਹੈ। ਜੇ ਅਸੀਂ ਇਸ ਪਾਸੇ ਲੱਗ ਗਏ, ਜਾਂ ਸਾਨੂੰ ਸੁਰਤ ਆ ਗਈ, ਜਾਂ ਪਿੰਡਾਂ ਦੇ ਵਿੱਚ ਜਾਗਰਤੀ ਆ ਗਈ, ਕਿਸਾਨ ਯੂਨੀਅਨ ਹਰੇਕ ਸਟੇਟ ਕਾਮਯਾਬ ਹੋ ਗਈ, ਤੇ ਸਰਕਾਰ ਡਿੱਗ ਪਊਗੀ। ਸਰਕਾਰ ਆਇਆ ਕਰੂਗੀ ਸਾਨੂੰ ਪੁੱਛਣ, ਜਿਵੇਂ ਸਾਡੇ ਦੁੱਧ ਦੀ ਹੜਤਾਲ ਹੋਈ ਸੀ ਰਾਜਸਥਾਨ 'ਚ, ਤੇ ਚੌਥੇ ਦਿਨ ਸਾਹ ਬਾਹਰ ਆ ਗਿਆ, ਅਸੀਂ ਕਣਕ ਨਾ ਬੀਜਾਂਗੇ ਤਾਂ ਸਰਕਾਰ ਨੂੰ ਫਿਕਰ ਪੈ ਜਾਊਗਾ, ਜੇ ਅਸੀਂ ਆਹ ਕਹਾਂਗੇ ਆਹ ਨਾ ਬੀਜੋ ਤਾਂ ਸਰਕਾਰ ਨੂੰ ਫਿਕਰ ਪੈ ਜਾਊਗਾ। ਤਾਂ ਸਾਡੇ ਜਿਹੜੀ ਕਿਸਾਨ ਬੇਸ ਆ ਭਾਰਤ ਦਾ, ਕਿਸਾਨਾਂ ਦੇ ਕੋਲੇ ਭਾਰਤ ਸਰਕਾਰ ਆਵੇ ਵੀ ਹਾਂ ਵੀ ਤੁਹਾਨੂੰ ਅਸੀਂ ਆਹ ਰਹਿਤਾਂ ਦਿੰਦੇ ਹਾਂ, ਤੁਸੀਂ ਆਹ ਫਸਲਾਂ ਬੀਜੋ, ਤੁਹਾਡੀਆਂ ਮੰਗਾਂ ਸਾਰੀਆਂ ਅਸੀਂ ਮੰਨਦੇ ਹੈਗੇ ਹਾਂ। ਤਾਂ ਇਹ ਇੱਥੋਂ ਤੱਕ ਗੱਲ ਜਿਹੜੀ ਜੇ ਚਲੀ ਜਾਂਦੀ ਹੈ ਤਾਂ ਬਹੁਤ ਖੁਸ਼ੀ ਦੀ ਖਬਰ ਹੈਗੀ ਹੈ ਇਹ। ਧੰਨਵਾਦ ਜੀ ਰਾਜਸਥਾਨੀ ਸਾਹਿਬ, ਧੰਨਵਾਦ। ਤੁਸੀਂ ਸਮ ਅਪ ਕਰਦੇ ਹੋ, ਸਿਆਣੇ ਹੋ, ਵੱਡੇ ਹੋ, ਤਜਰਬਾ ਬਹੁਤ ਹੈ, ਧੰਨਵਾਦ ਤੁਹਾਡਾ ਬਹੁਤ। ਸਰ ਸਵਰਨ ਸਿੰਘ, ਲਾਈਨ ਨੰਬਰ 1। ਸਤਿ ਸ਼੍ਰੀ ਅਕਾਲ ਜੀ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਬਾਈ ਜੀ। ਬਾਈ ਆ ਜਿਹੜੀ ਆਹ ਕਮੇਟੀ ਨੇ ਖਬਰ ਦਿੱਤੀ ਹੈ, ਉਹ ਮਹਾਭਾਰਤ ਵਾਲਾ ਯੁੱਗ ਮੈਨੂੰ ਚੇਤੇ ਆ ਗਿਆ। ਉਦੋਂ ਵੀ ਬਸ ਆਏ ਸੀ, ਉਹ ਦੁਰਯੋਧਨ ਕਹਿੰਦਾ ਸੀ ਉਹ ਮਾਮੇ ਨੂੰ ਆਪ ਨੂੰ, ਯਾਰ ਆਪਾਂ ਹਰੀ ਜਾਂਦੇ, ਤੂੰ ਕਹਿੰਦਾ ਸੀ ਆਪਾਂ ਜਿੱਤਾਂਗੇ। ਉਹ ਕਹਿੰਦਾ ਪਹਿਲਾਂ ਹਾਰਨਾ ਹੀ ਪੈਂਦਾ ਹੁੰਦਾ, ਨਹੀਂ ਤਾਂ ਫਿਰ ਸ਼ੋਅ ਅਪ ਕਿਵੇਂ ਹੋਊਗਾ, ਮਤਲਬ ਜੇ ਪਹਿਲਾਂ ਹੀ ਆਪਾਂ ਜਿੱਤਣ ਲੱਗ ਗਏ। ਉਹੋ ਹੀ ਗੱਲ ਆ ਹੁਣ ਹੋਈ ਆ। ਉਹ ਬਸ ਪਹਿਲਾਂ ਸੁਪਰੀਮ ਕੋਰਟ ਨੇ ਦੌਕੇ ਮਾਰਤੇ ਸਰਕਾਰ ਨੂੰ, ਜੇ ਹੁੰਦੇ ਕੋਣ ਕਾਨੂੰਨ ਬਣਾਉਣ ਵਾਲੇ ਇਹ ਉਹ, ਤੇ ਉਹ ਮਤਲਬ ਏਦਾਂ ਸਾਰੇ ਦੇਸ਼ 'ਚ ਵਿਖਾਵਾ ਕਰਤਾ ਵੀ ਸੁਪਰੀਮ ਕੋਰਟ ਨਿਰਪੱਖ ਹੈ ਤੇ ਇਹ ਸਹੀ ਫੈਸਲਾ ਦੇਊ। ਤੇ ਆ ਕੇ ਉਹੀ ਜਿਹੜੇ ਕਹਿੰਦੇ ਖੇਤੀ ਕਾਨੂੰਨ ਸਹੀ ਹੈ, ਤੇ ਉਹੀ ਕਮੇਟੀ 'ਚ ਪਾ ਕੇ 4 ਤੇ ਉਹ ਮੂਹਰੇ ਕਰਤੇ ਆ। ਸੋ ਇਹ ਸਰਕਾਰ ਦੀਆਂ ਚਾਲਾਂ ਹੈ, ਨਕਾਮੀਆਂ ਹੈ। ਤੇ ਬਾਕੀ ਜਿਹੜਾ ਤੁਸੀਂ ਇੱਕ ਇੱਥੇ ਪੱਤਰਕਾਰ ਭਾਈਚਾਰਾ ਵੀ ਏਦਾਂ ਦਾ ਜੀ, ਜਿੱਦਾਂ ਮਤਲਬ ਹੁਣ ਜਿਵੇਂ ਅਕਾਲੀ ਦਲ ਆ, ਕੋਈ ਮੂੰਹ ਨਹੀਂ ਲਾ ਰਿਹਾ, ਪਿੰਡਾਂ 'ਚ ਨਹੀਂ ਬਣਦੇ ਰਹੇ, ਉਹਨਾਂ ਨੂੰ ਕਾਂਗਰਸ ਵੀ ਸੇਮ ਹੀ ਹੈ। ਇੱਥੇ ਕਈ ਹੋਸਟ ਆ ਕੇ ਜਿੱਦਾਂ ਉਹੀ ਪ੍ਰਮੋਟ, ਮਤਲਬ ਬਾਦਲ ਸਾਹਿਬ ਜੀ ਅੱਗੇ ਆ ਜਾਣ, ਉਹ ਕੋਈ ਮਤਲਬ ਵਿੱਚ ਫੈਸਲਾ ਵਿਚੋਲਗੀ ਕਰਨ ਤੇ ਕੋਈ ਹੱਲ ਹੋ ਸਕਦਾ, ਮਤਲਬ ਬਾਰ-ਬਾਰ ਉਹਨਾਂ ਨੂੰ ਪ੍ਰਮੋਟ ਕਰੀ ਜਾਣਾ। ਤੇ ਜਿਵੇਂ ਤੁਸੀਂ ਕਈ ਵਾਰੀ ਮੈਨੂੰ ਆਉਂਦਾ ਵੀ ਤੁਸੀਂ ਕਹਿੰਦੇ ਹੁੰਦੇ ਆ ਵੀ ਇੱਥੇ ਵੀ ਜੜ੍ਹਾਂ ਵੱਢਣ ਵਾਲੇ ਬਹੁਤ, ਇੱਕ ਦੂਜੇ ਦੀਆਂ ਲੱਤਾਂ ਪੱਤਰਕਾਰੀ ਭਾਈਚਾਰੇ 'ਚ ਵੀ ਲੋਕ ਖਿੱਚਦੇ ਆ। ਕਈ ਪੱਤਰਕਾਰ ਇੱਦਾਂ ਦੇ ਆ, ਹੁਣ ਜਦੋਂ ਆਲ ਦਾ ਟਾਈਮ ਉਹਨਾਂ ਨੂੰ ਸੁਣੀ ਜਾਈਦਾ, ਮਤਲਬ ਕਈ ਵਾਰੀ ਇੱਦਾਂ ਫੀਲ ਹੁੰਦਾ, ਮਤਲਬ ਜਿਵੇਂ ਇੱਕ ਮੈਂ ਸਟੋਰੀ ਸੁਣੀ ਸੀ ਅੱਜ ਤੋਂ ਕਾਫੀ ਚਿਰ ਪਹਿਲਾਂ, ਵੀ ਕੁੱਤਾ ਕਿਸੇ ਗੱਡੇ ਥੱਲੇ ਜਾ ਰਿਹਾ ਸੀਗਾ। ਉਹ ਗੱਡੇ ਥੱਲੇ ਜਾਂਦਾ, ਕੁੱਤਾ ਥੱਲੇ ਗੱਡੇ ਥੱਲੇ ਤੁਰਿਆ ਜਾਵੇ, ਤੇ ਉਹਨੂੰ ਤੁਰੇ ਜਾਂਦੇ ਨੂੰ ਗੁਮਾਨ ਹੋ ਗਿਆ ਵੀ ਕਿਤੇ ਗੱਡਾ ਮੈਂ ਹੀ ਰੇੜ ਰਿਹਾ। ਤੇ ਹੌਲੀ ਹੌਲੀ ਜਦੋਂ ਉਹਨੇ ਕਿਹਾ ਵੀ ਪਿੱਛੇ ਹੋ ਕੇ ਦੇਖਦੇ ਆ, ਜਦੋਂ ਪਿੱਛੇ ਹੋਇਆ ਤੇ ਗੱਡਾ ਫੇਰ ਤੁਰਿਆ ਜਾਵੇ, ਤੇ ਫਿਰ ਉਹ ਭੱਜ ਕੇ ਫੇਰ ਗੱਡੇ ਥੱਲੇ ਵੜ ਗਿਆ ਵੀ ਆਪ ਹੀ ਹੋਮੇ ਨੂੰ ਪੱਠੇ ਪਾ ਲਏ ਉਹਨੇ ਵੀ ਬਸ ਜਿਹੜਾ ਧਰਮ ਮੇਰੇ 'ਚ ਬਣਿਆ ਵੀ ਮੈਂ ਹੀ ਚਲਾ ਰਿਹਾ ਸਾਰਾ ਕੁਛ। ਮਤਲਬ ਉਹ ਗੱਲ ਕਈ ਪੱਤਰਕਾਰਾਂ ਦੀ ਇੱਥੇ ਹੈਗੀ ਹੈ, ਜਿੱਦਾਂ ਮਤਲਬ ਉਹ ਬਾਰ-ਬਾਰ ਬਾਦਲਾਂ ਦੇ ਘਰੋਂ ਨਿਕਲੇ, ਢੀਂਡਸਿਆਂ ਦੇ ਵੜ ਗਏ, ਢੀਂਡਸਿਆਂ ਦੇ ਨਿਕਲੇ, ਬਾਦਲਾਂ ਦੇ ਛੱਪਾ ਮਾਰਤਾ। ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਇਹ ਪੰਜਾਬ 'ਚ ਇਹ 2 ਘਰ ਵਸਦੇ ਆ, ਇਹ ਦੋਨਾਂ ਘਰਾਂ ਨੂੰ ਪੰਜਾਬ ਨਹੀਂ ਕਿਹਾ ਜਾਂਦਾ ਜੀ। ਥੈਂਕ ਯੂ, ਧੰਨਵਾਦ ਜੀ। ਪਰ ਸਾਨੂੰ ਜਦ ਇੱਥੇ ਬਹਿਨੇ ਆ, ਸਾਨੂੰ ਸਹੀ ਉਹ ਗੱਲ ਕਰਨੀ ਚਾਹੀਦੀ ਹੈ। ਸਰ ਜੋਗਾ ਸਿੰਘ, ਲਾਈਨ ਨੰਬਰ 3। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਜੀ ਬਾਈ ਜੀ। ਹੁਣ ਗਿੱਲ ਸਾਹਿਬ ਏਦਾਂ ਚਾਹੀਦਾ ਜਿੱਦਾਂ ਟਰੰਪ ਵਾਲੀ ਗੱਲ ਹੋਈ ਆ ਵੀ ਤੇਰੇ ਯਾਰ ਦੇ ਖੜਕ ਦੀ ਬੇੜੀ, ਉੱਠ ਕੇ ਵਕੀਲ ਕਰ ਲਾ ਮੋਦੀ ਨੂੰ। ਅੱਛਾ। ਤੇ ਦੂਸਰਾ ਗੱਲਾਂ ਮੈਂ ਛੋਟੀਆਂ ਕਰਨੀਆਂ, ਮਤਲਬ ਇੱਕ ਟਿਟੀਰੀ ਹੁੰਦੀ ਆ, ਉਹਦੇ ਮਨ 'ਚ ਹੁੰਦਾ ਨਾ, ਅੱਜ ਕੱਲ ਤਾਂ ਪਤਾ ਨਹੀਂ ਲੋਪ ਹੋ ਗਈ ਆ। ਜਦ ਉਹਨਾਂ ਵੇਲਿਆਂ 'ਚ ਕਣਕ ਵੱਢਦੇ ਹੁੰਦਾ ਸੀ, ਖਲਵਾੜੇ ਲਾਉਣੇ, ਉਹਨੂੰ ਆਂਡੇ ਦਿੱਤੇ ਹੋਣੇ, ਤਾਂ ਉਹ ਕਿਤੇ ਦੂਰ ਨੇੜੇ ਦੀ ਲੰਘਣਾ। ਹੁਣ ਬੜਾ ਰਾਤ ਨੂੰ ਉਹ ਦਿਨੇ, ਮਤਲਬ ਦਿਨੇ ਤਾਂ ਵਿਚਾਰੀ ਸੁੱਤੀ ਰਹਿੰਦੀ ਆ, ਰਾਤ ਨੂੰ ਰੌਲੀ ਪਾਉਂਦੀ ਆ, ਲੱਤਾਂ ਉਹ ਕਹਿੰਦੇ ਤਾਂ ਨੂੰ ਕਰਕੇ ਸੌਂਦੀ ਵੀ ਜੇ ਸਮਾਨ ਡੱਪੇ ਤੇ ਮੈਂ ਸਾਂਭ ਲਊਂ। ਇਹ ਮੋਦੀ ਦੀ ਵੀ ਉਹੀ ਗੱਲ ਆ। ਤੇ ਦੂਸਰਾ ਮੇਰੇ ਇਹ ਬੜੀ ਇੱਕ ਗੱਲ ਰੜਕਦੀ ਆ ਗਿੱਲ ਸਾਹਿਬ, ਜਦ ਆਪਣੇ ਦਾ ਜਾਂ ਲੀਡਰ ਜਾਂਦੇ ਉਹਨਾਂ ਨੂੰ ਗੁਲਦਸਤਾ ਫੜਾਉਂਦੇ ਆ, ਇੱਧਰ ਬੰਗਾਲ ਵੱਲ ਜਾਂ ਹੋਰ ਦੂਸਰੇ ਪਾਸੇ ਇੰਡੀਆ ਦੀਆਂ ਜਿਹੜੀਆਂ ਸਟੇਟਾਂ ਆ, ਇਹ ਫੁੱਲ ਬੜੇ ਸਿੱਟਦੇ ਆ, ਕਿਉਂ ਉਹਨਾਂ ਦੀ ਬੇਅਦਬੀ ਕਰਦੇ ਆ? ਮੈਂ ਕਿਹਾ ਵੀ ਬਾਅਦ 'ਚ ਕਹਿੰਦੇ ਲੈ ਲਓ ਫੁੱਲ, ਬਾਅਦ ਤਾਂ ਜੁੱਤੀਆਂ ਮਾਰਨੀਆਂ। ਇਹਦੇ ਬਾਰੇ ਪਤਾ ਕਰਕੇ ਦੱਸੋਗੇ ਕਿਉਂ ਇੰਨੀ ਬੇਅਦਬੀ ਕਰਦੇ ਆ? ਨੱਡਾ ਆ, ਇਹ ਫੁੱਲ ਐ ਸਿੱਟਦਾ ਜਿੱਦਾਂ ਮੰਨ ਲਓ ਉਹ ਗਿਣਵੀਆਂ ਚੁਣਵੀਆਂ ਚੀਜ਼ਾਂ ਨਹੀਂ ਹੁੰਦੀਆਂ। ਇਹ ਮੇਰੇ ਗੱਲ ਬਹੁਤ, ਇਹ ਤੁਸੀਂ ਪੱਤਰਕਾਰ ਆ, ਇਹਦਾ ਕੋਈ ਆਪਣੇ ਵੱਲ ਕੋਈ ਫੁੱਲ ਸਿੱਟਦਾ ਨਹੀਂ, ਆਪਣੇ ਵੱਲ ਫੁੱਲ ਸਿੱਟਦੇ ਆ। ਜਦ ਮਹਾਰਾਜ ਦੀ
ਹਜ਼ੂਰੀ ਚੱਲਦੀ ਆ ਮੂਹਰੇ। ਬਿਲਕੁਲ ਠੀਕ ਹੈ, ਬਿਲਕੁਲ ਤੇ ਇਹ ਫੁੱਲਾਂ ਦਾ ਮੈਂ ਕਿਹਾ ਇੰਨਾ ਸੱਤਿਆਨਾਸ਼ ਆ ਬੰਗਾਲ ਦੇ ਵਿੱਚ, ਮੈਂ ਕਹਿੰਦਾ ਨਹੀਂ ਟੰਨਾਂ ਬੱਧੀ ਫੁੱਲਾਂ ਦੀ ਬਰਬਾਦੀ ਕਰਤੀ ਹੋਣੀ ਜਿਹੜੇ ਆਪਣੇ ਸੁੱਕੇ ਤੇ ਗਿੱਲੇ। ਠੀਕ ਆ ਬਾਈ ਜੀ, ਥੈਂਕ ਯੂ। ਆਖਰੀ ਕਾਲਰ ਇਸ ਵਿਸ਼ੇ ਤੇ ਲੈ ਕੇ ਮੈਂ ਫਿਰ ਖਬਰ ਨਵਦੀਪ ਬੈਂਸ ਹੋਣਾ ਦੀ ਕਰਨੀ ਆ। ਕਸ਼ਮੀਰ ਸਿੰਘ ਜੀ, ਲਾਈਨ ਨੰਬਰ 1। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਗਿੱਲ ਸਾਹਿਬ, ਜਿਹੜੀ ਆਪਾਂ ਮੈਂ ਵੀ ਪਿੱਛੇ ਹੁਣ ਦੇਖਦਾ ਹਟਿਆ ਜਾਂ YouTube ਤੇ ਦੇਖੋ, ਲੱਖਾ ਜਿਹੜਾ ਆ ਬਾਬਾ ਲੱਖਾ ਕਿੱਦਾਂ ਸਰਕਾਰ ਦੀ ਬੋਲੀ ਬੋਲਣ ਡਿਆ ਆ। ਮੈਂ ਹੁਣ ਦੇਖਦਾ ਇੰਟਰਵਿਊ ਦੇਖਦਾ ਸੀਗਾ, ਦੇਖ ਲਓ ਉਹਦਾ ਬਣਾਇਆ ਸਰਦਾਰ ਸਿੱਖ, ਦੇਖੋ ਕਿੱਦਾਂ ਦੇ ਉਹਨੂੰ ਪੁੱਛਦੇ ਆ ਪੱਤਰਕਾਰ ਤੂੰ ਵੀ ਆਹ ਕਿੱਦਾਂ ਕੀ ਗੱਲ, ਉਹ ਕਹਿੰਦਾ ਨਹੀਂ ਗੱਲਾਂ ਦੱਸਣੀ ਨਹੀਂ, ਕੋਈ ਵੀ ਗੱਲ ਦੱਸਣ ਵਾਲੀ ਹੈ ਨਹੀਂ। ਇਹਦੇ ਕਰਕੇ ਗਿੱਲ ਸਾਹਿਬ ਜਿਹੜੇ ਬੰਦੇ ਆ ਨਾ ਜਿਹੜੇ ਇੱਥੇ ਹੁਣ ਫੇਰ ਕਹਿੰਦੇ ਸਾਨੂੰ ਆਹ ਕਹਿੰਦੇ ਸਾਨੂੰ ਆਹ ਕਹਿੰਦੇ ਆ, ਇਹਦੇ ਕਰਕੇ ਕਈ ਬੰਦੇ ਵਿੱਚ ਮਿਲਟਰੀ ਵਾਲੇ ਵੀ ਆਉਂਦੇ ਆ, ਉਹ ਮਿਲਟਰੀ ਵਾਲੇ ਗੱਲ ਕਰਨਗੇ ਗੌਰਮੈਂਟ ਦੀ, ਹਰ ਇੱਕ ਗੌਰਮੈਂਟ ਦੀ ਕਰਨਗੇ, ਉਹ ਗੌਰਮੈਂਟ ਏਦਾਂ ਕਰ ਦਓ, ਗੌਰਮੈਂਟ ਮਿਲਟਰੀ ਲਾ ਦਓ, ਉਹ ਭਲੇ ਉਹ ਲੋਕੋ ਹੁਣ ਉਹ 84 ਥੋੜੋ ਜਿਹੜੀ ਪੁਰਾਣੀ ਮਿਲਟਰੀ ਲਾ ਦੇਣੀ, ਹੁਣ ਤਾਂ 2021 ਆ। ਇਹਦੇ ਕਰਕੇ ਜੋ ਵੀ ਕਰਦੇ ਆ ਇਹਦੇ ਉਹ ਨਹੀਂ, ਜਿੱਦਾਂ ਹੁਣ ਪੱਤਰਕਾਰਾਂ ਦੀ ਗੱਲ ਕਰਦੇ, ਪੱਤਰਕਾਰ ਤਾਂ ਉਹ ਜਿੱਦਾਂ ਨਹੀਂ, ਜਾਂ ਪੱਤਰਕਾਰ ਜਾਂ ਜਿਹੜੇ ਬੰਦੇ ਆਉਂਦੇ ਆਪਣੇ ਆਪਾਂ ਇੰਟਰਵਿਊ ਲੈਂਦੇ ਜਾਂ ਸਾਡੇ ਰੇਡੀਓ ਤੇ ਆਉਂਦੇ ਆ ਕੇ ਬਾਹਰੋਂ ਮਿਲਟਰੀ ਵਾਲਾ ਕੋਈ ਆ ਜਾਂਦਾ, ਕੋਈ ਆ ਜਾਂਦਾ, ਉਹ ਆ ਕੇ ਬੋਲੀ ਉਹੀ ਬੋਲਣੀ, ਹਾਂਜੀ ਹਾਂਜੀ ਆਹ ਏਦਾਂ ਹੋ ਗਈ। ਇਹਦੇ ਕਰਕੇ ਉਹਨਾਂ ਨੂੰ ਪੁੱਛੋ, ਉਹੋ ਜਿਹੇ ਬੰਦਿਆਂ ਨੂੰ ਲਿਆਓ ਨਾ ਰੇਡੀਓ ਤੇ ਤੁਸੀਂ, ਜਿਹੜਾ ਬੰਦਾ ਕਿ ਇਹਦੇ ਹੱਕ 'ਚ ਤੁਸੀਂ ਹੱਕ 'ਚ ਤਾਂ ਜਿਹੜੀ ਸੱਚੀ ਗੱਲ ਉਹ ਤਾਂ ਕਰੋ, ਇਹ ਤਾਂ ਗੋਲ ਮੋਲ ਕਰਕੇ ਗੱਲਾਂ ਕਰੀ ਜਾਓ, ਉਹ ਨਹੀਂ ਮੈਨੂੰ ਆਪਣੇ ਗਿੱਲ ਸਾਹਿਬ ਚਲੋ ਠੀਕ ਹੈ ਕਾਲਾਂ ਲਾਓ ਹਰ ਇੱਕ ਬੰਦੇ ਦੀ। ਹੁਣ ਤੂੰ ਆਪਣੇ ਰੇਡੀਓ ਤੇ ਪ੍ਰੋਗਰਾਮ ਘੱਟ ਹੁੰਦਾ ਤਾਂ ਬੰਦਿਆਂ ਦੇ ਇੰਟਰਵਿਊ ਕਈ ਵਾਰੀ ਚਲੋ ਤੁਹਾਡੇ ਤਾਂ ਹੁਣ ਚੱਲਦਾ, ਤੁਸੀਂ ਕਾਲਾਂ ਵੀ ਲੈਂਦੇ ਆ ਜਿੰਨਾ ਟਾਈਮ ਹੈਗਾ, ਵਿੱਚ ਕਾਲਾਂ ਲੈਣੀਆਂ ਨਹੀਂ, ਬੰਦੇ ਲਿਆ ਕੇ ਜਿੱਦਾਂ ਦੇ ਨਹੀਂ ਹੁਣ ਐਵੇਂ ਨਾ ਕੋਈ ਵਿੱਚ ਉਹਦਾ ਸਿਰ ਨਾ ਮੂੰਹ ਗਲਦਾ ਹੁੰਦਾ ਤਾਂ ਉਹ ਬੰਦੇ ਲਿਆ ਕੇ ਉਹਨਾਂ ਦੀ ਵੀ ਆਹ ਕਿੱਦਾਂ ਤੁਸੀਂ ਦੱਸੋ, ਤੁਸੀਂ ਤੁਹਾਡਾ 20 ਸਾਲ ਦਾ ਐਕਸਪੀਰੀਅੰਸ, ਤੁਸੀਂ ਇੰਨਾ ਚਿਰ ਮਿਲਟਰੀ 'ਚ ਨੋ, ਤੁਸੀਂ ਉਹ ਬੰਦਿਆਂ ਨੂੰ ਕਰਨਾ ਆਪਾਂ ਕੀ ਆ, ਲਿਆ ਕੇ ਜਿਹੜੇ ਬੰਦੇ ਲਿਆ ਕੇ ਜਿਹੜੀ ਗੌਰਮੈਂਟ ਦੀ ਬੋਲੀ ਜਾਣੀ, ਹਰ ਵੇਲੇ ਗੌਰਮੈਂਟ ਦੀ ਬੋਲੀ ਜਾਣੀ ਆ। ਤੁਸੀਂ ਗੱਲ ਉਹ ਕਰੋ ਸੱਚੀ, ਜਿਹੜੀ ਗੱਲ ਆ ਗੱਲੀ ਸੱਚੀ ਗੱਲ ਲਿਆਓ ਜੀ। ਧੰਨਵਾਦ ਜੀ। ਹੁਣ ਇੱਕ ਬਹੁਤ ਵੱਡਾ ਇਸ਼ੂ ਆ ਵੀ ਸਰਕਾਰ ਦੇ ਪੱਖ ਨੂੰ ਵਧਾ ਕੇ ਪੇਸ਼ ਕੀਤਾ ਜਾਵੇ, ਉੱਥੇ ਆਹ ਹੋ ਜੂ, ਉੱਥੇ ਆਹ ਹੋ ਜੂ। ਦੇਖੋ, ਜਿਹੜੀ ਜ਼ਿੰਦਗੀ ਬੰਦੇ ਨੇ 25-40 ਸਾਲ ਗੁਜ਼ਾਰੀ ਹੋਵੇ, ਉਹ ਉਸ ਚੀਜ਼ ਤੋਂ ਪਰਾਂ ਨਹੀਂ ਹਟ ਸਕਦਾ, ਉਹ ਮਜਬੂਰੀ ਆ ਉਹਨਾਂ ਦੀ। ਜਿੰਨੇ ਵੀ ਇਹ ਗਵਰਨਮੈਂਟ ਸਰਵਿਸਿਜ਼ ਦੇ ਵਿੱਚ ਖਾਸ ਤੌਰ 'ਤੇ ਲਾਅ ਐਨਫੋਰਸਮੈਂਟ 'ਚ ਬੰਦੇ ਰਹਿੰਦੇ ਆ, ਉਹ ਦੇਸ਼ ਭਗਤੀ ਪੈਟਰੀਓਟਿਜ਼ਮ ਉਹਨਾਂ ਦੇ ਸਿਰ 'ਤੇ ਆ, ਉਹਨਾਂ ਨੇ ਨੌਕਰੀ ਕੀਤੀ, ਉਹ ਉਹਨਾਂ ਤੋਂ ਪਰਾਂ ਨਹੀਂ ਹਟ ਸਕਦੇ ਕਦੇ ਵੀ, ਚਾਹੇ ਉਹ ਮੌਜੂਦਾ ਹੋਣ ਚਾਹੇ ਸਾਬਕਾ ਹੋਣ। ਪਰ ਇਹ ਉਹਨਾਂ ਕੋਲ ਵੀ ਉਹ ਗਵਰਨਮੈਂਟ ਨੂੰ ਤਰਜਮਾਨੀ ਕਰ ਦੇਣ ਵੀ ਗਵਰਨਮੈਂਟ ਕ੍ਰੈਕਡਾਊਨ ਕਰ ਲੂ, ਉੱਥੇ ਮਿਲਟਰੀ ਭੇਜ ਦੂ, ਦੁਨੀਆ ਝਾਕਦੀ ਹੈ ਕਿ ਉਸ ਜਗ੍ਹਾ ਬਾਰੇ। ਹਾਂ, ਉਹ ਚਾਹੇ ਤਾਂ ਸਰਕਾਰ ਕਰ ਸਕਦੀ ਹੈ, ਅਰੈਸਟ ਕਰ ਸਕਦੀ ਹੈ, ਪਰ ਜੇ ਦਬਸ਼ ਆਪਾਂ ਕਹਿੰਦੇ ਮਿਲਟਰੀ ਆ ਕੇ ਗੋਲੀਆਂ ਚਲਾ ਦੂ ਜੀ, 84 ਦੀ ਗੱਲ ਜਿਹੜੀ ਹੈ ਉਹ ਹੋਰ ਸੀ, 36 ਬਰੇ ਉਹ ਸਿਨੈਰੀਓ ਹੋਰ ਸੀ, ਇਹ ਗੱਲ ਹੋਰ ਹੈ। ਇੱਥੇ ਜੇ ਇਕੱਲੇ ਸਿੱਖ ਹੁੰਦੇ ਹੋ ਸਕਦਾ ਹੁਣ ਨੂੰ ਕਰ ਵੀ ਦਿੰਦੇ। ਹੁਣ ਗੱਲ ਇਹ ਆ ਵੀ ਯੂਪੀ ਦੇ ਬੰਦੇ ਬੈਠੇ ਆ, ਹਰਿਆਣੇ ਦੇ ਬੈਠੇ ਆ, ਉਹ ਆਪਣਿਆਂ ਨੂੰ ਫਿਰ ਉਹਨਾਂ ਨੂੰ ਡਰ ਹੈ ਬਈ ਇਹ ਤਾਂ ਬਹੁਤ ਮਾੜੀ ਗੱਲ ਹੋ ਜੂ, ਉਹ ਤਾਂ ਇੱਕ ਵਲਗਣ 'ਚ ਲੈਣਾ ਚਾਹੁੰਦੇ ਆ ਵੀ ਨਹੀਂ ਅਸੀਂ ਸਾਰੇ ਇੱਕ ਦੇਸ਼ ਇੱਕ ਹੈ। ਤੇ ਬਾਕੀ ਸਾਡਾ ਅੰਤਰੀਬ ਆ, ਤੁਹਾਨੂੰ ਮੈਂ ਦੱਸਾਂ ਗੱਲ ਜਿਹੜੀ ਨਾ ਪੱਤਰਕਾਰ ਦਾ ਅੰਤਰੀਬ ਹੈ, ਉਸ ਅੰਤਰੀਬ ਤੇ ਉਹਦੀ ਰਜ਼ਾ ਤੋਂ ਬਾਹਰ, ਉਹਦੀ ਮਰਜ਼ੀ ਤੋਂ ਬਾਹਰ ਉਹਨੇ ਬੰਦਾ ਨਹੀਂ ਲਿਆਉਣਾ। ਤੁਸੀਂ ਕਹਾਂ ਚਾਹੇ ਨਾ ਕਹਾਂ, ਮੈਨੂੰ ਜੇ ਕੋਈ ਐ ਹੋਵੇ ਵੀ ਮੇਰੀ ਸੋਚ ਦੇ ਖਿਲਾਫ ਉਹ ਬੋਲੂ, ਮੇਰੀ ਕੋਸ਼ਿਸ਼ ਇਹੀ ਰਹੂ ਮੈਂ ਉਹਨੂੰ ਨਾ ਲਿਆਵਾਂ। ਪਰ ਉਦਾਰਤਾ ਇਹੀ ਹੈ ਵੀ ਤੁਹਾਡੀ ਆਪੋਜੀਸ਼ਨ ਵਾਲੇ ਵੀ ਬੋਲਣ ਆ ਕੇ, ਯਾਰ ਕਿਉਂ ਨਾ ਉਹਨਾਂ ਨੂੰ ਸਮਾਂ ਮਿਲੇ, ਉਹਨਾਂ ਨੂੰ ਦੇ ਦਿਓ ਸਮਾਂ, ਲਾਈਨਾਂ ਖੁੱਲੀਆਂ ਨੇ, ਕਿਸੇ ਦਾ ਨੰਬਰ ਬਲੌਕ ਨਹੀਂ, ਕਿਸੇ ਦੀ ਕਾਲ ਨਹੀਂ ਕੱਟੀ ਪਿਛਲੇ 11 ਵਰ੍ਹਿਆਂ ਤੋਂ, ਬੋਲੋ ਜਿਹੜਾ ਕੋ ਬੋਲਣਾ, ਕਿਉਂ ਅਸੀਂ ਰੋਕਾਂਗੇ। ਇਹ ਮੈਨੂੰ ਉਪਮਾ ਜਿਹੜੀ ਮੇਰੇ ਸੋਹਲੇ ਗਾਉਣੇ ਵਧੀਆ ਲੱਗਦੇ, ਜੇ ਮੈਨੂੰ ਕੋਈ ਕੌੜਾ ਸ਼ਬਦ ਵੀ ਬੋਲੂ ਉਹ ਵੀ ਮੈਂ ਹੀ ਸੁਣਨਾ। ਵਪਾਰਕ ਸੰਦੇਸ਼ ਲੈ ਲਵਾਂ ਤੇ ਉਸ ਤੋਂ ਬਾਅਦ ਨਵਦੀਪ ਬੈਂਸ ਦੇ ਬਾਰੇ ਗੱਲ ਦੱਸਦਾ ਕਿ ਨਵਦੀਪ ਬੈਂਸ ਆ ਜਿਹੜਾ ਉਹਦਾ ਰਾਜਨੀਤਿਕ ਇਹ ਪੈਂਤੜਾ ਕੀ ਹੈ। ਕਾਲਰ ਲੈ ਲਵਾਂ ਜੀ, ਅਗਲੀ ਗੱਲ ਤੋੜਦਾ। ਜਸਵੀਰ ਸਿੰਘ ਜੀ, ਤੁਸੀਂ ਏਅਰ ਤੇ ਹੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਗਿੱਲ ਸਾਹਿਬ, ਮੈਂ ਜਸਵੀਰ ਸਿੰਘ ਗੁਰਾਇਆ ਬੋਲਦਾ ਜੀ। ਗੁਰਾਇਆ ਸਾਹਿਬ, ਪੈਸੇ ਦੇਣੇ ਸੀ ਡੋਨੇਸ਼ਨ ਦੇ ਪੈਸੇ। ਹੋਲਡ ਕਰਿਓ, ਮੈਂ ਹੁਣੇ ਗੱਲ ਕਰਾਉਣਾ ਜੀ, ਹੁਣ ਹੋਲਡ ਕਰਿਓ ਗੁਰਾਇਆ ਸਾਹਿਬ। ਓਕੇ। ਹੇ ਅਮਾਨ, ਇਸ ਮੰਚ ਨੂੰ
ਗੱਚ ਭਰ ਜਾਂਦਾ ਜਦ ਇਸ ਤਰ੍ਹਾਂ ਹਰ ਰੋਜ਼ ਫੋਨ ਆਉਂਦੇ ਆ, ਉਹ ਪੈਸੇ ਨਹੀਂ ਲੈ ਕੇ ਗਏ, ਪੈਸੇ ਲੈ ਜਾਓ, ਪੈਸੇ ਲੈ ਜਾਓ। ਕਿਉਂ ਨਹੀਂ ਪੈਸੇ ਲੈ ਕੇ ਗਏ? ਜਿਉਂਦੇ ਵਸਦੇ ਰਹੋ ਤੁਸੀਂ। ਮਾਣ ਗੁਰੂ ਪਾਤਸ਼ਾਹ ਕਿਰਪਾ ਕਰੇ ਇਹ ਤੁਹਾਡਾ ਮਾਣ ਅਸੀਂ ਬਰਕਰਾਰ ਰੱਖੀਏ, ਤੁਹਾਡੀ ਇੱਕ ਇੱਕ ਪੈਨੀ ਉੱਥੇ ਪਹੁੰਚਦੀ ਹੋਵੇ, ਸਾਡੀ ਡਿਊਟੀ ਹੈ। ਕੱਲ ਰਾਤ ਨੂੰ ਅਖੀਰਲੇ 9:30 ਵਜੇ ਜਦ ਖਬਰ ਬ੍ਰੇਕ ਹੋਈ ਕਿ ਨਵਦੀਪ ਬੈਂਸ ਜਿਹੜਾ ਆਪਣੇ ਮਿਨਿਸਟਰ ਤੋਂ ਸਟੈਪ ਡਾਊਨ ਕਰ ਰਹੇ ਨੇ ਤੇ ਕਹਿ ਰਹੇ ਨੇ ਕਿ ਅਗਲੀ ਮੈਂ ਇਲੈਕਸ਼ਨ ਵੀ ਨਹੀਂ ਲੜਨੀ। ਉਹਨੇ ਫਿਰ ਗੱਲਾਂ ਤੋੜਤੀਆਂ ਕਿ ਕੀ ਕਹਾਣੀ ਕੀ ਹੈ, ਕੀ ਹੋ ਗਿਆ। ਨਵਦੀਪ ਬੈਂਸ ਹੁਣੀ 40-42 ਵਰ੍ਹਿਆਂ ਦੇ ਨੇ ਤੇ ਬਹੁਤ ਤੇਜ਼ ਤਰਾਰ ਪੋਲੀਟੀਸ਼ੀਅਨ ਨੇ। ਅਪਬ੍ਰਿੰਗਿੰਗ ਜਿਹੜੀ ਸ਼ੁਰੂ ਦੀ ਵੀ ਜਿਹੜੀ ਲਿਬਰਲ ਪਾਰਟੀ ਦੇ ਨਾਲ ਵਰਲਡ ਸਿੱਖ ਆਰਗੇਨਾਈਜੇਸ਼ਨ ਦੀ ਸਾਂਝ 84 ਤੋਂ ਬਾਅਦ, ਕ੍ਰੈਚਨ ਦੇ ਸਮੇਂ, ਪਾਲ ਮਾਰਟਨ ਦੇ ਸਮੇਂ, WSO ਦਾ ਗਲਬਾ ਹੈ ਲਿਬਰਲ ਪਾਰਟੀ ਤੇ ਮੰਨਣਾ ਪਊ, ਸਾਰੇ ਜਾਣਦੇ ਨੇ। ਉਹਦੇ ਵਿੱਚੋਂ ਹੀ ਬਹੁਤਾਤ ਜਿਹੜੇ ਸਿੱਖ MP ਨੇ ਉਹ ਕਿਤੇ ਨਾ ਕਿਤੇ ਉਹਨਾਂ ਦੀ ਤੰਦ ਜੁੜਦੀ ਆ, ਜਾਂ ਉਹਨਾਂ ਵੱਲੋਂ ਅਪਰੂਵ ਕੀਤੇ ਹੋਏ ਨੇ ਜਾਂ ਉਹਨਾਂ ਦੇ ਪਰਿਵਾਰ ਦੇ ਮੈਂਬਰ ਨੇ। ਤੇ ਨਵਦੀਪ ਬੈਂਸ ਹੁਣੀ 27 ਵਰ੍ਹਿਆਂ ਦੀ ਉਮਰ ਦੇ ਵਿੱਚ, ਕੀ 26-27 ਵਰ੍ਹਿਆਂ ਦੀ ਉਮਰ ਹੁੰਦੀ ਆ, ਤੁਹਾਡੇ ਜਵਾਕ ਵੀ 26-27 ਵਰ੍ਹਿਆਂ ਦੇ ਨੇ, ਕਿੰਨੀ ਕੁ ਸੋਝ ਹੁੰਦੀ ਆ, ਕਿੰਨਾ ਕੁ ਉਹ ਸੋਚ ਲੈਣਗੇ, ਕਿੰਨਾ ਕੁ ਦੇਸ਼ ਦਾ ਹਲੇ ਭਲਾ ਕਰ ਲੈਣਗੇ। ਚੜ੍ਹਦੀ ਵਰੇਸ ਹੈ। ਮਿਨਿਸਟਰ ਬਣੇ, 6 ਇਲੈਕਸ਼ਨਾਂ ਲੜੇ ਨੇ, 1 ਇਲੈਕਸ਼ਨ ਹਾਰੇ ਨੇ ਤੇ ਟਰੂਡੋ ਦੇ ਹਾਣੀ ਨੇ ਤੇ ਟਰੂਡੋ ਦੀ ਲਿਬਰਲ ਜਿਹੜੀ ਲੀਡਰਸ਼ਿਪ 'ਚ ਬੜਾ ਕੰਮ ਕੀਤਾ। ਜਰਾਰਡ ਕੈਨੇਡੀ ਦੀ ਜਦ ਤੇ ਪਾਲ ਮਾਰਟਨ, ਸਟੈਫਨ ਡਿਓਨ ਦੀ ਜਦ ਰੇਸ ਸੀ, ਕੈਨੇਡੀ ਦੇ ਨਾਲ ਸਨ ਉਹ, ਜਾਂ ਕੈਨੇਡੀ ਤੀਜੇ ਤੇ ਹਾਰ ਗਿਆ ਤਾਂ ਸਟੈਫਨ ਡਿਓਨ ਦੇ ਨਾਲ ਚਲੇ ਗਏ। ਫਿਰ ਇਹਦਾ ਬਣਾਇਆ ਜਿਹੜਾ ਸਾਰਾ ਕੁਛ ਹੋਣ ਵਾਲੇ ਜਸਟਿਨ ਟਰੂਡੋ ਦਾ, ਪ੍ਰਧਾਨ ਮੰਤਰੀ ਦਾ, ਇਹਦੀ ਲੀਡਰਸ਼ਿਪ ਤੇ ਇਹਦਾ ਪੈਸਾ ਧੇਲਾ ਇਕੱਠਾ ਜਿਹੜਾ ਕੀਤਾ। ਤੇ ਓਬਵੀਅਸਲੀ ਪਾਰਟੀਆਂ ਇਹ ਫਿਰ ਆਪਣਾ ਫਾਇਦਾ ਵੀ ਲੈਂਦੀਆਂ ਨੇ। ਜਿਹੜਾ ਨੇੜੇ ਹੋਊ ਉਹਨਾਂ ਨੇ ਕੋਈ ਪੋਲੀਟੀਕਲ ਪੋਸਟ ਹੋ ਜਾਵੇ, ਉਹਦੇ ਬਾਅਦ ਕੋਈ ਘਰ ਦਾ ਜੀ, ਉਹਦੀ ਤਰੱਕੀ ਕਰਾਉਣੀ ਹੋਵੇ, ਉਹ ਸਾਰਾ ਕੁਛ ਉਹ ਕਰ ਲੈਂਦੇ। ਨਵਦੀਪ ਬੈਂਸ ਦਾ ਅਖਬਾਰ ਹੈ ਇੱਕ ਪੁਆਇੰਟਰ ਪੀਲ ਏਰੀਏ ਦਾ, ਉਹਨੇ ਖਬਰ ਦੇ ਸ਼ੁਰੂ ਦੇ ਵਿੱਚ ਉਹਨੇ ਕਿਹਾ ਵੀ ਵਾਈ ਇਜ਼ ਕੈਬਨਿਟ ਮਿਨਿਸਟਰ ਐਂਡ ਮਿਸਿਸਾਗਾ MP ਨਵਦੀਪ ਬੈਂਸ ਸਡਨਲੀ ਕੁਇਟਿੰਗ ਪੋਲੀਟਿਕਸ। ਉਹਦਾ ਪਹਿਲਾ ਹੀ ਲਾਈਨ ਉਹ ਲਿਖਦਾ, ਦ ਮੈਨ ਹੂ many in Peel believes or castrates the Liberal Party's every move in the region is leaving politics। ਉਹ ਕਹਿੰਦਾ ਪੀਲ ਦੇ ਲੋਕ ਇਹ ਗੱਲ ਮਹਿਸੂਸ ਕਰਦੇ ਨੇ ਕਿ ਇਸ ਏਰੀਏ ਦੇ ਵਿੱਚ ਜੇ ਪੱਤਾ ਵੀ ਲਿਬਰਲ ਪਾਰਟੀ ਦਾ ਹਿੱਲੂ, ਨਵਦੀਪ ਬੈਂਸ ਤੋਂ ਬਿਨਾਂ ਨਹੀਂ ਹਿੱਲ ਸਕਦਾ। 8-9 MP ਉਹਨਾਂ ਦੇ ਛਤਰਛਾਇਆ ਦੇ ਨੇ, ਉਹਨਾਂ ਵੱਲੋਂ ਨੋਮੀਨੇਸ਼ਨ, ਪਰਿਵਾਰਕ ਆਪਣੀ ਬਹੁਤ ਨੇੜੇ ਦੇ ਪਰਿਵਾਰ ਦੇ ਇੱਕ ਨੋਮੀਨੇਸ਼ਨ ਦੀ ਕੋਸ਼ਿਸ਼ ਹੋਈ ਸੀ ਬਰੈਂਪਟਨ। ਉਹ ਹਾਲਾਂਕਿ ਲਿਬਰਲ ਪਾਰਟੀ ਨੂੰ ਕਹੇ ਨਾ ਸਾਡੇ ਬਿਨਾਂ ਨਹੀਂ ਤੁਸੀਂ। ਮੈਂ ਕਿਹਾ ਇਹ ਕੀ ਕਹਾਣੀ? ਉਹ ਕਹਿੰਦਾ ਨਾ ਅਸੀਂ ਅਪਰੂਵ ਕਰਾਂਗੇ ਤਾਂ ਨੋਮੀਨੇਸ਼ਨ ਤੁਸੀਂ ਲੜੋਗੇ। ਮੈਂ ਕਿਹਾ ਬਈ ਕਮਾਲ ਹੋ ਗਈ, ਇਹ ਤਾਂ ਅਸੀਂ ਕਹਿੰਦੇ ਸਾਡੇ ਵੱਡੇ ਨੇ ਬੰਦੇ, ਤੁਹਾਡੇ ਤਾਂ ਬਹੁਤ ਜ਼ੋਰ ਹੈ। ਫਿਰ ਨਵਦੀਪ ਬੈਂਸ ਉਹਨਾਂ ਦਾ ਸਾਲ ਬਾਅਦ ਪਰਿਵਾਰ ਦਾ ਹੁਣ ਫਿਕਰ, ਬਈ ਮੇਰੀਆਂ ਧੀਆਂ ਵੱਡੀਆਂ ਹੋ ਰਹੀਆਂ ਨੇ, 1 ਸਾਲ ਦੇ ਵਿੱਚ ਪਰਿਵਾਰ ਦਾ ਨੇੜੇ, ਪਰਿਵਾਰ ਦੇ ਲਈ ਸਮਾਂ ਕੱਢਣਾ, ਇਹ ਗੱਲ ਹੈ ਜਿਹੜੀ ਲੋਕਾਂ ਦੇ ਹਲਕ ਦੇ ਥੱਲੇ ਨਹੀਂ ਆ ਰਹੀ। ਪਿਛਲੇ ਉਹਨਾਂ ਦੇ ਇਨੋਵੇਸ਼ਨ ਸਾਇੰਸ ਦੇ ਮਿਨਿਸਟਰੀ ਦੇ ਸਮੇਂ ਕੋਵਿਡ ਦੇ ਦੌਰਾਨ ਕਈ ਵੱਡੇ ਕੰਟਰੈਕਟ ਲੋਕਲ ਕੈਨੇਡੀਅਨ ਫਰਮਸ ਨੂੰ ਦਿੱਤੇ ਗਏ ਨੇ। ਇੱਕ ਦਾ ਤਾਂ ਰੌਲਾ ਪਿਆ ਹੀ ਸੀ, ਤੁਹਾਨੂੰ ਦੱਸਿਆ ਹੀ ਆ ਬਈ ਸਾਬਕਾ ਲਿਬਰਲ MP ਨੂੰ ਮਾਸਕ ਬਣਾਉਣ ਦਾ ਠੇਕਾ ਦਿੱਤਾ ਗਿਆ। ਇੱਕ ਇਹ ਵੀ ਗੱਲ ਚੱਲ ਰਹੀ ਹੈ ਕਿ ਜਿਹੜੀਆਂ ਟੈਸਟਿੰਗ ਕਿਟਸ ਨੇ ਕੋਵਿਡ ਦੀਆਂ, ਉਹ ਵੀ ਜਿਹੜੀਆਂ ਰਿਜੈਕਟਡ ਮਾਲ ਜਿਹੜਾ ਜਰਮਨੀ ਦਾ ਆਇਆ ਪਿਆ, ਉਹ ਵੀ ਕਿਸੇ ਨੇ ਆਰਡਰ ਕੀਤਾ। ਅੱਛਾ, ਹੁਣ ਪਿਛਲੇ ਦਿਨੀ ਕਮਲ ਖਹਿਰਾ ਦਾ ਜਿਹੜਾ ਪਾਰਲੀਮੈਂਟਰੀ ਸੈਕਟਰੀ ਤੋਂ ਰਿਜ਼ਾਈਨ ਕਰਨਾ, ਉਹ ਵੀ 25-26 ਵਰ੍ਹਿਆਂ ਦੇ MP ਬਣੇ ਨੇ। ਤੇ ਉਹਨਾਂ ਦਾ ਇਹ ਕਹਿਣਾ ਵੀ ਮੈਂ ਤਾਂ ਮੇਰੇ ਅੰਕਲ ਦੇ ਭੋਗ ਤੇ ਗਈ ਸੀ, ਬਾਅਦ 'ਚ ਪਤਾ ਕਰ ਲੈਣਾ। ਲੋਕ ਪੱਤਰਕਾਰਾਂ ਨੇ ਵੀ ਕਹਿੰਦੇ ਅੰਕਲ ਤਾਂ ਮਹੀਨਾ ਪਹਿਲਾਂ ਮਰਿਆ ਸਿਆਟਲ। ਸੋ ਉਹ ਵੀ ਇੱਕ ਤੰਦ ਹੋ ਸਕਦੀ ਹੈ ਵੀ ਉਹ ਕਿਹਦੀ ਪਰਮਿਸ਼ਨ ਲੈ ਕੇ ਗਈ। ਰੂਬੀ ਸਹੋਤਾ ਸੀਨੀਅਰ ਸੀ ਕਮਲ ਖਹਿਰਾ ਤੋਂ, ਉਹ ਪਾਰਲੀਮੈਂਟਰੀ ਸੈਕਟਰੀ ਨਹੀਂ ਬਣ ਸਕੀ। ਸੋ ਇਹ ਵੱਡੀਆਂ ਗੱਲਾਂ ਨੇ। ਫਿਰ ਇੱਕ ਸਕੂਲ ਆਫ ਥਾਟ ਇਹ ਸੀ ਕਿ ਇਹ ਜਿਵੇਂ ਹਾਰਪਰ ਉਹਨਾਂ ਨੇ ਹੁਣ ਇੱਕ ਕੰਸਲਟਿੰਗ ਫਰਮ ਖੋਲ੍ਹੀ ਹੋਈ ਆ, ਮੋਦੀ ਉਹਨਾਂ ਦੇ ਨੇੜੇ ਨੇ, ਉਹ ਅਕਸਰ ਦਿੱਲੀ ਜਾਂਦੇ ਰਹਿੰਦੇ ਨੇ। ਇਹ ਸਾਰੇ ਪ੍ਰਧਾਨ ਮੰਤਰੀ, ਪ੍ਰੀਮੀਅਰ ਨੇ ਜਿਹੜੇ, ਉਹ ਕੁਛ ਨਾ ਕੁਛ ਖੋਲ੍ਹ ਲੈਂਦੇ ਨੇ। ਈਵਨ ਮੇਅਰ
ਸਾਬਕਾ ਮੇਅਰ ਬੋਰਡ ਤੇ ਬਹਿ ਜਾਂਦੇ ਨੇ, ਕਿਸੇ ਵੀ ਲੋਕਲ ਇੰਡਸਟਰੀਅਲਿਸਟ ਨੇ ਮੋਰ ਬਿਠਾ ਕੇ $1 ਮਿਲੀਅਨ ਦੇ ਦੇਣਾ ਸਾਲ ਦਾ, 1-2 ਜਗ੍ਹਾ 3 ਜਗ੍ਹਾ ਸਾਲ 'ਚ ਜਾਣਾ, ਜਾਂਦੇ ਜਾਂਦੇ ਕੰਟਰੈਕਟ ਦੇ ਦੇਣਾ ਵੀ ਲਾ ਦੇ ਬਿੱਲ ਬੋਰਡ ਤੇਰੇ ਹੀ ਜਗਣਗੇ, ਤੇਰੇ ਹੀ ਪੈਸੇ ਨੇ। ਹਰ ਇੱਕ ਐਡਵਰਟਾਈਜ਼ਮੈਂਟ ਦੇ ਹਜ਼ਾਰਾਂ ਹੀ ਡਾਲਰ ਬਣ ਰਹੇ ਨੇ, ਇੱਕ ਬੋਰਡ ਜਗਦਾ ਬਸ, ਤੇ $1 ਮਿਲੀਅਨ ਸਾਲ ਦਾ, ਕੁਛ ਨਹੀਂ ਕਰਨਾ, ਕਿਤੇ ਨਹੀਂ ਜਾਣਾ, ਲੀਗੈਲਿਟੀ ਹੈ। ਸਾਰੇ ਰਾਜਨੀਤਿਕ ਬੰਦੇ ਇਸ ਤਰ੍ਹਾਂ ਕਰਦੇ ਆ। ਸੋ ਇਹ ਜਿਹੜਾ ਇਹਨਾਂ ਦਾ ਜਿਹੜਾ ਜਾਣਾ ਹੈ ਰਾਜਨੀਤੀ ਦਾ, ਕਹਿਣਾ ਵੀ ਦੁਬਾਰਾ ਮੈਂ ਇਲੈਕਸ਼ਨ ਹੀ ਨਹੀਂ ਲੜਨੀ, ਇਹ ਗੱਲ ਬਹੁਤ ਲੋਕਾਂ ਦੇ ਹਲਕ ਤੋਂ ਥੱਲੇ ਨਹੀਂ ਨਿਕਲ ਰਹੀ ਵੀ ਹੋਇਆ ਕੀ ਹੈ, ਗੱਲ ਕੀ ਹੈ। ਕਿਉਂਕਿ ਇਲੈਕਸ਼ਨ ਬਰੂਹਾਂ ਤੇ ਹੈ, ਤੇ ਪਰ ਹਲੇ ਉਹ ਇਲੈਕਸ਼ਨ ਕਮੇਟੀ ਦੇ ਚੇਅਰ ਨੇ, ਬਹੁਤ ਸਟਰੋਂਗ ਪੋਜੀਸ਼ਨ ਸੀ ਉਹਨਾਂ ਦੀ ਜਸਟਨ ਟਰੂਡੋ ਦੇ ਘੇਰੇ 'ਚ। ਜਸਟਨ ਟਰੂਡੋ ਦੇ ਬਹੁਤ ਕਲੋਜ਼ ਨੇ ਨਵਦੀਪ ਬੈਂਸ, ਜਿਵੇਂ ਨੈਕਸਟ ਟੂ ਕਿਨ ਹੁੰਦੇ ਨੇ ਪੋਲੀਟੀਕਲ ਪਾਰਟੀ ਦੇ ਵਿੱਚ। ਤੇ ਹਾਂ, ਪਰਿਵਾਰ ਦੇ ਵਿੱਚ ਜਿਹੜਾ ਸਾਰਾ ਕੁਛ ਇਹਨਾਂ ਦੇ ਕਰਨ ਵਾਲੇ ਸਨ ਨਵਦੀਪ ਬੈਂਸ, ਉਹਨਾਂ ਦੇ ਉਹ ਬਾਲੋਣੀ ਸਨ, ਇਹਨਾਂ ਦੇ ਫੁੱਫੜ ਜੀ, ਜਿਨ੍ਹਾਂ ਦਾ ਫਿਊਨਰਲ ਹਾਲ ਹੈ, ਹੋਮ ਹੈ ਆਪਣੇ ਬਰੈਂਪਟਨ ਦੇ ਵਿੱਚ। ਤੇ ਉਹਨਾਂ ਨੇ, ਕਿਉਂਕਿ ਉਹ WSO ਦੇ ਮੁੱਢਲੇ ਮੈਂਬਰਾਂ ਦੇ ਵਿੱਚੋਂ ਸੀ ਸਾਰੇ। ਸੋ ਇਹ ਜਿਹੜੀ ਉੱਥੇ ਹੋਇਆ ਨਾ ਕੁਛ, ਇਹਨਾਂ ਦਾ ਜਿਹੜਾ ਸਟੈਪ ਡਾਊਨ ਕਰਨ ਦੇ ਪਿੱਛੇ ਇਹ ਕੋਈ ਨਾ ਕੋਈ ਇਹਦੇ ਪਿੱਛੇ ਗੱਲ ਜ਼ਰੂਰ ਹੈ, ਜਿਹੜੀ ਹਲੇ ਦੱਸੀ ਨਹੀਂ ਜਾ ਰਹੀ। ਕੀ ਇਹਦੇ ਪਿੱਛੇ ਨਿਊਜ਼ ਹੋ ਸਕਦੀ ਹੈ? ਇੱਕ ਹੋਰ ਗੱਲ ਦੱਸਾਂ, ਰਾਜ ਗਰੇਵਾਲ ਜਿਨ੍ਹਾਂ ਨੇ ਰਿਜ਼ਾਈਨ ਕੀਤਾ ਸੀ ਕਿ ਮੈਂ ਤਾਂ ਐਡਿਕਟਡ ਹੋ ਗਿਆ ਗੈਂਬਲਿੰਗ ਦਾ, ਉਹਨਾਂ ਦੀ ਵੀ ਜਿਹੜੀ ਹੀਅਰਿੰਗ ਸ਼ੁਰੂ ਹੋਣ ਲੱਗੀ ਹੈ। 2018 ਦੇ ਵਿੱਚ ਇਹਨਾਂ ਦਾ ਨਾਮ ਆਇਆ ਸੀ, ਨਵਦੀਪ ਬੈਂਸ ਦਾ ਤੇ ਰਾਜ ਗਰੇਵਾਲ ਦਾ, ਜਦ ਬਰੈਂਪਟਨ ਸ਼ਹਿਰ ਦੇ ਵਿੱਚ ਉੱਥੇ ਦੀ ਮੇਅਰ ਲਿੰਡਾ ਜੈਫਰੀ ਦੇ ਚੀਫ ਆਫ ਸਟਾਫ ਹਸਨੀਤ ਪੂਨੀਆ ਨੇ ਇਹ ਅੰਦਰਲੀ ਕੌਨਫੀਡੈਂਸ਼ੀਅਲ ਇੱਕ ਡੀਟੇਲ ਇਹਨਾਂ ਨੂੰ ਦੇ ਦਿੱਤੀ ਸੀ, ਤੇ ਜਿਨ੍ਹਾਂ ਤੋਂ ਇਹ ਇਨਕਾਰੀ ਰਹੇ ਨੇ। ਸਿਟੀ ਪ੍ਰੋਵਿੰਸ ਦੀ ਇੱਕ ਲੈਂਡ ਜਿਹੜੀ ਬਰੈਂਪਟਨ ਸਿਟੀ ਨੂੰ ਚਾਹੀਦੀ ਸੀ, ਉਹ ਬਰੈਂਪਟਨ ਸਿਟੀ 33 ਲੱਖ ਦੀ ਲੈ ਰਹੀ ਸੀ ਸੂਬੇ ਤੋਂ, ਸੂਬੇ ਨਾਲ ਡੀਲ ਟੁੱਟ ਗਈ। ਉਹਦੇ ਬਾਅਦ ਉਹੀ ਲੈਂਡ 33 ਲੱਖ ਦੀ ਜਿਹੜੀ ਆ ਗੋਰਵੇ ਹੈਵਨ ਇੱਕ ਕੰਪਨੀ ਨੇ ਲੈ ਲਈ। ਗੋਰਵੇ ਹੈਵਨ ਕੰਪਨੀ ਨੇ 33 ਲੱਖ ਦੀ ਲੈ ਲਈ ਤੇ 44 ਲੱਖ ਦੀ ਬਰੈਂਪਟਨ ਸ਼ਹਿਰ ਨੂੰ ਵੇਚਤੀ। ਕੁਝ ਹੀ ਸਮੇਂ ਦੇ ਬਾਅਦ $1 ਮਿਲੀਅਨ ਬਣਾ ਲਿਆ। ਉਹ ਜਿਹੜਾ ਉਹਨਾਂ ਦਾ ਉਸ ਸਮੇਂ ਇਸ ਪਾਰਟੀ ਇਹਦਾ ਜਿਹੜਾ ਡਾਇਰੈਕਟਰ ਸੀ, ਗੋਰਵੇ ਹੈਵਨ ਦਾ ਡਾਇਰੈਕਟਰ ਸੀ ਭਗਵਾਨ ਗੈਰੀ ਗਰੇਵਾਲ, ਤੇ ਉਹ ਕਹਿੰਦੇ ਨਾ ਮੈਂ ਤਾਂ MP ਕੋਈ ਜਾਣਦਾ ਨਹੀਂ। ਪਰ ਜਦ ਟਰੂਡੋ ਹੋਣੀ ਗਏ ਜਿਹੜੀ ਭਾਰਤ ਨੂੰ, ਤਾਂ ਉਹ ਵਿਜ਼ਿਟ 'ਤੇ ਨਾਲ ਗਏ, ਤੇ ਲਿਬਰਲ ਰਾਈਡਿੰਗ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਸੀ ਮਿਸਿਸਾਗਾ ਤੇ ਸਟਰੀਟਸਵਿਲ ਦੇ। ਤੇ ਸੋ ਇਹ ਜਿਹੜਾ ਮਤਲਬ ਇਹ ਜਿਹੜੀਆਂ ਨਾ ਵੱਡੀਆਂ, ਤੁਸੀਂ ਮੈਂ ਇਸ ਸੋਚਣੀ ਤੋਂ ਬਾਹਰ ਹੈ, ਤੁਸੀਂ ਮੈਂ ਸੋਚ ਨਹੀਂ ਸਕਦੇ ਕਿ ਰਾਜਨੀਤਿਕ ਬੰਦੇ ਜਿਹੜੇ ਸਾਡੇ ਪਾਰਲੀਮੈਂਟ ਦੇ ਵਿੱਚ ਬੈਠੇ ਨੇ, ਸਾਡੇ ਸੂਬੇ 'ਚ ਬੈਠੇ ਨੇ, ਉਹਨਾਂ ਦੇ ਅਧਿਕਾਰ ਖੇਤਰ 'ਚ ਕੀ ਆਉਂਦਾ। ਹੁਣ ਜਿਹੜੇ ਲੌਬੀਇਸਟ ਬਣਦੇ ਨੇ, ਗਰੁੱਪ ਬਣਦੇ ਨੇ, ਕੰਸਲਟਿੰਗ ਫਰਮ ਖੋਲ੍ਹ ਲਈ ਹਾਰਪਰ ਉਹਨਾਂ ਨੂੰ ਸਾਰਾ ਗੌਰਮੈਂਟ ਦੇ ਨਟਸ ਐਂਡ ਬੋਲਟਸ ਦਾ ਪਤਾ। ਉਹ ਕਹਿੰਦੇ ਲਿਆ ਇੰਡੀਅਨ ਲੋਕਾਂ ਨੂੰ ਉਹ ਤੁਹਾਡੇ ਕਰਾਈਏ ਇੱਥੇ ਇਨਵੈਸਟਮੈਂਟ, ਲਿਆਓ ਅਮਰੀਕਾ ਵਾਲਿਆਂ ਨੂੰ ਇਨਵੈਸਟਮੈਂਟ ਕਰਾਈਏ, ਲਿਆਓ ਤੁਹਾਡੀ ਅਲਾਇੰਸ ਬਣਾਈਏ ਕੋਈ। ਨਵਦੀਪ ਬੈਂਸ ਉਹਨਾਂ ਦਾ ਵੀ ਤਜਰਬਾ ਜਿਹੜਾ ਹੈ ਪਿਛਲੇ 15 ਸਾਲਾਂ ਦਾ ਬਹੁਤ ਜ਼ਿਆਦਾ, ਕੱਲੇ ਨਟਸ ਬੋਲਟਸ ਨੂੰ ਡਿਪਾਰਟਮੈਂਟਸ ਦੇ ਪਤਾ ਨਹੀਂ ਕਿਵੇਂ ਚੱਲਦਾ, ਸਿੱਖ ਜਾਂਦੇ ਨੇ ਲੋਕ ਉੱਥੇ। ਹੁਣ ਸਿਟੀ ਹਾਲ ਦੇ ਵਿੱਚ ਜੇ ਤੁਸੀਂ ਕਹੋ ਵੀ ਕੌਂਸਲਰ ਤੇ ਮੇਅਰ ਕਰ ਲੈਂਦਾ ਸਾਰਾ ਕੁਝ, ਨਾ ਅੰਦਰਲਾ ਸਟਾਫ ਆ ਜਿਹੜਾ ਪਲੈਨਿੰਗ ਦਾ, ਉਹ ਮੈਨੇਜਰਾਂ ਨੂੰ ਪਤਾ ਹੈ ਵੀ ਅਸੀਂ ਕਿਵੇਂ ਘਮਾਉਣੀ ਆ। ਉਹ ਮੈਨੇਜਰਾਂ ਨੇ ਜਿਹਦੇ ਨਾਲ ਕੰਮ ਕਰਨਾ ਹੈ, ਜਿਹੜੀ ਗੱਲ ਸਿੱਧੀ ਪਾਉਣੀ ਉਹਨੇ ਸਿੱਧੀ ਪਾ ਦੇਣੀ, ਜਿਹੜੀ ਰੋਲਣੀ ਆ ਰੋਲ ਦਿੰਦੇ ਨੇ। ਉੱਪਰ ਬੈਠੇ ਤਾਂ ਵੋਟ ਪਾਉਣ ਵਾਲੇ ਨੇ ਕੌਂਸਲਰ, ਕਿਉਂਕਿ ਉਹ ਪ੍ਰੋਫੈਸ਼ਨਲ ਨਹੀਂ ਹੈ। ਹਾਂ, ਜਦੋਂ ਤਜਰਬਾ ਪਾ ਲੈਂਦੇ ਨੇ 12-14 ਸਾਲਾਂ 'ਚ, ਫਿਰ ਉਹ ਘੇਰਨ ਲੱਗ ਜਾਂਦੇ ਮੈਨੇਜਰ ਨੂੰ ਵੀ ਨਾ ਆਹ ਮੈਨੂੰ ਦੱਸ ਆਹ ਕੀ ਹੈ, ਆਹ ਮੈਨੂੰ ਦੱਸ ਆਹ ਕੀ ਹੈ, ਫਿਰ ਜਵਾਬਦੇਹੀ ਹੈ। ਸੋ ਇਸੇ ਤਰ੍ਹਾਂ ਹੀ ਆ, ਇਹ ਇਲੈਕਸ਼ਨ ਸਿਰ 'ਤੇ ਹੈ। ਇਲੈਕਸ਼ਨ ਦੇ ਸਮੇਂ ਨਵਦੀਪ ਬੈਂਸ ਦਾ ਸਟੈਪ ਡਾਊਨ ਹੋਣਾ, ਇਹ ਕੁਝ ਨਾ ਕੁਝ ਅਜਿਹਾ ਹੈ ਜਿਹੜਾ ਹਾਲੇ ਸਾਨੂੰ ਦਿਖ ਨਹੀਂ ਰਿਹਾ, ਔਰ ਆਮ ਲੋਕਾਂ ਨੂੰ ਦਿਖਦਾ ਵੀ ਨਹੀਂ। ਬਲੈਕ ਲੌਕਸ ਇੱਕ ਫਰੀਲੈਂਸ ਜਰਨਲਿਸਟ ਦੀ ਵੈਬਸਾਈਟ ਹੈ, ਜਿਹਦੀ $450 ਸਾਲ ਦੀ ਉਹਨੂੰ ਸਬਸਕ੍ਰਾਈਬ ਕਰਨ ਲਈ ਪੈਸਾ ਲੱਗਦਾ। ਉਹਨਾਂ ਨੇ ਜਿਹੜੀ ਇਨਫੋਰਮੇਸ਼ਨ ਦਿੱਤੀ ਹੈ, ਉਹ ਵੀ ਕੁਝ ਨਾ ਕੁਝ ਅਜਿਹਾ ਕਹਿ ਰਹੇ ਨੇ ਕਿ ਇਹ ਜਿਹੜਾ ਵੀ ਕੁਛ ਹੋਇਆ
ਇਹਦੇ ਵਿੱਚ 50,000 ਜੌਬ ਕਲੇਮਸ ਦੀ ਵੀ ਗੱਲ ਹੈ ਜਿਹੜੀ ਉਹ ਨਵਦੀਪ ਬੈਂਸ ਨੇ ਕੀਤੀ ਹੈ। ਤੇ ਹੁਣ ਡਿਪਾਰਟਮੈਂਟ ਆਫ ਇੰਡਸਟਰੀ ਨੇ ਕਿਹਾ ਕਿ $1 ਬਿਲੀਅਨ ਦਾ ਸਬਸਿਡੀ ਪ੍ਰੋਗਰਾਮ 50,000 ਜੌਬਸ ਕ੍ਰੀਏਟ ਕਰੇਗਾ, ਪਰ ਉਹ ਬਲੈਕ ਲੌਕ ਦੇ ਰਿਪੋਰਟਰ ਨੇ ਕਿਹਾ ਵੀ ਉਹਦੀ ਜ਼ੀਰੋ ਹੈ, ਕੋਈ ਵੀ ਨੌਕਰੀ ਨਹੀਂ ਹੋਈ। $1 ਅਰਬ ਦੀ ਸਬਸਿਡੀ ਪ੍ਰਾਈਵੇਟ ਕੰਪਨੀਆਂ ਨੂੰ ਦਿੱਤੀ ਗਈ ਕਿ ਜੌਬ ਕ੍ਰੀਏਟ ਹੋਣਗੀਆਂ, 50,000 ਨੌਕਰੀਆਂ ਮਿਲਣਗੀਆਂ ਕੈਨੇਡਾ ਨੂੰ, ਉਹਨਾਂ 'ਚ ਕੋਈ ਜੌਬ ਕ੍ਰੀਏਟ ਨਹੀਂ ਹੋਈ। ਸੋ ਇਹ ਦਿੱਤੇ ਗਏ ਅਲੱਗ-ਅਲੱਗ ਜਿਹੜੀਆਂ ਕੰਪਨੀਆਂ ਨੂੰ 918 ਮਿਲੀਅਨ ਜਿਹੜਾ ਦੇ ਕਰੀਬ ਇਹ ਦਿੱਤਾ ਗਿਆ, ਕਟਿੰਗ ਐਜ ਰਿਸਰਚ, ਇਨਵੈਸਟਮੈਂਟ ਤੇ ਟੈਲੈਂਟ, ਜਿਹਦੇ ਵਿੱਚ ਅਲੱਗ-ਅਲੱਗ ਕੰਪਨੀਆਂ ਨੇ। ਮੌਂਟਰੀਅਲ ਦੀ ਇੱਕ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਕੰਪਨੀ, ਐਡਵਾਂਸ ਮੈਨੂਫੈਕਚਰਿੰਗ ਸੁਪਰ ਕਲਸਟਰ ਹੈਮਿਲਟਨ 'ਚ, ਓਸ਼ਨ ਸੁਪਰ ਕਲਸਟਰ ਸੇਂਟ ਜੌਨ 'ਚ, ਪ੍ਰੋਟੀਨ ਇੰਡਸਟਰੀ ਸੁਪਰ ਕਲਸਟਰ ਰਜ਼ਾਈਨਾ 'ਚ, ਡਿਜੀਟਲ ਟੈਕਨੋਲੋਜੀ ਸੁਪਰ ਕਲਸਟਰ ਵੈਨਕੂਵਰ 'ਚ। ਸੋ $1 ਅਰਬ ਇਹਨਾਂ ਨੂੰ ਪਾਰਟੀ ਇਸ ਇੰਡਸਟਰੀ ਨੂੰ ਸਬਸਿਡੀ ਦਿੱਤੀ। ਉਹਦੇ 'ਚੋਂ ਕਹਿੰਦੇ ਸੀ 50,000 ਜੌਬਾਂ ਆਉਣਗੀਆਂ, ਪਰ ਜ਼ੀਰੋ। ਇਹ ਵੀ ਨਵਦੀਪ ਬੈਂਸ ਉਹਨਾਂ ਦੀ, ਕਿਉਂਕਿ ਇਨੋਵੇਸ਼ਨ ਤੇ ਰਿਸਰਚ ਦੇ ਜੌਬਸ ਦੇ ਉਹ ਮਿਨਿਸਟਰ ਸੀ, ਇਹਨਾਂ ਦੀ ਪ੍ਰਧਾਨਗੀ ਥੱਲੇ ਇਹ ਗੱਲ ਗਈ। ਇਹ ਵੀ ਗੱਲ ਇੱਕ ਨਿਕਲ ਰਹੀ ਹੈ। ਬਾਕੀ ਕੋਵਿਡ 'ਚ ਲੋਕਾਂ ਦੇ ਘਰ 2-2 ਹਜ਼ਾਰ ਆ ਗਿਆ ਡਾਲਰ। ਉਹ ਕਹਿੰਦੇ ਹੁਣ ਕੀ ਦੇਖਣਾ, ਟਰੂਡੋ ਦੀ ਫੋਟੋ ਲਾ ਲਓ ਤੇ ਧੂਫ ਲਾ ਲਓ। ਉਹ 10,000 20,000 4 ਸਾਲਾਂ 'ਚ 4 ਮਹੀਨਿਆਂ 'ਚ ਆ ਗਿਆ। ਪਰ ਇਸ ਗੱਲ ਦਾ ਖਿਆਲ ਰੱਖਿਓ ਕਿ ਇਹ ਇੱਕ ਨਹੀਂ, ਇਹ $200-250 ਬਿਲੀਅਨ ਦਾ ਖਰਚਾ ਕੋਵਿਡ ਦਾ ਉਹ ਕਿੱਥੇ ਗਿਆ? ਉਹ ਗੱਲਾਂ ਪਰਤਾਂ ਨਿਕਲਦੀਆਂ ਨਹੀਂ, ਲੱਭਦੇ ਨਹੀਂ। ਦੂਜੀਆਂ ਸਰਕਾਰਾਂ ਨੂੰ ਆਉਂਦਿਆਂ ਨੂੰ ਜੇ ਆਪੋਜੀਸ਼ਨ ਆ ਗਈ ਉਹਦੇ ਸਿਰ 'ਤੇ ਵਜ਼ਨ ਆ ਜਾਂਦਾ ਹੈ, ਉਹ ਆਪਣੇ ਕੰਮਾਂ 'ਚ ਪੈ ਜਾਂਦੀ ਹੈ, ਨਾਲੇ ਉਸ ਜਗ੍ਹਾ 'ਤੇ ਜਾਂਦੇ ਨਹੀਂ। ਵੀ ਚੈਰਿਟੀ $900 ਮਿਲੀਅਨ ਵੰਡਣਾ, $45 ਮਿਲੀਅਨ ਵੀ ਚੈਰਿਟੀ ਦੇ ਲਾਇਰ ਬ੍ਰਦਰਸ ਨੂੰ, ਜਿਨ੍ਹਾਂ ਦੀ ਪੂਰੀ ਯਾਰੀ ਹੈ ਪਾਰਟੀ ਦੇ ਨਾਲ। ਉਹ ਤਾਂ ਰੌਲਾ ਪੈ ਗਿਆ, ਜੇ ਨਾ ਅੰਦਰੋਂ ਨਿਕਲਦੀ ਗੱਲ ਉਹ ਦੇ ਗਏ ਸੀ। ਲਓ ਜੀ 45 ਮਿਲੀਅਨ, ਤੁਸੀਂ 900 ਮਿਲੀਅਨ ਸਮਰ ਸਟੂਡੈਂਟ ਗ੍ਰਾਂਟ 'ਚ ਦੇਣਾ, ਤੇ ਦੇਣਾ ਕਿਹਨੂੰ ਆ, ਕੌਣ ਕੁਆਲੀਫਾਈ ਕਰੂ, ਕਿਹਨੂੰ 900 ਮਿਲੀਅਨ ਉਹਨਾਂ ਨੇ ਵੰਡਣਾ, ਰੱਬ ਜਾਣਦਾ। ਸੋ ਇਹ ਉੱਥੇ ਓਟਵਾ ਦੇ ਵਿੱਚ ਬਹੁਤ ਕੁਝ ਹੁੰਦਾ ਹੈ। ਤੁਹਾਡੀ ਕੋਈ ਗੱਲਬਾਤ ਤੁਸੀਂ ਕਰਨੀ ਹੋਵੇ ਵਪਾਰਕ ਸੰਦੇਸ਼ਾਂ ਤੋਂ ਬਾਅਦ ਲੈਣਾ ਤੁਹਾਡੀ ਕਾਲਸ ਤੇ 604 204 0600। ਅੱਛਾ, ਜਿਹੜੀ ਬਲੈਕ ਲੌਕਸ ਵਾਲਿਆਂ ਨੇ ਦੱਸੀ ਆ ਗੱਲ, ਟੋਰਾਂਟੋ ਸਨ ਦੇ ਵਿੱਚ ਨਵਦੀਪ ਬੈਂਸ ਬਾਰੇ ਛਪੀ ਆ, ਉਹ ਇਹ ਹੈ ਕਿ 2017 ਦੇ ਵਿੱਚ ਜਿਹੜਾ $1 ਅਰਬ ਦਾ ਇੱਕ ਇਨੀਸ਼ੀਏਟਿਵ ਲਿਆ ਗਿਆ ਬਈ ਸਾਰੇ ਕੈਨੇਡਾ ਦੇ ਵਿੱਚ ਇਸ ਇੰਡਸਟਰੀਆਂ ਨੂੰ, ਅਲੱਗ-ਅਲੱਗ ਇੰਡਸਟਰੀਆਂ ਨੂੰ ਸਬਸਿਡੀ ਦੇਣੀ ਹੈ ਤੇ ਉਹਦੇ 'ਚੋਂ 50,000 ਦੇ ਕਰੀਬ ਨੌਕਰੀਆਂ ਹੋਣਗੀਆਂ। ਹਿਸਟੋਰਿਕ ਸੁਪਰ ਕਲਸਟਰ ਇਨੀਸ਼ੀਏਟਿਵ ਨਵਦੀਪ ਬੈਂਸ ਹੁਣੀ ਜਦ ਇੰਡਸਟਰੀ ਮਿਨਿਸਟਰ ਸੀ, ਉਹ ਉਹਨਾਂ ਨੇ ਲਿਆ ਤੇ ਇਹ $1 ਅਰਬ ਦੇ ਕਰੀਬ ਦਿੱਤਾ ਗਿਆ ਇਹਨਾਂ ਇੰਡਸਟਰੀਜ਼ ਨੂੰ। ਪਰ ਡਿਪਾਰਟਮੈਂਟ ਆਫ ਇੰਡਸਟਰੀ ਨੇ ਕੱਲ੍ਹ ਇਹ ਗੱਲ ਕਿਹਾ, ਉਹ ਕਹਿੰਦੇ ਨੋ, ਅਸੀਂ ਕਿਸੇ ਨੂੰ ਨਹੀਂ ਕਿਹਾ ਵੀ ਤੁਸੀਂ 50,000 ਜੌਬ ਕ੍ਰੀਏਟ ਕਰਨੀ ਹੈ। ਤੇ ਉਹ ਕਹਿੰਦੇ ਇਹ ਸਾਡਾ ਜਿਹੜਾ ਰੈਕਡ ਸ਼ੋਅ ਕਰ ਰਿਹਾ ਜ਼ੀਰੋ, ਕਿਉਂਕਿ ਜਿਹੜਾ ਗ੍ਰਾਂਟ ਦਾ ਲੈਣ ਵਾਲੀ ਜਿਹੜੀ ਗ੍ਰਾਂਟ ਨੂੰ ਕੰਪਨੀ ਆ, ਉਹਨੂੰ ਇਹੋ ਜਿਹੀ ਕੁਛ ਨਹੀਂ ਕਰਨਾ ਪੈਣਾ ਕਿ ਉਹਨੇ ਜੌਬ ਦਿਖਾਉਣੀ ਹੈ। ਜ਼ੀਰੋ ਡੈਜ਼ਿਗਨੇਟ ਇਨਫੋਰਮੇਸ਼ਨ ਆ ਕਹਿੰਦੇ ਜਿਹੜੀ ਉਹ ਭਰੀ ਹੋਈ ਹੈ। ਜਿਹੜੀਆਂ ਸਬਸਿਡਾਈਜ਼ਡ ਕੰਪਨੀਆਂ ਨੇ ਜੌਬ ਕ੍ਰੀਏਸ਼ਨ ਲਈ, ਜੌਬ ਕ੍ਰੀਏਟ ਕਰਨ ਲਈ, ਐਸਟੀਮੇਟਡ ਜੌਬਸ ਕ੍ਰੀਏਟਡ, ਐਸਟੀਮੇਟਡ ਜੌਬਸ ਮੇਨਟੇਨਡ, ਐਕਚੁਅਲ ਜੌਬਸ ਕ੍ਰੀਏਟਡ, ਐਕਚੁਅਲ ਜੌਬਸ ਮੇਨਟੇਨਡ, ਉਹਦੇ 'ਚ 0.00। ਤੇ 2017 'ਚ ਇਹ ਗਿਆ ਕਿ ਮੱਧ ਵਰਗੀ ਲੋਕਾਂ ਨੂੰ 50,000 ਨੌਕਰੀਆਂ ਜਿਹੜੀਆਂ ਦਿੱਤੀਆਂ ਜਾਣਗੀਆਂ। 950 ਮਿਲੀਅਨ 17 ਤੇ 18 'ਚ ਵੰਡ ਦਿੱਤਾ ਗਿਆ, ਜਿਹਦੇ 'ਚ 229 ਮਿਲੀਅਨ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਪਾਵਰ ਸਪਲਾਈ ਚੇਨ ਨੂੰ ਮੌਂਟਰੀਅਲ 'ਚ, 229 ਮਿਲੀਅਨ ਐਡਵਾਂਸਡ ਮੈਨੂਫੈਕਚਰਿੰਗ ਸੁਪਰ ਕਲਸਟਰ ਹੈਮਿਲਟਨ 'ਚ, 150 ਮਿਲੀਅਨ ਓਸ਼ਨ ਸੁਪਰ ਕਲਸਟਰ ਸੇਂਟ ਜੌਨ 'ਚ, 150 ਮਿਲੀਅਨ ਪ੍ਰੋਟੀਨ ਇੰਡਸਟਰੀ ਸੁਪਰ ਕਲਸਟਰ ਰਜ਼ਾਈਨਾ 'ਚ, 150 ਡਿਜੀਟਲ ਟੈਕਨੋਲੋਜੀ ਸੁਪਰ ਕਲਸਟਰ ਵੈਨਕੂਵਰ 'ਚ। ਹੁਣ ਇਹ ਕੰਪਨੀਆਂ ਕਿਹੜੀਆਂ ਨੇ, ਕਿਹੜੀਆਂ ਕੰਪਨੀਆਂ ਨੂੰ ਇਹ ਸਬਸਿਡੀ ਜਿਹੜੀ ਮਿਲੀ, ਕਿੰਨੀ ਮਿਲੀ? 1 ਬਿਲੀਅਨ 950 ਮਿਲੀਅਨ ਦਿੱਤਾ ਗਿਆ ਤੇ ਉਹਨਾਂ ਦੀ ਕੋਈ ਅਕਾਊਂਟੇਬਿਲਟੀ ਨਹੀਂ।
ਤੁਸੀਂ ਸੋਚ ਸਕਦੇ ਆ 2000 ਲੈ ਕੇ ਟੱਬਰ ਕੱਛਾਂ ਵਜਾਉਂਦਾ ਵੀ 3 ਜਣਿਆਂ ਦਾ 6000 ਆ ਗਿਆ, 4 ਮਹੀਨੇ ਦਾ 30000 ਹੋ ਗਿਆ। ਫਸਾ ਲਓ ਹੀ ਕਹਿੰਦੇ ਨੇ ਆਪਣੇ ਬੰਦੇ, ਕਹਿੰਦੇ ਫਸਾ ਲਓ ਘਰ, ਲੈ ਲਓ ਘਰ। ਸੋ ਇਹ ਜਿਹੜੀਆਂ ਨੇ ਇਹ ਚੀਜ਼ਾਂ ਨੇ, ਇਹਨੂੰ ਸਮਝਣ ਦੀ ਲੋੜ ਹੈ। ਰਾਜਨੀਤੀ ਜਿਹੜੀ ਹੈ ਇਹ ਵੱਡੀਆਂ ਨੇ, ਛੋਟੀਆਂ ਮੱਛੀਆਂ ਚਲੋ ਜੀ ਵੀਜ਼ੇ ਵਾਲਾ ਤਾਂ ਸੈੱਟ ਕਰ ਲਓ ਕੰਮ, ਵੀਜ਼ੇ ਦਾ ਪੇਪਰ ਦੇ ਦਈਏ। ਇਹ ਨਵਦੀਪ ਬੈਂਸ ਉਹਨਾਂ ਦਾ ਨਾਂ ਜਿਹੜਾ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਆਇਆ ਸੀ ਵੀ 3 ਬੰਦੇ ਜਿਹੜੇ ਸੱਦੇ ਸੀ, ਈਰੀ ਦਾ ਇੱਕ ਗੁਰਦੁਆਰਾ ਸੀ ਵੀ 3 ਉੱਥੇ ਬੰਦੇ, ਗੁਰਦੁਆਰਾ ਚੱਲ ਨਹੀਂ ਰਿਹਾ, 3 ਬੰਦੇ ਜਿਹੜੇ ਨੇ ਉਹ ਉੱਥੋਂ ਸੱਦ ਲਏ ਪੰਜਾਬ ਤੋਂ ਗਿਆਨੀ ਜੀ, ਤੇ ਉਹ ਆਏ ਨਹੀਂ ਉੱਥੇ। ਇਹ ਵੀ ਗੱਲ ਨਾਲ ਜੁੜਿਆ ਸੀ, ਉਹ ਕਹਿੰਦਾ ਨਾ ਮੈਂ ਨਹੀਂ। ਫੋਰਟ ਈਰੀ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਗੱਲ ਇਹ ਵੀ ਪਿਛਲੇ ਸਾਲ ਉਹਦਾ ਨਾਂ ਆਇਆ ਸੀ ਕਿ ਫੋਰਟ ਈਰੀ ਗੁਰਦੁਆਰਾ ਸਕੈਂਡਲ। ਸਿੱਖ ਟੈਂਪਲ ਨੇ 3 ਪ੍ਰੀਸਟ ਇੰਡੀਆ ਤੋਂ ਜਿਹੜੇ ਉਹ ਮੰਗਾਏ, ਉਹਦਾ ਸਪੈਸ਼ਲ ਵੀਜ਼ਾ ਆਊਟਬਾਉਂਡ ਦਿੱਤਾ, ਉਹ ਗੁਰਦੁਆਰਾ ਚੱਲਦਾ ਹੀ ਨਹੀਂ। ਤੇ ਜਦ ਉਹ ਕੈਨੇਡਾ 'ਚ ਆ ਗਏ ਭਾਈ ਜੀ ਤੇ ਉੱਡ ਗਏ ਉਹ। ਤੇ ਫੋਰਟ ਈਰੀ ਗੁਰਦੁਆਰੇ ਦੇ ਡਾਇਰੈਕਟਰ ਨੇ ਜਿਹੜੇ ਉਹ ਬੈਂਸ ਨਾਲ ਕਹਿੰਦੇ ਇਨਵੋਲਵ ਹੋਏ ਉਹਦੇ ਫਾਦਰ ਦੇ ਥਰੂ। ਤੇ ਉਹਦੇ ਬਾਅਦ ਇਹੀ ਗਰੁੱਪ ਆ ਜਿਹੜਾ ਮਿਸਿਸਾਗਾ ਦਾ ਕਿਸੇ ਵੱਡੇ ਗੁਰਦੁਆਰੇ ਦਾ, ਇੱਕ ਪ੍ਰੋਮੀਨੈਂਟ ਗੁਰਦੁਆਰੇ ਦੇ ਬੋਰਡ ਆਫ ਡਾਇਰੈਕਟਰਾਂ 'ਚ ਵੀ ਨੇ। ਇਹ ਨੈਸ਼ਨਲ ਪੋਸਟ ਨੇ ਖਬਰ ਛਾਪੀ ਸੀ। ਸੋ ਇਹਨੂੰ ਇਹ ਵੱਡੀਆਂ ਜਿਹੜੀਆਂ ਖਬਰਾਂ ਨੇ ਤੇ ਰੱਬ ਜਾਣਦਾ ਇਹਦੇ ਪਿੱਛੇ ਕੀ ਆ, ਪਰ ਇਹ ਨਹੀਂ ਹੈ ਕਿ ਗੱਲ ਨਿਕਲਣੀ ਨਹੀਂ। ਰਾਜ ਗਰੇਵਾਲ ਦੀ ਜਿਹੜੀ ਉਹ ਸ਼ੁਰੂ ਹੋ ਰਹੀ ਆ ਹੀਅਰਿੰਗ, ਉਹਦੇ ਵਿੱਚ ਕੀ ਆਉਣਾ। ਇਹ ਜਿਹੜਾ ਮਿਸਿਸਾਗਾ ਦੇ ਵਿੱਚ ਅਲੱਗ-ਅਲੱਗ ਜਿਹੜੇ ਲੋਕ ਵਸਦੇ ਨੇ, ਅਲੱਗ-ਅਲੱਗ ਬਿਜ਼ਨਸ ਦੇ ਵਿੱਚ, ਅਲੱਗ-ਅਲੱਗ ਖਿੱਤਿਆਂ 'ਚ, ਉਹਨਾਂ ਨੇ ਜਿਹੜਾ ਦੱਸਿਆ ਉਹ ਕਹਿੰਦੇ ਹੋ ਹੀ ਨਹੀਂ ਸਕਦਾ। ਉਹ ਕਹਿੰਦੇ ਇੱਥੇ ਰਾਜਨੀਤੀ ਦੇ ਵਿੱਚ ਜੇ ਕੁਝ ਹੋਣਾ ਉਹ ਨਵਦੀਪ ਬੈਂਸ ਤੋਂ ਬਿਨਾਂ ਨਹੀਂ ਹੋ ਸਕਦਾ। ਜੇ ਕੋਈ ਕਿਸੇ ਨੇ ਖੜਨਾ, MLA ਖੜਨਾ, ਕੌਂਸਲਰ ਖੜਨਾ, MP ਖੜਨਾ, ਇਹੀ ਪੁਆਇੰਟਰ ਨੇ ਕਿਹਾ ਵੀ ਪੀਲ ਏਰੀਏ ਦੇ ਲੋਕ ਇਹ ਕਹਿੰਦੇ ਨੇ ਵੀ ਲਿਬਰਲ ਪਾਰਟੀ ਦੀ ਕੋਈ ਮੂਵ ਆ ਰੀਜਨ ਦੇ ਵਿੱਚ ਉਹ ਬੈਂਸ ਤੋਂ ਬਿਨਾਂ ਨਹੀਂ ਹੋ ਸਕਦੀ। ਤੇ ਸਾਨੂੰ ਵੀ ਇੱਥੇ ਪਤਾ, ਸਰੀ ਦੇਖ ਲਓ, ਵੈਨਕੂਵਰ 'ਚ ਦੇਖ ਲਓ, ਸਾਡੇ ਲੋਅਰ ਮੇਨਲੈਂਡ ਦੇ ਵਿੱਚ ਦੇਖ ਲਓ, ਜਿਹਦੇ ਮੌਰਾਂ 'ਤੇ ਹੱਥ ਨਹੀਂ ਇੱਕ ਪਾਰਟੀ ਦਾ, ਉਹ ਬੰਦਾ ਨਹੀਂ ਖੜ ਸਕਦਾ। ਮਤਲਬ ਇਹ ਹੈ ਨਹੀਂ ਕਦੇ ਖੜ ਜਾਵੇ। ਪਰ ਇਹ ਰਾਜਨੀਤੀ ਕਿੱਧਰ ਨੂੰ ਸਾਨੂੰ ਲੈ ਜਾਊਗੀ, ਸਾਨੂੰ ਇਹ 'ਚ ਕੀ ਸੋਚਣਾ ਚਾਹੀਦਾ ਹੈ। ਰਾਜ ਗਰੇਵਾਲ ਤੋਂ ਬਾਅਦ ਇਹ ਬਿਲਕੁਲ ਜਿਹੜਾ ਮਲੰਮਾ ਲੈ ਗਿਆ ਵੀ ਨਹੀਂ ਜੀ ਪੰਜਾਬ ਤੋਂ ਆਏ ਨਹੀਂ ਰਾਜਨੀਤੀ ਕਰ ਸਕਦੇ, ਇੱਥੇ ਜੰਮੇ ਰਾਜਨੀਤੀ ਕਰਨ। ਰਾਜ ਗਰੇਵਾਲ ਨੇ ਦੱਸਤਾ ਵੀ ਇੱਥੇ ਦੀ ਰਾਜਨੀਤੀ ਕਿਵੇਂ ਹੁੰਦੀ ਹੈ। ਉਹ ਵੀਜ਼ਾ ਦੇ ਇੰਚਾਰਜ ਸੀ, ਸਾਰੀ ਕਬੱਡੀ ਕਲੱਬਾਂ ਦੇ ਵੀਜ਼ੇ ਉਹਨਾਂ ਤੋਂ ਹੀ ਅਪਰੂਵ ਹੁੰਦੇ ਸੀ। ਮਿਲੀਅਨਸ ਆਫ ਡਾਲਰ ਦਾ ਡੈਟ, ਮਿਲੀਅਨਸ ਆਫ ਡਾਲਰ ਉਹ ਜੂਏ 'ਚ ਹਾਰ ਗਏ ਤੇ ਇਵੈਂਚੁਅਲੀ ਉਹਨਾਂ ਨੂੰ ਸਟੈਪ ਡਾਊਨ ਹੋਣਾ ਪਿਆ। ਨਵਦੀਪ ਬੈਂਸ ਦੀ ਇਸ ਰੈਜ਼ਿਗਨੇਸ਼ਨ ਦੇ ਪਿੱਛੇ ਕੀ ਹੈ ਇਹ ਦੱਸੂ। ਜਿਹੜਾ MP ਲਾਇਆ ਅਲਗਬਰਾ ਜਿਹੜਾ ਉਹਦੀ ਤੇ ਨਵਦੀਪ ਬੈਂਸ ਦੀ ਕਹਿੰਦੇ ਬਣਦੀ ਨਹੀਂ, ਇਹ ਵੀ ਉੱਥੋਂ ਪਤਾ ਲੱਗਿਆ। ਆਪੋਜੀਸ਼ਨ ਦਾ ਬੰਦਾ ਕਿਵੇਂ ਚਲੇ ਗਿਆ, ਉਹ ਸਾਊਦੀ ਅਰਬ ਦੇ ਵਿੱਚ ਜੰਮਿਆ ਪਲਿਆ ਅਲਗਬਰਾ, ਸੀਰੀਆ ਪਰਿਵਾਰ ਦਾ, ਸੀਰੀਅਨ ਪਰਿਵਾਰ ਦੇ ਵਿੱਚ ਪੈਦਾ ਹੋਇਆ। ਤੇ ਇਹ ਜਿਹੜਾ ਪੁਆਇੰਟਰ ਨੇ ਇਹ ਵੀ ਕਿਹਾ ਵੀ ਡੀਫੈਕਟੋ ਲੀਡਰ ਪੀਲ ਦੇ ਲਿਬਰਲ MP ਦਾ ਨਵਦੀਪ ਬੈਂਸ ਬਣਿਆ ਹੋਇਆ ਸੀ। ਤੇ ਪਰ ਅਲਗਬਰੇ ਦੇ ਨਾਲ ਕਹਿੰਦੇ ਨਵਦੀਪ ਬੈਂਸ ਦੀ ਨਹੀਂ ਸੀ ਬਣਦੀ। ਉਹਨਾਂ ਦਾ ਸਟੈਪ ਡਾਊਨ ਹੋਣ ਤੋਂ ਬਾਅਦ ਅਲਗਬਰੇ ਦਾ ਮਿਨਿਸਟਰ ਬਣਨਾ, ਇਹ ਵੀ ਇੱਕ ਵੱਡਾ ਇਸ਼ੂ ਹੈ। ਬਿਲ ਮੋਰਨੋ ਨੇ ਰਿਜ਼ਾਈਨ ਕੀਤਾ, 41,000 ਦੇ ਵੀ ਚੈਰਿਟੀ ਤੋਂ ਚੈੱਕ ਲੈ ਲਏ, ਬੇਇੱਜ਼ਤ ਹੋ ਕੇ ਉਹ ਪਾਰਟੀ ਦੇ ਵਿੱਚੋਂ ਨਿਕਲੇ। 900 ਮਿਲੀਅਨ ਦੀ ਉਹ ਸਟੂਡੈਂਟ ਗ੍ਰਾਂਟ ਪ੍ਰੋਗਰਾਮ 43 ਮਿਲੀਅਨ ਦੇ ਕੰਟਰੈਕਟ 'ਤੇ ਦੇ ਰਹੇ ਸੀ। ਉਹ ਵੀ ਗੱਲ ਤੁਹਾਡੇ ਸਾਹਮਣੇ ਆ। ਅਗਲੀਆਂ ਇਲੈਕਸ਼ਨਾਂ ਦੇ ਵਿੱਚ ਬਹੁਤ ਸਿੱਖ ਚਿਹਰੇ ਪੀਲ ਰੀਜ਼ਨ ਦੇ ਉਹਨਾਂ ਨੇ ਖੜਨਾ ਨਹੀਂ, ਇਹ ਵੀ ਉੱਥੋਂ ਖਬਰਾਂ ਆ ਰਹੀਆਂ ਨੇ। ਸ਼ੇਰੇ ਪੰਜਾਬ ਦਾ ਲੋਹੜੀ ਕੰਟੈਸਟ, ਜਿਹਦੇ ਵਿੱਚ ਇੱਕ 골ਡ ਚੇਨ ਤੇ ਨਾਲ $1000 ਦਾ ਕੈਸ਼ ਜਿਹੜਾ ਤ੍ਰਿੰਜਣ ਕੁੜੀ ਮੁੰਡੇ ਦੀ ਲੋਹੜੀ ਵੱਲੋਂ ਤੁਹਾਨੂੰ ਦਿੱਤਾ ਜਾਣਾ। ਇਸ ਕੰਟੈਸਟ ਦੇ ਵਿੱਚ ਤੁਸੀਂ ਹਿੱਸਾ ਲੈ ਸਕਦੇ ਹੋ। ਬੋਲੀਆਂ ਤੁਸੀਂ ਭੇਜਣੀਆਂ, ਈਮੇਲ ਕਰੋ ਜਾਂ WhatsApp ਤੇ 7782220600 ਤੇ। ਅੱਜ ਹੁਣ 12 ਵਜੇ ਇਹ ਮੁੱਕਣਾ, ਹਲੇ ਵੀ ਭੇਜ ਦਿਓ ਲਾਸਟ ਮਿੰਟ ਦੇ ਵਿੱਚ। 1 ਘੰਟੇ 'ਚ ਬੋਲੀਆਂ ਤੁਸੀਂ ਭੇਜ ਸਕਦੇ।
ਇਹ ਸੀ ਜੀ ਅੱਜ ਦਾ ਤੁਹਾਡਾ ਪ੍ਰੋਗਰਾਮ ਹਰਜੀਤ ਸਿੰਘ ਗਿੱਲ ਸ਼ੋਅ, ਤੇ ਕੱਲ ਨੂੰ ਫੇਰ 9 ਵਜੇ ਮੁੜਦੇ ਹਾਂ।